ਹਾਂ ਤੁਹਾਡੇ ਨਾਲ ਹਾਜ਼ਰਾਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ ਤੇ ਪ੍ਰਾਈਮ ਟਾਈਮ ਦੇ ਵਿੱਚ ਅੱਜ ਗੱਲ ਮੁਫਤ ਵਾਲੇ ਵਾਅਦਿਆਂ ਦੀ ਜੋ ਸਿਆਸੀ ਪਾਰਟੀਆਂ ਦੇ ਵੱਲੋਂ ਗੱਜ-ਗੱਜ ਨਹੀਂ ਬਲਕਿ ਕਿਲੋਮੀਟਰ ਲੰਬੇ ਕਰ ਦਿੱਤੇ ਜਾਂਦੇ ਨੇ। ਹੁਣ ਚੋਣ ਕਮਿਸ਼ਨ ਸੁਪਰੀਮ ਕੋਰਟ ਦੀ ਝਾੜ ਤੋਂ ਬਾਅਦ ਨਵੀਆਂ ਹਦਾਇਤਾਂ ਜਾਰੀ ਕਰ ਰਿਹਾ ਹੈ। ਸਾਫ਼ ਕੀਤਾ ਜਾ ਰਿਹਾ ਹੈ ਕਿ ਵਾਅਦੇ ਜੋ ਮਰਜ਼ੀ ਕਰੋ ਪਰ ਹਿਸਾਬ ਕਿਤਾਬ ਪੂਰਾ ਜ਼ਰੂਰ ਦੱਸੋ। ਉਹ ਇੱਕ ਕਹਾਵਤ ਹੈ ਨਾ ਕਿ ਟੋਬੇ 'ਚ ਇੱਟ ਸੁੱਟਣ ਵਾਲਾ ਕੰਮ ਹੁਣ ਨਹੀਂ ਹੋਣ ਦਿੱਤਾ ਜਾਏਗਾ। ਦੱਸਣਾ ਹੋਵੇਗਾ ਕਿ ਕਿਸ ਨੂੰ ਤੁਹਾਡੇ ਵਾਅਦੇ ਪ੍ਰਭਾਵਿਤ ਕਰਨਗੇ, ਖਰਚਾ ਕਿੰਨਾ ਹੋਵੇਗਾ ਤੇ ਪੈਸਾ ਆਏਗਾ ਕਿੱਥੋਂ, ਪੂਰਾ ਹਿਸਾਬ ਦੇਣਾ ਹੋਵੇਗਾ। ਹੁਣ ਸਵਾਲ ਇਹ ਹੈ ਕਿ ਸਿਆਸੀ ਪਾਰਟੀਆਂ ਕੀ ਵਾਕਈ ਹੀ ਪੂਰਾ ਹਿਸਾਬ ਕਿਤਾਬ ਦੇਣਗੀਆਂ ਚੋਣਾਂ ਦੇ ਵਿੱਚ ਕਿ ਜੋ ਅਸੀਂ ਫ੍ਰੀ ਵਾਲਾ ਵਾਅਦਾ ਕਰਨ ਜਾ ਰਹੇ ਹਾਂ, ਜੇ ਉਸ ਦੇ ਨਾਲ 1000 ਕਰੋੜ 2000 ਕਰੋੜ 5000 ਕਰੋੜ ਦਾ ਬੋਝ ਖਜ਼ਾਨੇ ਦੇ ਉੱਤੇ ਪੈਂਦਾ ਏ ਤਾਂ ਫਿਰ ਉਹ ਪੈਸਾ ਆਏਗਾ ਕਿੱਥੋਂ, ਟੋਟਲ ਕਿੰਨਾ ਹੋਏਗਾ ਖਰਚਾ, ਕਿ ਵੋਟਰਾਂ ਨੂੰ ਵਰਗਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹਨਾਂ ਵਾਅਦਿਆਂ ਦੇ ਜ਼ਰੀਏ। ਤੇ ਸਵਾਲ ਇਹ ਵੀ ਹੈ ਕਿ ਵੋਟਰਾਂ ਨੂੰ ਇਹ ਫ੍ਰੀ ਵਾਲੇ ਵਾਅਦੇ ਪ੍ਰਭਾਵਿਤ ਕਰਦੇ ਨੇ, ਕਿੰਨਾ ਕੁ ਪ੍ਰਭਾਵਿਤ ਕਰਦੇ ਨੇ, ਇਸ ਦੇ ਉੱਤੇ ਵੀ ਅੱਜ ਗੱਲਬਾਤ ਹੋਏਗੀ। ਤੇ ਸ਼ੁਰੂਆਤ ਦੇ ਵਿੱਚ ਮੈਂ ਤੁਹਾਨੂੰ ਕੁਝ ਦਸਤਾਵੇਜ਼ ਦਿਖਾਣਾ ਜੋ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਬਕਾਇਦਾ ਤੌਰ ਦੇ ਉੱਤੇ ਜਾਰੀ ਕੀਤੇ ਗਏ ਨੇ। ਇਹ ਇਲੈਕਸ਼ਨ ਕਮਿਸ਼ਨ ਨੇ ਸਿਆਸੀ ਪਾਰਟੀਆਂ ਦੇ ਲਈ ਇੱਕ ਪਰਫਾਰਮਾ ਜਾਰੀ ਕਰ ਦਿੱਤਾ ਹੈ ਜਿਸ ਦੇ ਵਿੱਚ ਇਹ ਦੱਸਣਾ ਹੋਏਗਾ ਸਿਆਸੀ ਪਾਰਟੀਆਂ ਨੂੰ ਹਰ ਪ੍ਰੋਮਿਸ ਦੇ ਨਾਲ ਕਿ ਜੇ ਉਹਨਾਂ ਨੇ 5 ਵਾਅਦੇ ਕੀਤੇ ਨੇ, 10 ਕੀਤੇ ਨੇ, 20 ਕੀਤੇ ਨੇ, ਹਰ ਵਾਅਦੇ ਦੇ ਨਾਲ ਦੱਸਣਾ ਹੋਏਗਾ ਕਿ ਤੁਸੀਂ ਵਾਅਦਾ ਕੀ ਕਰ ਰਹੇ ਹੋ, ਇਸ ਦਾ ਕਿਹੜੇ ਸੈਕਟਰ ਨੂੰ ਫਾਇਦਾ ਹੋਏਗਾ, ਕਿ ਇਹ ਹਰ ਇੱਕ ਸ਼ਖਸ ਦੇ ਲਈ ਹੈ। ਜਿਵੇਂ ਪੰਜਾਬ ਦੇ ਵਿੱਚ ਕਿਸੇ ਪਾਰਟੀ ਨੇ ਵਾਅਦਾ ਕਰ ਦਿੱਤਾ ਤਾਂ ਕੀ ਉਹ ਵਾਅਦਾ ਸਿਰਫ ਇੱਕ ਖੇਤਰ ਦੇ ਲਈ ਹੈ, ਯਾਨੀ ਕਿ ਇੱਕ ਕਮਿਊਨਿਟੀ ਦੇ ਲਈ ਹੈ ਜਾਂ ਹਰ ਪੰਜਾਬੀ ਦੇ ਲਈ ਹੋਏਗਾ, ਉਹ ਕਿਸੇ ਖਾਸ ਭਾਈਚਾਰੇ ਦੇ ਲਈ ਹੋਏਗਾ ਜਾਂ ਕਿਵੇਂ ਹੋਏਗਾ। ਉਸ ਤੋਂ ਬਾਅਦ ਇਹ ਵੀ ਦੱਸਣਾ ਹੋਏਗਾ ਕਿ ਉਹ ਕਿੰਨੇ ਲੋਕਾਂ ਨੂੰ ਪ੍ਰਭਾਵਿਤ ਕਰੇਗਾ, ਉਹ ਇੱਕ ਸ਼ਖਸ ਦੇ ਹਿਸਾਬ ਦੇ ਨਾਲ ਕਿੰਨਾ ਬੋਝ ਖਜ਼ਾਨੇ ਉੱਤੇ ਪਏਗਾ, ਟੋਟਲ ਕਿੰਨਾ ਖਰਚਾ ਪਏਗਾ, ਹਰ ਇੱਕ ਹਿਸਾਬ ਪੈਸੇ ਦਾ। ਅੱਜ ਇਸ ਦੇ ਉੱਤੇ ਗੱਲਬਾਤ ਹੋਏਗੀ। ਬਹੁਤ ਸਾਰੀਆਂ ਆਪਾਂ ਚਰਚਾਵਾਂ ਕਰਦੇ ਹਾਂ ਪਰ ਇਹ ਚਰਚਾ ਬਹੁਤ ਜ਼ਰੂਰੀ ਔਰ ਅੱਜ ਦੀ ਅਹਿਮ ਇਸ ਕਰਕੇ ਵੀ ਹੈ, ਦੋ ਤਰੀਕੇ ਨਾਲ ਸਿੱਧਾ ਤੁਹਾਡੇ ਨਾਲ ਜੁੜੀ ਹੋਈ ਹੈ ਪੰਜਾਬ ਦੇ ਲੋਕਾਂ ਦੇ ਨਾਲ। ਪਹਿਲੀ ਕਿਉਂਕਿ ਵਾਅਦੇ ਤੁਹਾਡੇ ਲਈ ਹੁੰਦੇ ਨੇ, ਦੂਜੀ ਕਿਉਂਕਿ ਵਾਅਦਿਆਂ ਦੇ ਉੱਤੇ ਖਰਚਾ ਤੁਹਾਡੇ ਪੈਸੇ ਨਾਲ ਹੁੰਦਾ, ਯਾਨੀ ਟੈਕਸ ਦਾ ਪੈਸਾ ਜੋ ਤੁਸੀਂ ਦਿੰਦੇ ਹੋ। ਅੱਜ ਇਸ ਦੇ ਉੱਤੇ ਹੀ ਚਰਚਾ ਕਰਾਂਗੇ ਕਿਉਂਕਿ ਇਹ ਮੁਫਤ ਰਿਓੜੀਆਂ ਵੰਡਣ ਵਾਲੇ ਪੂਰੇ ਸਿਸਟਮ ਦੇ ਉੱਤੇ ਸਖਤੀ ਹੁਣ ਕੀਤੀ ਜਾ ਰਹੀ। ਚੋਣਾਂ ਦੇ ਦੌਰਾਨ ਲੋਕ ਲੁਭਾਊ ਸਕੀਮਾਂ ਦਾ ਐਲਾਨ ਵੋਟਰਾਂ ਨੂੰ ਪ੍ਰਭਾਵਿਤ ਕਰਦਾ ਹੈ, ਨਿਰਪੱਖ ਚੋਣਾਂ ਹੋਣ ਤੇ ਸਵਾਲੀਆ ਚਿੰਨ੍ਹ ਲਾਉਂਦਾ ਹੈ। ਇਸ ਮਸਲੇ ਤੇ ਦੇਸ਼ ਦੇ ਵਿੱਚ ਚਰਚਾ ਛਿੜੀ, ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚਿਆ। ਸਰਵਉੱਚ ਅਦਾਲਤ ਨੇ ਗੇਂਦ ਚੋਣ ਕਮਿਸ਼ਨ ਦੇ ਪੱਲੇ ਵਿੱਚ ਸੁੱਟ ਦਿੱਤੀ ਅਤੇ ਇਸ ਮਾਮਲੇ 'ਚ ਸਿਆਸੀ ਪਾਰਟੀਆਂ ਨਾਲ ਮਿਲ ਕੇ ਗਾਈਡਲਾਈਨਸ ਬਣਾਉਣ ਦੇ ਲਈ ਕਿਹਾ ਸੀ। ਸੁਪਰੀਮ ਅਦਾਲਤ ਦੇ ਹੁਕਮਾਂ ਤੇ ਹੁਣ ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਨੂੰ ਇੱਕ ਲੈਟਰ ਜਾਰੀ ਕੀਤਾ ਹੈ। ਸਿਆਸੀ ਧਿਰਾਂ ਨੂੰ ਚੋਣਾਂ ਦੇ ਦੌਰਾਨ ਲੋਕ ਲੁਭਾਊ ਵਾਅਦਿਆਂ ਨੂੰ ਪੂਰੇ ਕਰਨ ਦਾ ਰੋਡ ਮੈਪ ਦੱਸਣਾ ਹੋਵੇਗਾ। ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਦੇ ਲਈ ਇੱਕ ਪ੍ਰੋਫਾਰਮਾ ਦਿੱਤਾ ਹੈ ਜਿਸ ਵਿੱਚ ਕੁਝ ਸਵਾਲਾਂ ਦੇ ਜਵਾਬ ਦੇਣੇ ਹੋਣਗੇ। ਸਿਆਸੀ ਧਿਰਾਂ ਨੂੰ ਆਪਣੇ ਵਾਅਦਿਆਂ ਅਤੇ ਵਿੱਤੀ ਪ੍ਰਬੰਧਾਂ ਬਾਰੇ ਜਨਤਾ ਨੂੰ ਦੱਸਣਾ ਹੋਵੇਗਾ। ਸਕੀਮ ਦਾ ਦਾਇਰਾ ਇੱਕ ਵਿਅਕਤੀ, ਪਰਿਵਾਰ, ਕਮਿਊਨਿਟੀ, BPL ਜਾਂ ਕਿੰਨੀ ਆਬਾਦੀ ਤੱਕ ਹੋਵੇਗਾ, ਇਸ ਦੀ ਜਾਣਕਾਰੀ ਦੇਣੀ ਹੋਵੇਗੀ। ਕਿੰਨੇ ਲੋਕ ਇਸ ਸਕੀਮ ਦੇ ਦਾਇਰੇ ਦੇ ਵਿੱਚ ਆਉਣਗੇ, ਵਾਅਦੇ ਪੂਰੇ ਕਰਨ ਤੇ ਕਿੰਨਾ ਖਰਚ ਹੋਵੇਗਾ ਤੇ ਕੀ ਵਿੱਤੀ ਪ੍ਰਭਾਵ ਪਵੇਗਾ, ਸਕੀਮ ਦੇ ਲਈ ਵਿੱਤੀ ਸਾਧਨ ਹਨ ਜਾਂ ਨਹੀਂ ਹਨ, ਇਸ ਬਾਰੇ ਜਾਣਕਾਰੀ ਦੇਣੀ ਹੋਵੇਗੀ। ਸਕੀਮ ਨੂੰ ਲਾਗੂ ਕਰਨ ਦੇ ਲਈ ਜੇਕਰ ਵਾਧੂ ਪੈਸਾ ਲੱਗੇਗਾ ਤਾਂ ਫਿਰ ਪੈਸਾ ਆਵੇਗਾ ਕਿੱਥੋਂ, ਟੈਕਸ ਜਾਂ ਨਾਨ ਟੈਕਸ ਤੋਂ ਮਾਲੀਆ ਇਕੱਠਾ ਹੋਵੇਗਾ ਜਾਂ ਫਿਰ ਵਾਧੂ ਉਧਾਰੀ ਲਈ ਜਾਵੇਗੀ ਜਾਂ ਫਿਰ ਕਿਸੇ ਹੋਰ ਸਰੋਤ ਤੋਂ ਪੈਸਾ ਆਵੇਗਾ, ਇਸ ਬਾਰੇ ਦੱਸਣਾ ਹੋਵੇਗਾ। ਤੇ ਜੇਕਰ ਵਾਧੂ ਪੈਸੇ ਦੇ ਲਈ ਪ੍ਰਬੰਧ ਕੀਤਾ ਜਾਵੇਗਾ ਤਾਂ ਉਸ ਦਾ ਸੂਬੇ ਅਤੇ ਦੇਸ਼ ਦੀ ਮਾਲੀ ਹਾਲਤ ਤੇ ਕਿੰਨਾ ਅਸਰ ਹੋਵੇਗਾ, ਇਸ ਬਾਰੇ ਵੀ ਜਾਣਕਾਰੀ ਦੇਣੀ ਹੋਵੇਗੀ। ਚੋਣ ਕਮਿਸ਼ਨ ਦੇ ਵੱਲੋਂ ਜਾਰੀ ਚਿੱਠੀ ਦੇ ਵਿੱਚ 19 ਅਕਤੂਬਰ ਤੱਕ ਦੀ ਡੈਡਲਾਈਨ ਦਿੱਤੀ ਗਈ ਹੈ। ਜੇ ਸਿਆਸੀ ਧਿਰਾਂ 19 ਅਕਤੂਬਰ ਤੱਕ ਚੋਣ ਕਮਿਸ਼ਨ ਦੇ ਵੱਲੋਂ ਜਾਰੀ ਲੈਟਰ ਤੇ ਕੋਈ ਜਵਾਬ ਨਹੀਂ ਦਿੰਦੀਆਂ ਤਾਂ ਕਮਿਸ਼ਨ ਦੇ ਵੱਲੋਂ ਲਾਈਆਂ ਗਈਆਂ ਇਹ ਸ਼ਰਤਾਂ ਮਾਡਲ ਕੋਡ ਆਫ ਕੰਡਕਟ ਦਾ ਹਿੱਸਾ ਬਣ ਜਾਣਗੀਆਂ। ਬਿਊਰੋ ਰਿਪੋਰਟ, ਨਿਊਜ਼ 18। ਤਾਂ
ਤਾਂ ਅੱਜ ਚਰਚਾ ਇਸ ਮੁੱਦੇ ਉੱਤੇ ਹੀ ਕਰਾਂਗੇ ਜਿਸ ਦਾ ਅਸੀਂ ਜ਼ਿਕਰ ਕਰ ਰਹੇ ਹਾਂ। ਦਰਅਸਲ ਪੂਰੀ ਗੱਲ ਤੁਹਾਨੂੰ ਸਮਝਾਉਂਦੇ ਹਾਂ। ਇਹ ਪੂਰਾ ਮਾਮਲਾ ਪਹੁੰਚਿਆ ਹੋਇਆ ਸੁਪਰੀਮ ਕੋਰਟ ਦੇ ਵਿੱਚ। ਸੁਪਰੀਮ ਕੋਰਟ ਦੇ ਵਿੱਚ ਫ੍ਰੀ ਬੀਜ਼ ਯਾਨੀ ਕਿ ਮੁਫਤ ਵਾਲੇ ਵਾਅਦਿਆਂ ਨੂੰ ਲੈ ਕੇ ਪੂਰੀ ਚਰਚਾ ਚੱਲ ਰਹੀ ਹੈ। ਤਿੰਨ ਜੱਜਿਸ ਦੀ ਬੈਂਚ ਦੇ ਕੋਲ ਵੀ ਇਹ ਪੂਰਾ ਮਾਮਲਾ ਚਲਾ ਗਿਆ। ਉੱਥੇ ਇਲੈਕਸ਼ਨ ਕਮਿਸ਼ਨ ਵੀ ਪਹੁੰਚ ਗਿਆ। ਕੇਂਦਰ ਨੂੰ ਕਿਹਾ ਗਿਆ ਸੀ ਕਿ ਤੁਸੀਂ ਆਲ ਪਾਰਟੀ ਮੀਟਿੰਗ ਸੱਦ ਲਓ, ਉਹ ਵੀ ਕਾਮਯਾਬ ਨਹੀਂ ਹੋ ਸਕਿਆ। ਖੈਰ ਆਉਣ ਵਾਲੇ ਸਮੇਂ ਦੇ ਵਿੱਚ ਚੀਜ਼ਾਂ ਬਦਲਣਗੀਆਂ ਔਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇਕਰ ਜੋ ਹੁਣ ਨਵੀਆਂ ਹਿਦਾਇਤਾਂ ਨੇ ਜਿਸ ਦਾ ਜ਼ਿਕਰ ਅਸੀਂ ਕਰ ਰਹੇ ਹਾਂ, ਅੱਗੇ ਵੀ ਗ੍ਰਾਫਿਕਸ ਦੇ ਵਿੱਚ ਤੁਹਾਨੂੰ ਦਿਖਾਉਂਦੇ ਰਹਾਂਗੇ। 19 ਤਰੀਕ ਤੱਕ ਇਲੈਕਸ਼ਨ ਕਮਿਸ਼ਨ ਨੇ ਸਿਆਸੀ ਪਾਰਟੀਆਂ ਤੋਂ ਸੁਝਾਅ ਮੰਗੇ ਨੇ ਜਾਂ ਕਿਹਾ ਕਿ ਜੇਕਰ ਤੁਹਾਨੂੰ ਕਿਸੇ ਪੁਆਇੰਟ ਦੇ ਉੱਤੇ ਕੋਈ ਇਤਰਾਜ਼ ਹੈ ਤਾਂ ਤੁਸੀਂ ਆਪਣੀ ਗੱਲ ਰੱਖ ਸਕਦੇ ਹੋ, ਉਸ ਤੋਂ ਬਾਅਦ ਅਸੀਂ ਨਹੀਂ ਸੁਣਾਂਗੇ। ਤਾਂ ਕਿ ਇਹ ਨਵੀਆਂ ਹਿਦਾਇਤਾਂ ਦੇ ਨਾਲ ਜੋ ਵਾਅਦੇ ਕੀਤੇ ਜਾਂਦੇ ਨੇ ਉਹ ਇੱਕ ਤਰੀਕੇ ਨਾਲ ਆਫੀਸ਼ੀਅਲ ਡਾਕੂਮੈਂਟ ਬਣ ਜਾਏਗਾ, ਜੋ ਕਿਹਾ ਜਾ ਰਿਹਾ ਹੈ ਕਿ ਹਲਫਨਾਮੇ ਦੇ ਤੌਰ ਦੇ ਉੱਤੇ ਮੈਨੀਫੈਸਟੋ ਨੂੰ ਲਿਆ ਜਾਵੇ। ਉਸ ਦੇ ਉੱਤੇ ਚਰਚਾ ਕਰਾਂਗੇ। ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਤੁਹਾਡਾ ਤਾਰੁਫ ਕਰਵਾਵਾਂਗੇ ਅੱਜ ਦੇ ਮਹਿਮਾਨਾਂ ਦੇ ਨਾਲ ਜੋ ਚਰਚਾ ਦੇ ਵਿੱਚ ਸਾਡੇ ਨਾਲ ਸ਼ਾਮਲ ਹੋ ਰਹੇ ਨੇ। ਸਾਡੇ ਨਾਲ ਆਰਪੀਐਸ ਮਲਹੋਤਰਾ ਜੀ ਨੇ ਜੋ ਕਿ ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰਨਗੇ। ਮਲਹੋਤਰਾ ਸਾਹਿਬ ਬਹੁਤ-ਬਹੁਤ ਸਵਾਗਤ ਹੈ। ਸਾਡੇ ਨਾਲ ਸੁਖਵਿੰਦਰ ਕੋਟਲੀ ਜੀ ਜੁੜ ਰਹੇ ਨੇ, ਵਿਧਾਇਕ ਨੇ ਕਾਂਗਰਸ ਦੇ। ਸੁਖਵਿੰਦਰ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਸਾਡੇ ਨਾਲ ਜੈਬੰਸ਼ ਜੀ ਜੁੜ ਰਹੇ ਨੇ, ਬੀਜੇਪੀ ਨੂੰ ਰਿਪਰੈਜ਼ੈਂਟ ਕਰਨਗੇ। ਜੈਬੰਸ਼ ਜੀ ਸਵਾਗਤ ਹੈ। ਚਰਨਜੀਤ ਸਿੰਘ ਬਰਾੜ ਜੀ ਸਾਡੇ ਨਾਲ ਜੁੜ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਨਗੇ। ਬਰਾੜ ਸਾਹਿਬ ਸਵਾਗਤ ਹੈ। ਤੇ ਸਾਡੇ ਨਾਲ ਪ੍ਰਮੋਦ ਛਾਬੜਾ ਜੀ ਜੁੜ ਰਹੇ ਨੇ, ਸਿਆਸੀ ਮਾਹਰ ਨੇ। ਸਮਝਣ ਦੀ ਇਹਨਾਂ ਤੋਂ ਵੀ ਕੋਸ਼ਿਸ਼ ਕਰਾਂਗੇ ਕਿ ਆਖਿਰ ਚੋਣ ਕਮਿਸ਼ਨ ਦੇ ਇਸ ਪੂਰੇ ਫੈਸਲੇ ਨੂੰ ਜਾਂ ਫਿਰ ਜੋ ਕਦਮ ਚੁੱਕੇ ਜਾ ਰਹੇ ਨੇ ਉਹਨਾਂ ਨੂੰ ਕਿਵੇਂ ਦੇਖਿਆ ਜਾਵੇ। ਛਾਬੜਾ ਸਾਹਿਬ ਬਹੁਤ-ਬਹੁਤ ਸਵਾਗਤ ਹੈ। ਮੈਂ ਸ਼ੁਰੂਆਤ ਕਰਦਾ ਅੱਜ ਸਭ ਤੋਂ ਪਹਿਲਾਂ ਸਾਡੇ ਨਾਲ ਵਿਧਾਇਕ ਸਾਹਿਬ ਮੌਜੂਦ ਨੇ। ਸੁਖਵਿੰਦਰ ਜੀ ਸਰ ਤੁਹਾਡੇ ਤੋਂ ਹੀ ਸ਼ੁਰੂਆਤ, ਕਿਵੇਂ ਦੇਖ ਰਹੇ ਹੋ ਤੁਸੀਂ, ਕਾਂਗਰਸ ਕਿਵੇਂ ਦੇਖ ਰਹੀ ਹੈ? ਦੇਖੋ ਜਦੋਂ ਚਰਚਾ ਅਸੀਂ ਸ਼ੁਰੂ ਕਰਾਂਗੇ ਤਾਂ ਹਰ ਇੱਕ ਪਾਰਟੀ ਦੇ ਜਿਹੜੇ ਵਾਅਦਿਆਂ ਵਾਲੀ ਲਿਸਟ ਹੈ ਉਸ ਦਾ ਜ਼ਿਕਰ ਹੋਏਗਾ। ਮੈਂ ਇਸ ਕਰਕੇ ਨਾਲ ਕੋਸ਼ਿਸ਼ ਕਰਾਂਗਾ ਕਿ ਕਰਾਂ। 2017 ਦੇ ਵਿੱਚ ਕਾਫੀ ਵਿਦ ਕੈਪਟਨ, ਕਰਜ਼ ਮਾਫੀ ਵਾਲੀ ਸਕੀਮ, ਘਰ ਘਰ ਰੋਜ਼ਗਾਰ ਵਾਲੀ ਸਕੀਮ, ਫਾਰਮ ਭਰਵਾਏ ਗਏ। ਤੁਸੀਂ ਵੀ ਬਹੁਤ ਕੁਝ ਕੀਤਾ, ਕਾਂਗਰਸ ਨੇ ਵੀ ਬਹੁਤ ਕੁਝ ਕੀਤਾ। ਹੁਣ ਸਖਤੀ ਦੇ ਮੂਡ ਦੇ ਵਿੱਚ ਇਲੈਕਸ਼ਨ ਕਮਿਸ਼ਨ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਤੁਹਾਨੂੰ ਲੱਗਦਾ ਹੈ ਕਿ ਜੋ ਕਦਮ ਚੁੱਕੇ ਜਾ ਰਹੇ ਨੇ ਠੀਕ ਨੇ? ਬਿਲਕੁਲ ਗੌਰਵ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਅੱਜ ਇੱਥੇ ਬੁਲਾ ਕੇ ਸਾਨੂੰ ਆਪਣੀ ਗੱਲ ਕਰਨ ਦਾ ਮੌਕਾ ਦਿੱਤਾ ਹੈ। ਇਹ ਗੱਲ ਬਿਲਕੁਲ ਮੈਂ ਇਸ ਗੱਲ ਦੇ ਨਾਲ ਸਹਿਮਤ ਹਾਂ ਜੀ ਕਿ ਜਿਹੜੇ ਵੀ ਲੋਕਾਂ ਦੇ ਨਾਲ ਸਾਡੇ ਪਾਰਟੀਆਂ ਵੱਲੋਂ ਵਾਅਦੇ ਕੀਤੇ ਜਾਂਦੇ ਆ, ਅਗਰ ਅਸੀਂ ਲੋਕਾਂ ਦੀ ਕਚਹਿਰੀ ਦੇ ਵਿੱਚ ਜਾਂਦੇ ਆ ਤੇ ਲੋਕਾਂ ਨੂੰ ਇਸ ਗੱਲ ਦੇ ਲਈ ਉਤਸ਼ਾਹਿਤ ਕਰਦੇ ਆ ਕਿ ਤੁਸੀਂ ਸਾਨੂੰ ਵੋਟ ਪਾਓ, ਅਸੀਂ ਤੁਹਾਡੇ ਇਹਨਾਂ ਮਸਲਿਆਂ ਦੇ ਉੱਤੇ ਖੜਾਂਗੇ ਔਰ ਜਾਂ ਜਿਹੜੀਆਂ ਜ਼ਰੂਰਤਾਂ ਨੇ, ਜਿਹੜੀਆਂ ਲੋਕ ਸਮੱਸਿਆਵਾਂ ਨੇ, ਉਹਨਾਂ ਦੇ ਹੱਲ ਦੇ ਲਈ ਅਸੀਂ ਤੁਹਾਡੇ ਲਈ ਯਤਨਸ਼ੀਲ ਰਹਾਂਗੇ। ਪਰ ਮੇਰੇ ਖਿਆਲ ਦੇ ਅੰਦਰ ਜਦੋਂ ਅਸੀਂ ਜਿੱਤ ਕੇ ਜਾਂਦੇ ਆ, ਭਾਵੇਂ ਕਿਸੇ ਵੀ ਪਾਰਟੀ ਤੋਂ ਕੋਈ ਕਿਉਂ ਨਾ ਆਵੇ, ਕਿਹੜੇ ਵੀ ਸੱਤਾ ਦੇ ਅੰਦਰ ਕਿਉਂ ਨਾ ਆਵੇ, ਇਹ ਬਿਲਕੁਲ ਜ਼ਰੂਰੀ ਹੈ ਕਿ ਜਿਹੜਾ ਅਸੀਂ ਲੋਕਾਂ ਦੇ ਨਾਲ ਵਾਅਦਾ ਕਰਕੇ ਆਉਂਦੇ ਆ ਜਾਂ ਵਾਅਦਾ ਕਰਕੇ ਜਿੱਤ ਕੇ ਆਉਂਦੇ ਆ ਤਾਂ ਫਿਰ ਸਾਨੂੰ ਉਸ ਗੱਲ ਦੇ ਉੱਤੇ ਖੜੇ ਰਹਿਣਾ ਚਾਹੀਦਾ ਹੈ। ਤਾਂ ਹੀ ਅਸੀਂ ਆਪਣੀ ਚੰਗੀ ਭੂਮਿਕਾ, ਇੱਕ ਚੰਗਾ ਕਿਰਦਾਰ ਲੋਕਾਂ ਦੇ ਅੰਦਰ ਦੱਸ ਸਕਦੇ ਹਾਂ ਕਿ ਅਸੀਂ ਤੁਹਾਡੇ ਨਾਲ ਇਹ ਵਾਅਦਾ ਕੀਤਾ ਸੀ, ਜਦੋਂ ਅਸੀਂ ਸੱਤਾ ਦੇ ਵਿੱਚ ਆਏ ਅਸੀਂ ਤੁਹਾਡੀਆਂ ਇਸ਼ਾਵਾਂ ਦੇ ਉੱਤੇ ਖਰੇ ਉਤਰੇ। ਮੈਂ ਸਮਝਦਾ ਕਿ ਇਹ ਲਾਜ਼ਮੀ ਹੋਣਾ ਚਾਹੀਦਾ ਹੈ ਕਿ ਖਰਚਾ ਕਿਸ ਹਿਸਾਬ ਦੇ ਨਾਲ ਕੀਤਾ ਜਾ ਰਿਹਾ ਹੈ ਔਰ ਜਿਹੜੇ ਤੁਸੀਂ ਲੋਕਾਂ ਦੇ ਨਾਲ ਵਾਅਦੇ ਕੀਤੇ ਨੇ, ਇਹ ਪੈਸਾ ਤੁਹਾਡੇ ਕੋਲ ਕਿੱਥੋਂ ਆ ਰਿਹਾ, ਸੋਰਸਸ ਆਫ ਇਨਕਮ ਕੀ ਹੈ, ਤਾਂ ਤੁਹਾਨੂੰ ਉਹ ਲੋਕਾਂ ਦੇ ਸਾਹਮਣੇ ਦੱਸਣਾ ਪਏਗਾ। ਅਗਰ ਅਸੀਂ ਦੱਸਾਂਗੇ, ਹੁਣ ਤੱਕ ਨਹੀਂ ਕਰਦੀਆਂ ਆਈਆਂ ਸਿਆਸੀ ਪਾਰਟੀਆਂ, ਤੁਹਾਨੂੰ ਲੱਗਦਾ ਹੈ? ਮੈਂ ਕਾਂਗਰਸ ਦਾ ਸਪੈਸੀਫਿਕ ਪੁੱਛਦਾ, ਉਸ ਤੋਂ ਬਾਅਦ ਮੈਂ ਬਾਕੀ ਪਾਰਟੀਆਂ ਦਾ ਰੁਖ ਕਰਾਂਗਾ। ਦੇਖੋ ਮੈਂ ਤੁਹਾਡੀ ਗੱਲ ਨੂੰ ਬਿਲਕੁਲ ਸੁਣ ਰਿਹਾ ਔਰ ਮੈਂ ਇਸ ਗੱਲ ਦੇ ਨਾਲ ਸਹਿਮਤ ਵੀ ਹਾਂ ਕਿ ਕਿਤੇ ਨਾ ਕਿਤੇ ਸਾਡੇ ਵਾਅਦਿਆਂ ਦੇ ਅੰਦਰ ਖੜੋਤ ਆਈ ਹੈ। ਸਮਾਜ ਇਸ ਗੱਲ ਦੇ ਲਈ, ਲੋਕ ਇਸ ਗੱਲ ਦੇ ਲਈ ਚਿੰਤਤ ਨੇ ਕਿ ਜਿਹੜੇ ਲੀਡਰ ਸਹਿਬਾਨ ਜਾਂ ਪਾਰਟੀਆਂ ਵਾਅਦੇ ਕਰਕੇ ਜਿੱਤ ਕੇ ਜਾ ਕੇ ਪੰਜਾਬ ਦੀ ਵਿਧਾਨ ਸਭਾ ਜਾਂ ਦੇਸ਼ ਦੀ ਪਾਰਲੀਮੈਂਟ ਦੇ ਉੱਤੇ ਕਬਜ਼ਾ ਕਰਦੀਆਂ ਨੇ, ਉਹਨਾਂ ਨੂੰ ਆਪਣੀ ਗੱਲ ਦੇ ਉੱਤੇ ਖਰਾ ਉਤਰਨਾ ਚਾਹੀਦਾ। ਤਾਂ ਹੀ ਆਉਣ ਵਾਲਾ ਸਮਾਂ, ਆਉਣ ਵਾਲਾ ਸਮਾਜ, ਆਉਣ ਵਾਲੇ ਲੋਕ ਜਿਹੜੇ ਆ ਉਹ ਸਾਡੇ ਤੇ ਵਿਸ਼ਵਾਸ ਕਰਨਗੇ। ਠੀਕ ਹੈ ਸਰ, ਮੈਂ ਤੁਹਾਡੇ ਕੋਲ ਵਾਪਸ ਆਉਂਗਾ। ਮੈਂ ਆਮ ਆਦਮੀ ਪਾਰਟੀ ਦਾ ਰੁਖ ਕਰਦਾ। ਆਰਪੀਐਸ ਮਲਹੋਤਰਾ ਜੀ ਸਾਡੇ ਨਾਲ ਨੇ। ਮਲਹੋਤਰਾ ਸਾਹਿਬ, ਕਿਉਂਕਿ ਮੌਜੂਦਾ ਸਮੇਂ 'ਚ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਤੁਹਾਡੀ ਪਾਰਟੀ ਦੀ ਸਰਕਾਰ ਹੈ, ਬਹੁਤ ਸਾਰੇ ਵਾਅਦੇ ਦਾਅਵੇ ਤੁਸੀਂ ਵੀ ਕੀਤੇ ਹੋਏ ਨੇ। ਦੇਖੋ ਲੋਕ ਵੀ ਪੁੱਛਦੇ ਨੇ, ਵਿਰੋਧੀ ਪਾਰਟੀਆਂ ਵੀ ਪੁੱਛਦੀਆਂ ਨੇ ਕਿ ਜੋ ਤੁਸੀਂ ਵਾਅਦੇ 1000 ਰੁਪਏ ਵਾਲਾ ਹੋਵੇ ਜਾਂ ਫਿਰ ਤੁਸੀਂ ਵਾਅਦਾ 300 ਯੂਨਿਟ ਵਾਲਾ ਹੋਵੇ ਜਾਂ ਕੋਈ ਵੀ ਵਾਅਦਾ ਹੋਵੇ, ਹੁਣ ਤੁਹਾਨੂੰ ਕਮਿਸ਼ਨ ਨੂੰ ਵੀ ਦੱਸਣਾ ਹੋਏਗਾ, ਕਮਿਸ਼ਨ ਦੇ ਜ਼ਰੀਏ ਵੋਟਰਾਂ ਨੂੰ ਦੱਸਣਾ ਹੋਏਗਾ ਕਿ ਜੇਕਰ ਤੁਸੀਂ 5000 ਕਰੋੜ ਦਾ ਕੋਈ ਵਾਅਦਾ ਕਰ ਦਿੱਤਾ ਤਾਂ ਉਸ ਦੇ ਲਈ ਪੈਸਾ ਕਿੱਥੋਂ ਆਏਗਾ? ਤੁਹਾਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਵਾਅਦਿਆਂ ਵਾਲੀ ਲਿਸਟ ਹੈ ਇਹ ਸਕੁਈਜ਼ ਹੋ ਜਾਏਗੀ, ਛੋਟੀ ਕਰਨੀ ਪੈਣੀ ਹੈ? ਦੇਖੋ ਗੌਰਵ ਜੀ, ਤੁਹਾਡੀ ਗੱਲ ਦਾ ਜਵਾਬ ਦੇਣ ਤੋਂ ਪਹਿਲਾਂ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਜੀ ਕਿ ਅੱਜ ਆਪਾਂ ਨੂੰ ਦੇਸ਼ ਵਿੱਚ ਕੁਝ ਬੇਈਮਾਨ ਰਾਜਨੀਤਿਕ ਪਾਰਟੀਆਂ ਜਿਹੜੀਆਂ ਕਿ ਦੇਸ਼ ਦੇ ਆਮ ਲੋਕਾਂ ਨੂੰ ਗਰੀਬ ਰੱਖਣਾ ਚਾਹੁੰਦੀਆਂ ਨੇ,
ਤੇ ਆਪਣੇ ਗਿਣੇ ਚੁਣੇ ਪੂੰਜੀਪਤੀ ਦੋਸਤਾਂ ਨੂੰ ਅਮੀਰ ਬਣਾਉਣਾ ਚਾਹੁੰਦੀਆਂ ਨੇ ਅਤੇ ਦੇਸ਼ ਵਿੱਚ ਲੋਕਤੰਤਰ ਦਾ ਗਲਾ ਦਬਾ ਰਹੀਆਂ ਨੇ। ਔਰ ਜਦੋਂ ਗਰੀਬਾਂ ਨੂੰ ਕੁਝ ਮਿਲਦਾ ਹੈ ਤਾਂ ਉਸ ਨੂੰ ਮੁਫਤ ਦੀਆਂ ਰਿਉੜੀਆਂ ਕਹਿੰਦੀਆਂ ਨੇ। ਉਹਨਾਂ ਦੀਆਂ ਕੁਝ ਚਾਲਾਂ ਆਪਾਂ ਨੂੰ ਦੇਸ਼ ਵਿੱਚ ਦੇਖਣ ਨੂੰ ਮਿਲ ਰਹੀਆਂ ਨੇ। ਠੀਕ ਹੈ। ਬਾਕੀ ਜਿੱਥੇ ਤੱਕ ਇਲੈਕਸ਼ਨ ਕਮਿਸ਼ਨ ਦੇ ਇਸ ਲੈਟਰ ਦਾ ਸਵਾਲ ਹੈਗਾ, ਮੈਂ ਸਮਝਦਾ ਕਿ ਉਹ ਬਿਲਕੁਲ ਠੀਕ ਹੈ, ਕਦਮ ਉਹਨਾਂ ਦਾ ਠੀਕ ਹੈਗਾ, ਪਰ ਇੱਕ ਕਿਧਰੇ ਨਾ ਕਿਧਰੇ ਉਹਨਾਂ ਵੱਲੋਂ ਇੱਕ ਛੋਟੀ ਜੀ ਗਲਤੀ ਕਿਧਰੇ ਰਹਿ ਗਈ ਕਿ ਜਿਹੜੇ ਐਡੀਸ਼ਨਲ ਰਿਸੋਰਸਿਸ ਉਹਨਾਂ ਨੇ ਜਨਰੇਟ ਕਰਨ ਦੀ ਗੱਲ ਕਹੀ ਸੀ, ਉੱਥੇ ਪੁਆਇੰਟ ਨੰਬਰ 8.4 ਜੇ ਤੁਸੀਂ ਟੇਬਲ ਵਿੱਚ ਦੇਖੋ, ਉਹ ਕਹਿੰਦੇ ਜੀ ਅਦਰਸ ਨਾਟ ਕਵਰਡ। ਤੇ ਮੈਂ ਇੱਥੇ ਬੇਨਤੀ ਕਰਨਾ ਚਾਹਾਂਗਾ ਇਲੈਕਸ਼ਨ ਕਮਿਸ਼ਨ ਨੂੰ ਵੀ ਤੇ ਬਾਕੀ ਪਾਰਟੀਆਂ ਨੂੰ ਵੀ ਕਿ ਇੱਥੇ ਇੱਕ ਐਡੀਸ਼ਨਲ ਪੁਆਇੰਟ ਇਮਾਨਦਾਰੀ ਦਾ ਵੀ ਰੱਖ ਲਓ, ਕਿਉਂਕਿ ਬੇਸਿਕਲੀ ਇਹ ਜਿਹੜਾ ਭ੍ਰਸ਼ਟਾਚਾਰ ਹੈ, ਮਾਫੀਆ ਰਾਜ ਹੈ, ਬੇਈਮਾਨੀ ਹੈ ਰਾਜਨੀਤਿਕ ਪਾਰਟੀਆਂ ਦੀ, ਉਹ ਜ਼ਿੰਮੇਵਾਰ ਹੈ ਜਿਸ ਕਰਕੇ ਵਾਅਦੇ ਜਿਹੜੇ ਉਹ ਪੂਰੇ ਨਹੀਂ ਹੁੰਦੇ। ਕਿਸ ਦੇ ਵੱਲ ਇਸ਼ਾਰਾ ਤੁਹਾਡਾ? ਇੱਕ ਇਮਾਨਦਾਰੀ ਦਾ ਪੁਆਇੰਟ ਜਿਹੜਾ ਉਹ ਜ਼ਰੂਰ ਆਣਾ ਚਾਹੀਦਾ ਸੀ। ਕਿਹੜੇ ਪਾਸੇ ਇਸ਼ਾਰਾ ਸਰ, ਖੁੱਲ ਕੇ ਗੱਲ ਕਰੀਏ ਨਾ, ਕਿਉਂਕਿ ਤੁਹਾਡੇ ਉੱਤੇ ਵੀ ਬਹੁਤ ਸਾਰੇ ਇਲਜ਼ਾਮ ਲੱਗਣਗੇ। ਮੈਂ ਇਸ ਕਰਕੇ ਕਹਿੰਦਾ ਖੁੱਲ ਕੇ ਗੱਲ ਕਰੀਏ। ਦੇਸ਼ ਦੇ ਲੋਕ ਜਿਹੜੇ ਨੇ ਗੌਰਵ ਜੀ, ਦੇਸ਼ ਦੇ ਲੋਕ ਜਿਹੜੇ ਨੇ ਉਹ ਰੋਟੀ ਨੂੰ ਚੋਚੀ ਦਾ ਕਹਿੰਦੇ ਨਹੀਂ। ਸਾਰੇ ਹੀ ਸਿਆਣੇ ਨੇ, ਸਾਰੇ ਹੀ ਸਮਝਦੇ ਨੇ ਕਿ ਕਿਹੜੇ ਲੋਕ ਜਿਹੜੇ ਨੇ ਉਹ ਬੇਈਮਾਨ ਨੇ ਔਰ ਦੇਸ਼ ਨੂੰ ਲੁੱਟ ਰਹੇ ਨੇ ਜਾਂ ਕੁਝ ਚੰਦ ਪੂੰਜੀਪਤੀਆਂ ਨੂੰ ਲੁੱਟ ਰਹੇ ਨੇ, ਤੇ ਆਮ ਲੋਕਾਂ ਨੂੰ ਜਦੋਂ ਕੁਝ ਮਿਲਦਾ ਤਾਂ ਉਹਨਾਂ ਨੂੰ ਮੁਫਤ ਦੀਆਂ ਰਿਉੜੀਆਂ ਕਹਿੰਦੇ ਨੇ। ਇਹ ਸਾਰਾ ਕੁਝ ਉਹਨਾਂ ਦਾ ਹੀ ਚਲਾਇਆ ਹੋਇਆ ਹੈਗਾ। ਸੋ ਦੇਸ਼ ਦੇ ਲੋਕ ਇਹ ਸਮਝਦੇ ਨੇ। ਨਹੀਂ ਠੀਕ ਹੈ, ਲੋਕ ਸਮਝਦੇ ਨੇ, ਪਰ ਲੋਕ ਤੁਹਾਡੀ ਜ਼ੁਬਾਨ ਤੋਂ ਵੀ ਸੁਣਨਾ ਚਾਹੁੰਦੇ ਨੇ ਸਰ ਕਿ ਜੇ ਤੁਸੀਂ ਗੱਲ ਕਰ ਰਹੇ ਹੋ ਤਾਂ ਫਿਰ ਗੱਲ ਖੁੱਲ ਕੇ ਕਰੋ ਕਿ ਕਿਹੜੀ ਪਾਰਟੀ ਹੈ। ਇਸ਼ਾਰਾ ਹੀ ਕਾਫੀ ਹੁੰਦਾ ਹੈ ਗੌਰਵ ਜੀ। ਚਲੋ ਕੋਈ ਗੱਲ ਨਹੀਂ, ਮੈਂ ਜੈਬਾਂਸ਼ ਜੀ ਦਾ ਰੁਖ ਕਰਦਾ। ਵੋਟ ਕਰ ਸਕਦੇ ਨੇ ਤਾਂ ਉਹ ਸਮਝਦੇ ਵੀ ਨੇ ਜੀ। ਠੀਕ ਹੈ, ਜੈਬਾਂਸ਼ ਜੀ ਦਾ ਰੁਖ ਕਰਦਾ ਹੈ। ਸਾਡੇ ਨਾਲ ਬੀਜੇਪੀ ਤੋਂ ਜੁੜੇ ਹੋਏ ਨੇ ਜੈਬਾਂਸ਼ ਜੀ। ਮੁਫਤ ਰਿਉੜੀਆਂ ਵਾਲਾ ਤੰਜ ਵੀ ਕੱਸ ਰਹੇ ਨੇ, ਕਹਿੰਦੇ ਇਮਾਨਦਾਰੀ ਵਾਲਾ ਕਲੌਜ਼ ਵੀ ਪਾ ਦੇਵੇ ਇਲੈਕਸ਼ਨ ਕਮਿਸ਼ਨ ਕਿ ਜੇ ਭ੍ਰਿਸ਼ਟਾਚਾਰ ਰੁਕ ਜਾਏ ਤਾਂ ਅੱਧੀਆਂ ਚੀਜ਼ਾਂ ਠੀਕ ਹੋ ਜਾਣੀਆਂ। ਆਮ ਆਦਮੀ ਪਾਰਟੀ ਇਹ ਚੋਣਾਂ ਤੋਂ ਲਗਾਤਾਰ ਇਸ ਦਾ ਜ਼ਿਕਰ ਕਰਦੀ ਆ ਰਹੀ ਹੈ। ਜੈਬੰਸ਼ ਜੀ, ਤੁਹਾਡੀ ਆਵਾਜ਼ ਨਹੀਂ ਆ ਰਹੀ, ਸ਼ਾਇਦ ਤੁਸੀਂ ਮਿਊਟ ਕੀਤਾ ਹੋਇਆ ਸਰ। ਚਲੋ ਮੈਂ ਤੁਹਾਡੇ ਕੋਲ ਵਾਪਸ ਆਵਾਂਗਾ। ਮੈਂ ਇੱਕ ਵਾਰ ਬਰਾੜ ਸਾਹਿਬ ਦਾ ਰੁਖ ਕਰ ਲਵਾਂ, ਫਿਰ ਉਸ ਤੋਂ ਬਾਅਦ ਚਾਵੜਾ ਸਾਹਿਬ ਮੈਂ ਤੁਹਾਡੇ ਕੋਲ ਵੀ ਆਵਾਂਗਾ। ਸਟੂਡੀਓ ਸਾਡੇ ਨਾਲ ਅੱਜ ਮਹਿਮਾਨ ਜੁੜੇ ਹੋਏ ਨੇ। ਚਰਨਜੀਤ ਬਰਾੜ ਜੀ ਸਾਡੇ ਨਾਲ ਜੁੜੇ ਹੋਏ ਨੇ ਸ਼੍ਰੋਮਣੀ ਅਕਾਲੀ ਦਲ ਤੋਂ। ਬਰਾੜ ਸਾਹਿਬ, ਕਿਵੇਂ ਦੇਖਦੇ ਹੋ ਤੁਸੀਂ ਇਸ ਦੇ ਫੈਸਲੇ ਨੂੰ? ਇਲੈਕਸ਼ਨ ਕਮਿਸ਼ਨ ਦੇ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ ਕਿ ਵਾਕਈ ਅੱਜ ਜ਼ਰੂਰਤ ਨਜ਼ਰ ਆਉਂਦੀ ਹੈ ਅਕਾਲੀ ਦਲ ਨੂੰ ਕਿ ਲਗਾਮ ਲੱਗੇ ਫ੍ਰੀ ਵਾਲੇ ਵਾਅਦਿਆਂ ਦੇ ਉੱਤੇ, ਫ੍ਰੀ ਵਾਲੇ ਐਲਾਨਾਂ ਦੇ ਉੱਤੇ? ਨਹੀਂ ਦੇਖੋ, ਇਹ ਜਿਹੜਾ ਭਾਵੇਂ ਕਿਸਾਨੀ ਦੇ ਮੁੱਦੇ ਤੇ ਹੋਵੇ ਤੇ ਭਾਵੇਂ ਕਿਸੇ ਗਰੀਬ ਨੂੰ ਕੋਈ ਸਹੂਲਤ ਦੇਣੀ ਹੋਵੇ, ਇਹਦੇ ਤੇ ਕੋਈ ਪ੍ਰਤੀਬੰਧ ਨਹੀਂ ਲਗਾ ਸਕਦਾ। ਤੇ ਨਾ ਹੀ ਇਲੈਕਸ਼ਨ ਕਮਿਸ਼ਨ ਦੀ ਚਿੱਠੀ, ਜਿੰਨੀ ਕੁ ਮੈਂ ਪੜ੍ਹੀ ਹੈ, ਜਿੰਨੀ ਕੁ ਮੈਨੂੰ ਸਮਝ ਆਈ ਹੈ, ਕੋਈ ਉਹਨਾਂ ਨੇ ਪ੍ਰਤੀਬੰਧ ਲਾਉਣ ਦੀ ਕੋਈ ਗੱਲ ਕੀਤੀ ਹੈ। ਇੱਕ ਮੈਂ ਪਹਿਲਾਂ ਤਾਂ ਬੇਨਤੀ ਕਰਦੇ ਹਾਂ। ਔਰ ਜਿਹੜੀ ਇਸ ਨੋਟਿਸ ਦੇ ਜ਼ਰੀਏ ਉਹਨਾਂ ਨੇ ਖਦਸ਼ਾ ਜ਼ਾਹਰ ਕੀਤਾ ਜਾਂ ਸੁਪਰੀਮ ਕੋਰਟ ਦੇ ਵਿੱਚ ਕੇਸ ਗਏ ਹੈ, ਭਾਵੇਂ ਕਿਸੇ ਖਿੱਤੇ ਨੇ ਭੇਜੇ ਹੋਣ ਜਾਂ ਕਿਸੇ ਖਾਸ ਵਜ੍ਹਾ ਕਰਕੇ ਭੇਜੇ ਹੋਣ, ਮੈਂ ਉਹਦੇ 'ਚ ਨਹੀਂ ਜਾਊਂਗਾ। ਮੈਂ ਇੱਕ ਗੱਲ ਕਹੂੰਗਾ ਕਿ ਸਾਡੀ ਪਾਰਟੀ ਦਾ ਸਟੈਂਡ ਸ਼ੁਰੂ ਤੋਂ ਇਹ ਰਿਹਾ ਹੈ ਕਿ ਜਿਹੜਾ ਇਹ ਚੋਣ ਮੈਨੀਫੈਸਟੋ ਹੈ ਲੀਗਲ ਡਾਕੂਮੈਂਟ ਬਣਨਾ ਚਾਹੀਦਾ। ਇੱਥੋਂ ਤੱਕ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਜਿਹੜੇ ਕਿ ਸਾਡੇ ਉਸ ਵੇਲੇ ਮੁੱਖ ਮੰਤਰੀ ਸੀ, ਉਹਨਾਂ ਨੇ ਨੈਸ਼ਨਲ ਜਿਹੜੀਆਂ ਵੀ ਮੀਟਿੰਗਾਂ ਹੁੰਦੀਆਂ ਸੀ ਨੈਸ਼ਨਲ ਲੈਵਲ ਦੀਆਂ, ਉਹਨਾਂ 'ਚ ਵੀ ਹਮੇਸ਼ਾ ਮੰਗ ਉਠਾਈ ਸੀ ਕਿ ਇਹ ਲੀਗਲ ਡਾਕੂਮੈਂਟ ਬਣਨਾ ਚਾਹੀਦਾ ਕਿ ਜਿਹੜੀਆਂ ਲੋਕਾਂ ਨਾਲ ਵਾਅਦੇ ਕਰਦੇ ਆ ਹਰ ਹਾਲਤ ਹਰੇਕ ਉਹ ਪਾਰਟੀ ਪੂਰੇ ਕਰੇ। ਉਹ ਪੂਰੇ ਕਰਨ ਦੇ ਲਈ ਇਲੈਕਸ਼ਨ ਕਮਿਸ਼ਨ ਨੇ ਜਿਸ ਕਿਸਮ ਦੀਆਂ ਗੱਲਾਂ ਕੀਤੀਆਂ ਕਿ ਵਾਅਦਾ ਜਿਹੜਾ ਹੈਗਾ ਕਿਸ ਲਈ ਕਰ ਰਹੇ ਹੋ, ਕਿੰਨੇ ਲੋਕ ਪ੍ਰਭਾਵਿਤ ਹੋਣਗੇ, ਖਰਚਾ ਕਿੱਥੋਂ ਆਊਗਾ, ਖਰਚਾ ਕਿੰਨਾ ਹੋਵੇਗਾ ਤੇ ਖਰਚਾ ਕਿੱਥੋਂ ਆਵੇਗਾ, ਇਹ ਇੱਕ ਨਵਾਂ ਪੁਆਇੰਟ ਜਿਹੜਾ ਹੈਗਾ ਜੁੜਿਆ। ਕਿਉਂਕਿ ਜੇ ਖਰਚਾ ਜਿੰਨਾ ਸਰਕਾਰ ਦਾ ਬਜਟ ਹੈ, ਜੇ ਐਡੀਸ਼ਨਲ ਸੋਰਸ ਦੀ ਲੋੜ ਹੈ ਤਾਂ ਕੁਦਰਤੀ ਹੈ ਕਿ ਕਿਸੇ ਨਾ ਕਿਸੇ ਖੇਤਰ 'ਚ ਟੈਕਸ ਲੱਗੇਗਾ। ਤੇ ਚੰਗੀ ਗੱਲ ਹੈ ਕਿ ਜਿਹੜੀ ਪਾਰਟੀ ਕਵੇ ਕਿ ਮੈਂ ਫਲਾਣੇ ਖਿੱਤੇ 'ਚ ਟੈਕਸ ਲਾਊਂ ਔਰ ਫਲਾਣੇ ਦੇ ਖਿੱਤੇ ਦੇ ਲੋਕਾਂ ਨੂੰ ਰਿਬੇਟ ਦਿਉ। ਇਸ ਕਰਕੇ ਸਾਡੀ ਪਾਰਟੀ ਦਾ ਸਟੈਂਡ ਅਸੀਂ ਲਿਖਤੀ ਰੂਪ 'ਚ ਵੀ ਇਲੈਕਸ਼ਨ ਕਮਿਸ਼ਨ ਨੂੰ ਕਈ ਵਾਰੀ ਭੇਜਿਆ ਕਿ ਇਹ ਲੀਗਲ ਡਾਕੂਮੈਂਟ ਬਣਨਾ ਚਾਹੀਦਾ ਹੈ। ਅੱਜ ਤੁਹਾਡੇ ਚੈਨਲ ਰਾਹੀਂ ਵੀ ਇਹ ਇੱਕ ਅਪੀਲ ਬੇਨਤੀ ਕਰਦੇ ਹਾਂ ਕਿ ਕਾਗਜ਼ੀ ਪੱਤਰੀ ਨਾ ਰਵੇ, ਹਰ ਪਾਰਟੀ ਉਹਦੇ 'ਚ ਪਾਬੰਦ ਹੋ ਜਾਏ ਕਿ ਜਿਹੜੀ ਵੀ ਵਾਅਦਾ ਕਰਨਾ ਹੈ ਉਹ ਲੀਗਲ ਡਾਕੂਮੈਂਟ ਬਣੇ ਔਰ ਉਹਦੇ 'ਚ ਟਾਈਮਿੰਗ ਵੀ ਤੁਹਾਨੂੰ ਲੱਗ ਰਿਹਾ ਕਿ ਬਹੁਤ ਲੰਬੇ ਵਾਅਦੇ ਹੋ ਰਹੇ ਨੇ। ਕੈਪਟਨ ਸਾਹਿਬ ਤਾਂ 5 ਸਾਲ ਹੀ ਲੰਘਾ ਗਏ, ਕੈਪਟਨ ਸਾਹਿਬ 5 ਸਾਲ ਹੀ ਲੰਘਾ ਗਏ। ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ 1000 ਰੁਪਈਆ ਜਿੱਦਣ 1 ਅਪ੍ਰੈਲ ਚੜ੍ਹ ਗਈ ਡਿੱਗਣ ਲੱਗ ਜੂ। ਗੁਜਰਾਤ ਵਾਲਿਆਂ ਨਾਲ ਨਵੇਂ ਵਾਅਦੇ ਹੋਣੇ ਸ਼ੁਰੂ ਹੋ ਗਏ, ਇੱਥੇ ਮਿਲਿਆ ਨਹੀਂਗਾ। 300 ਯੂਨਿਟ ਦੀਆਂ ਵੀ ਸ਼ਰਤਾਂ ਹਾਲੇ ਫਰੋਲਦੇ ਫਿਰਦੇ ਆ ਲੋਕ, ਕਿੰਨਿਆਂ ਨੂੰ ਮਿਲਦੀਆਂ? ਕਹਿੰਦੇ ਆ ਮੁੱਖ ਮੰਤਰੀ ਸਾਹਿਬ ਕਿ 49 ਲੱਖ ਲੋਕਾਂ ਨੂੰ ਮਿਲ ਗਿਆ। ਮੇਰੀ ਤਾਂ ਬੇਨਤੀ ਹੈ ਕਿ ਆਰਟੀਆਈ ਪਾਈ ਆ, ਉਹਦਾ ਚੇਅਰਮੈਨ ਵੀ ਜਵਾਬ ਦੇਵੇ ਤਾਂ ਕਿ ਪੁਖਤਾ ਹੋ ਜੇ। ਅਸੀਂ ਵੀ ਧੰਨਵਾਦ ਕਰ ਦਾਂਗੇ ਜਿੰਨੇ ਲੋਕਾਂ ਦਾ ਹੋ ਜਾਊਗਾ।
ਇਸ ਕਰਕੇ ਮੈਂ ਸਮਝਦਾ ਕਿ ਚੋਣ ਮੈਨੀਫੈਸਟੋ ਲੀਗਲ ਡਾਕੂਮੈਂਟ ਬਣਨਾ ਚਾਹੀਦਾ ਹੈ। ਔਰ ਜਿਹੜਾ ਇੱਥੇ ਰੰਗਤ ਦਿੱਤੀ ਜਾ ਰਹੀ ਹੈ, ਭਾਵੇਂ ਤਾਂ ਕਿਸੇ ਪਟੀਸ਼ਨ ਕਰਤਾ ਨੇ ਦਿੱਤੀ ਜਾ ਰਹੀ ਹੈ ਤੇ ਭਾਵੇਂ ਆਮ ਆਦਮੀ ਪਾਰਟੀ ਵੱਲੋਂ ਦਿੱਤੀ ਜਾ ਰਹੀ ਹੈ, ਉਹ ਵੀ ਇੱਕ ਡਿਬੇਟ ਦਾ ਵਿਸ਼ਾ ਹੈ ਕਿ ਵੱਡੇ ਲੋਕਾਂ ਦੇ ਕਰਜ਼ੇ ਮਾਫ ਕਰਨ ਦੀ ਬਜਾਏ ਕਿਸੇ ਗਰੀਬ ਦਾ ਫਾਇਦਾ ਹੋਣਾ ਚਾਹੀਦਾ ਹੈ। ਇਹ ਹਾਮੀਦਾਰ ਅਸੀਂ ਤੇ ਇਸ ਨੂੰ ਕੋਈ ਫ੍ਰੀ ਬਿਜੀ ਹੋਵੇ ਜਾਂ ਕੋਈ ਆਟਾ ਦਾਲ ਹੋਵੇ ਜਾਂ ਦੂਜਾ ਕੋਈ ਬੰਦ ਕਰਨ ਵਾਲੀ ਸਮੱਸਿਆ ਵਾਲੇ ਪਾਸੇ ਨਹੀਂ। ਗੱਲ ਇਹ ਹੈ ਕਿ ਡਾਕੂਮੈਂਟ ਜਿਹੜਾ ਹੈਗਾ ਮੈਨੀਫੈਸਟੋ ਲੀਗਲ ਹੋਣਾ ਚਾਹੀਦਾ ਤਾਂ ਕਿ ਪਾਰਟੀ ਪਾਬੰਦ ਹੋਵੇ ਕਿਹੜੇ ਸਮੇਂ ਤੇ ਕਿਹੜੀ ਚੀਜ਼। ਠੀਕ ਹੈ ਬਰਾੜ ਸਾਹਿਬ, ਮੈਂ ਤੁਹਾਡੇ ਕੋਲ ਵਾਪਸ ਆਉਂਗਾ। ਮੈਂ ਇੱਕ ਵਾਰੀ ਸਭ ਦਾ ਰਿਐਕਸ਼ਨ ਲੈਣਾ, ਉਸ ਤੋਂ ਬਾਅਦ ਮੈਂ ਇਸ ਚਰਚਾ ਨੂੰ ਅੱਗੇ ਵਧਾਉਣਾ। ਮੈਂ ਰੁਕ ਕਰਦਾ ਜੈਬਾਂਸ਼ ਜੀ ਦਾ। ਜੈਬਾਂਸ਼ ਜੀ, ਮੇਰੀ ਆਵਾਜ਼ ਆ ਰਹੀ ਹੋਏਗੀ, ਹੋਪਫੁਲੀ ਤੁਹਾਡੀ ਵੀ ਆਵਾਜ਼ ਆਏਗੀ, ਤੁਸੀਂ ਆਪਣੀ ਗੱਲ ਰੱਖ ਸਕਦੇ ਹੋ। ਥੈਂਕ ਯੂ ਗੌਰਵ ਜੀ। ਹੁਣ ਮੇਰਾ ਖਿਆਲ ਮੇਰੀ ਆਵਾਜ਼ ਤੇ ਤੁਹਾਨੂੰ ਆ ਰਹੀ ਹੈ, ਆ ਰਹੀ ਹੈ, ਕਲੀਅਰ ਆਵਾਜ਼ ਆ ਰਹੀ ਹੈ। ਪ੍ਰਵਕਤਾ ਦੀ ਆਵਾਜ਼ ਨਹੀਂ ਆ ਰਹੀ ਹੈ ਜੀ, ਤੁਹਾਡੀ ਆਵਾਜ਼ ਆ ਰਹੀ ਹੈ। ਓਕੇ, ਥੈਂਕ ਯੂ। ਪਰ ਮੈਨੂੰ ਬਾਕੀ ਪ੍ਰਵਕਤਾ ਦੀ ਆਵਾਜ਼ ਨਹੀਂ ਆ ਰਹੀ, ਉਹਨਾਂ ਨੂੰ ਕਹੋ ਪਿੱਛੋਂ ਦੀ ਕੁਝ ਕਰ ਦੇਣ। ਠੀਕ ਹੈ। ਸੋ ਮੈਂ ਸਿਰਫ ਉੱਥੋਂ ਤੱਕ ਸੁਣਿਆ ਸੀ ਜੋ ਮਲਹੋਤਰਾ ਸਾਹਿਬ ਨੇ ਕਿਹਾ ਜੀ, ਤੇ ਮੈਂ ਇਹ ਕਹਿ ਰਿਹਾ ਸੀਗਾ ਕਿ ਅੱਜ ਕੱਲ ਆਮ ਆਦਮੀ ਪਾਰਟੀ ਦੇ ਪ੍ਰਵਕਤਾ ਜ਼ਿਆਦਾ ਕਰਤੇ ਡਿਬੇਟ 'ਚ ਆਉਂਦੇ ਨਹੀਂ। ਉਹਨਾਂ ਨੂੰ ਪਤਾ ਹੁੰਦਾ ਹੈ ਕਿ ਡਿਬੇਟ 'ਚ ਕਾਫੀ ਬੁਰੀ ਤਰ੍ਹਾਂ ਨਾਲ ਉਹ ਫੰਡੇ ਜਾਣਗੇ ਤੇ ਐਸੀਆਂ ਜਿਹੜੀਆਂ ਡਿਬੇਟਸ ਨੇ ਉਹਦੇ 'ਚ ਆ ਕੇ ਤੇ ਤੁਹਾਡੇ ਚੈਨਲਸ ਨੂੰ ਯੂਜ਼ ਕਰਦੇ ਨੇ ਆਪਣਾ ਪ੍ਰਚਾਰ ਕਰਨ ਵਾਸਤੇ। ਜੋ ਇਹ ਪੰਜਾਬ ਦੀ ਉਹ ਗੁਜਰਾਤ ਦੀ ਇਲੈਕਸ਼ਨ ਹੈ ਉਹਦੇ ਵਾਸਤੇ ਦੂਸਰਿਆਂ ਨੂੰ ਭ੍ਰਸ਼ਟਾਚਾਰ ਬੁਲਾਣਾ, ਬੇਈਮਾਨ ਬੁਲਾਣਾ, ਇਹ ਬੜੇ ਮੇਰੇ ਹਿਸਾਬ ਦੇ ਨਾਲ ਬੜੀ ਲੋ ਲੈਵਲ ਆਫ ਡਿਬੇਟਿੰਗ ਹੈਗੀ ਹੈ। ਤੇ ਇੱਕ ਰੂਲਿੰਗ ਪਾਰਟੀ ਨੂੰ ਇਹਨਾਂ ਚੀਜ਼ਾਂ ਦੇ ਵਿੱਚ ਨਹੀਂ ਆਪਣੇ ਆਪ ਨੂੰ ਪਾਣਾ ਚਾਹੀਦਾ। ਹੁਣ ਉਹ ਸੱਤਾ 'ਚ ਨੇ ਤੇ ਉਹਨਾਂ ਨੂੰ ਕੋਈ ਚੰਗੀ ਗੱਲ ਕਰਨੀ ਚਾਹੀਦੀ ਹੈ। ਸੋ ਤੁਹਾਡੇ ਪੁਆਇੰਟ ਦੇ ਉੱਤੇ ਮੈਂ ਆਵਾਂ ਕਿ ਦੇਖੋ ਇਲੈਕਸ਼ਨਸ ਜਿਹੜੀਆਂ ਨੇ, ਪਹਿਲੀ ਗੱਲ ਤੇ ਮੈਂ ਇਲੈਕਸ਼ਨ ਕਮਿਸ਼ਨ ਦੇ ਇਸ ਲੈਟਰ ਦੀ ਨੂੰ ਵੈਲਕਮ ਕਰਨਾ ਵਾ। ਇਹਦੀ ਬਹੁਤ ਜ਼ਰੂਰਤ ਸੀਗੀ ਤੇ 2013 ਤੋਂ ਇਹ ਕੰਮ ਸ਼ੁਰੂ ਹੋਇਆ ਤੇ ਹੁਣ ਜਾ ਕੇ ਕਿਤੇ ਅੰਜਾਮ ਆਇਆ ਹੈ। ਤੇ ਇਹਦੇ ਵਿੱਚ ਜਿਹੜੇ 2-3 ਪੁਆਇੰਟਸ ਨੇ, ਵੇਜ਼ ਐਂਡ ਮੀਨਸ ਆਫ ਰੇਜ਼ਿੰਗ ਰਿਸੋਰਸਸ, ਇਨਕਰੀਜ਼ ਇਨ ਟੈਕਸ ਐਂਡ ਐਡੀਸ਼ਨਲ ਬੋਰੋਇੰਗ, ਇਹਦੇ ਬਾਰੇ ਤੇ ਜ਼ਿਆਦਾ ਗੱਲ ਹੋਣੀ ਚਾਹੀਦੀ ਹੈ। ਕਿਉਂਕਿ ਬੋਰੋਇੰਗ ਤੇ ਹੁਣ ਦੇਖੋ ਇਸ ਵੇਲੇ ਜਿਸ ਹਿਸਾਬ ਦੇ ਨਾਲ ਬੋਰੋਇੰਗ ਕਰ ਰਹੀ ਹੈ ਆਮ ਆਦਮੀ ਪਾਰਟੀ, ਤੇ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਸਾਰਾ ਦੇ ਦੇਵਾਂਗੇ, ਕੀ ਕਹਿੰਦੇ ਨੇ, ਕਰਜ਼ਾ ਪੂਰਾ ਠੀਕ ਕਰ ਦੇਵਾਂਗੇ, ਤੇ ਉਹਨਾਂ ਦੀ ਬੋਰੋਇੰਗ ਤੇ ਬਹੁਤ ਡੈਸਪਰੇਟ ਲੈਵਲਸ ਦੇ ਉੱਤੇ ਚੱਲ ਰਹੀ ਹੈ। ਤੇ ਨਾਲ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਇਹਦੇ ਵਿੱਚ ਇੱਕ ਹੋਰ ਅਗਰ ਸਿਸਟਮ ਪਾਏ ਇਲੈਕਸ਼ਨ ਕਮਿਸ਼ਨ ਕਿ 1 ਜਾਂ 1.5 ਸਾਲ ਦੇ ਬਾਅਦ ਇੱਕ ਰੀਅਸੈਸਮੈਂਟ ਕੀਤੀ ਜਾਏ ਕਿ ਜਿਹੜੇ ਵਾਅਦੇ ਕੀਤੇ ਸੀਗੇ ਉਹ ਉਹਨਾਂ ਨੇ ਪੂਰੇ ਕਿਸੇ ਨੇ ਕੀਤੇ ਨੇ ਕਿ ਨਹੀਂ ਕੀਤੇ ਨੇ, ਤੇ ਜਿਹਨੇ ਨਾ ਕੀਤੇ ਹੋਏ ਉਹਦੇ ਉੱਤੇ ਪੈਨਲਟੀ ਹੋਏ, ਤੇ ਮਿਡ ਟਰਮ ਸਰਵੇ ਦੇ ਬਾਅਦ ਅਗਰ ਰੀ-ਇਲੈਕਸ਼ਨ ਦੇ ਵਾਸਤੇ ਜਾਣਾ ਪਏ ਤੇ ਮੇਰਾ ਖਿਆਲ ਉਹ ਵੀ ਹੋਣਾ ਚਾਹੀਦਾ ਹੈ। ਹੁਣ ਇੱਥੇ ਮੈਂ ਤੁਹਾਨੂੰ ਇਹ ਵੀ ਰਿਮਾਈਂਡ ਕਰਾ ਦੇਵਾਂ ਕਿ ਆਮ ਆਦਮੀ ਪਾਰਟੀ ਨੇ ਕਿਹੜੇ ਬਹੁਤ ਸਾਰੇ ਵਾਅਦੇ ਕੀਤੇ ਸੀ। 1000 ਰੁਪੀਜ਼ ਫ੍ਰੀ ਇਲੈਕਟ੍ਰਿਸਿਟੀ, ਮਾਡਲ ਐਜੂਕੇਸ਼ਨ, ਬੀਜੇਪੀ ਨੇ ਸਿਰਫ 4-5 ਚੀਜ਼ਾਂ ਕਹੀਆਂ ਸੀਗੀਆਂ ਉਸ ਵੇਲੇ, ਤੇ ਸਾਰੀਆਂ ਇਸ਼ੂ ਬੇਸਡ ਨੇ। ਅਸੀਂ ਫ੍ਰੀ ਬੀਜ ਕਲਚਰ ਦੇ ਖਿਲਾਫ ਪੰਜਾਬ ਦੇ ਵਿੱਚ ਬਹੁਤ ਵੱਡੀ ਆਵਾਜ਼ ਉਠਾਈ ਸੀਗੀ ਕੈਂਪੇਨ ਦੇ ਵਿੱਚ। ਅਸੀਂ ਕਿਹਾ ਸੀਗਾ ਕਿ ਅਸੀਂ ਸਿਕਿਉਰਿਟੀ, ਇੰਪਲੋਇਮੈਂਟ, ਹੈਲਥ, ਐਜੂਕੇਸ਼ਨ ਐਂਡ ਕਮਿਊਨਿਟੀ ਦੇ ਵਿੱਚ ਜਿਹੜਾ ਇੰਟਰ ਕਮਿਊਨਿਟੀ ਭਾਈਚਾਰਾ ਹੈ ਉਹਨੂੰ ਮੇਨਟੇਨ ਕਰਨਾ ਸਾਡਾ ਮੈਨੀਫੈਸਟੋ 'ਚ ਸੀਗਾ। ਪਰ ਜਿਹੜੀ ਪਾਰਟੀ ਹੁਣ ਰੂਲਿੰਗ ਦੇ ਵਾਸਤੇ ਆਈ ਹੈ ਤਾਂ ਤੁਸੀਂ ਦੇਖਿਆ ਕਿਹੜੇ ਤਰੀਕੇ ਦੇ ਨਾਲ ਉਹਨਾਂ ਨੇ ਖੁੱਲੇ ਦਿਲ ਦੇ ਨਾਲ ਫ੍ਰੀ ਬੀਜ ਦਿੱਤੀਆਂ, ਤੇ ਹੁਣ ਕੀ ਹਾਲ ਹੈ ਪੰਜਾਬ ਦਾ ਇਹ ਸਾਰਿਆਂ ਨੂੰ ਪਤਾ ਹੈ। ਮੈਂ ਇਹਦੂ ਜ਼ਿਆਦਾ ਉਹਦੇ ਬਾਰੇ 'ਚ ਗੱਲ ਨਹੀਂ ਕਰਨਾ ਚਾਹੁੰਦਾ। ਤੇ ਬਾਕੀ ਮੇਰੇ ਖਿਆਲ ਦੇ ਨਾਲ ਇਹ ਜੋ ਕਰ ਰਹੀ ਹੈ ਸਾਡੀ ਇਲੈਕਸ਼ਨ ਕਮਿਸ਼ਨ, ਆਟੋਨੋਮਸ ਬੋਡੀ ਹੈਗੀ ਹੈ, ਉਹਨੇ ਬੜਾ ਸੋਚ ਸਮਝ ਕੇ ਲੈਟਰ ਕੱਢਿਆ ਹੈ। ਸਾਰੀ ਪਾਰਟੀਆਂ ਨੂੰ ਇਹਦੇ ਉੱਤੇ ਪੋਜ਼ਿਟਿਵਲੀ ਰਿਸਪੌਂਸ ਕਰਨਾ ਚਾਹੀਦਾ। ਚਲੋ ਹੋਪਫੁਲੀ ਸਰ ਉਸ ਦੇ ਉੱਪਰ ਉਸੇ ਤਰੀਕੇ ਨਾਲ ਰਿਸਪੌਂਡ ਵੀ ਹੋਏਗਾ। ਮੈਂ ਛਾਬੜਾ ਜੀ ਦਾ ਰੁਖ ਕਰਦਾ। ਛਾਬੜਾ ਜੀ, ਤੁਹਾਨੂੰ ਲੱਗ ਰਿਹਾ ਕਿ ਲੀਗਲ ਡਾਕੂਮੈਂਟ ਬਣ ਜਾਏਗਾ ਜਿਸ ਦਾ ਬਹੁਤ ਚਰਚਾ ਹੁੰਦੀ ਹੈ, ਖਾਸ ਤੌਰ ਤੇ ਇਲੈਕਸ਼ਨ ਤੋਂ ਪਹਿਲਾਂ 6-8 ਮਹੀਨੇ ਸ਼ੁਰੂ ਹੋ ਜਾਂਦਾ ਕੰਮ ਕਿ ਜਿਹੜਾ ਮੈਨੀਫੈਸਟੋ ਆਏਗਾ ਉਹ ਲੀਗਲ ਡਾਕੂਮੈਂਟ ਹੋਣਾ ਚਾਹੀਦਾ, ਮੰਗ ਹੋਣ ਲੱਗ ਜਾਂਦੀ ਹੈ, ਹੁੰਦਾ ਕੁਝ ਨਹੀਂ। ਕੀ ਇਲੈਕਸ਼ਨ ਕਮਿਸ਼ਨ ਦੇ ਇਸ ਲੈਟਰ ਦੇ ਨਾਲ ਜਾਂ ਨਵੀਆਂ ਗਾਈਡਲਾਈਨਸ ਦੇ ਨਾਲ ਲੀਗਲ ਡਾਕੂਮੈਂਟ ਵਾਲੇ ਪਾਸੇ ਕਦਮ ਵੱਧ ਰਹੇ ਨੇ? ਜੀ ਬਿਲਕੁਲ। ਪਹਿਲਾਂ ਤਾਂ ਮੈਂ ਇਸ ਚੀਜ਼ ਦੀ ਬੜੀ ਪਹਿਲਾਂ ਹੀ ਜ਼ਰੂਰਤ ਸੀ ਜਿਹੜੀ ਚੁਣਾਵ ਆਯੋਗ ਨੇ ਹੁਣ ਕੀਤੀ ਹੈ ਜੀ। ਔਰ ਸਭ ਤੋਂ ਵੱਡੀ ਗੱਲ ਹੈ ਜਿਹੜੀ 19 ਅਕਤੂਬਰ ਜਿਹੜੀ ਹੈ ਡੈਡਲਾਈਨ ਦਿੱਤੀ ਹੈ ਵੀ ਅਗਰ 19 ਅਕਤੂਬਰ ਤੱਕ ਪਾਰਟੀਆਂ ਆਦਾ ਪੱਖ ਨਾ ਰੱਖ ਸਕੀਆਂ, ਇਹਨਾਂ ਚੀਜ਼ਾਂ ਦਾ ਜਵਾਬ, ਬੜੇ ਅੱਛੇ ਸਵਾਲ ਹੈ ਚੁਣਾਵ ਆਯੋਗ ਦੇ, ਕੋਈ ਕਿਸੇ ਤਰ੍ਹਾਂ ਦੇ ਉਹਦੇ ਵਿੱਚ ਇਹੋ ਜੀ ਗੱਲ ਨਹੀਂ ਹੈ ਕਿ ਚੁਣਾਵ ਆਯੋਗ ਨੇ ਕੋਈ ਇੱਕ ਪਾਸਾ ਵੇਖਿਆ ਹੋਵੇ। ਚੁਣਾਵ ਆਯੋਗ ਦੇ ਸਵਾਲਾਂ ਦਾ ਅਗਰ 19 ਅਕਤੂਬਰ ਤੱਕ ਪਾਰਟੀਆਂ, ਰਾਜਨੀਤਿਕ ਦਲ ਜਵਾਬ ਨਹੀਂ ਦਿੰਦੇ ਤਾਂ ਇਹਨੂੰ ਇੱਕ ਲੀਗਲ ਡਾਕੂਮੈਂਟ ਸਮਝਿਆ ਜਾਵੇ ਔਰ ਇਹ ਚੀਜ਼ਾਂ ਲਾਗੂ ਹੋ ਜਾਣਗੀਆਂ। ਦੂਸਰੀ ਗੱਲ ਜਿਹੜੀ ਤੁਸੀਂ ਕਰ ਰਹੇ ਹੋ
ਕਿ ਇਹ ਜਿਹੜਾ ਸਾਡਾ ਚੋਣ ਮਨੋਰਥ ਚੋਣ ਫੈਸਟੀਵਲ ਮੈਨੀਫੈਸਟੋ ਹੈ ਜੀ, ਉਹ ਲੀਗਲ ਡਾਕੂਮੈਂਟ ਵੱਲੇ ਵੱਧ ਰਿਹਾ, ਬਿਲਕੁਲ ਵੱਧ ਰਿਹਾ ਔਰ ਵਧਣਾ ਚਾਹੀਦਾ ਔਰ ਹੋਣਾ ਚਾਹੀਦਾ। ਅਕਾਲੀ ਦਲ ਦੀ ਡਿਮਾਂਡ ਸੀ ਔਰ ਇਹਨਾਂ ਨੇ ਕਾਫੀ ਉਸ ਚੀਜ਼ ਦੇ ਉੱਤੇ ਪਾਇਆ ਵੀ ਸੀ ਜ਼ੋਰ। ਔਰ ਅਗਰ ਕਿਤੇ ਇਹ ਹੋ ਜਾਂਦਾ ਹੈ ਤਾਂ ਉਹਦੇ ਨਾਲ ਬੜੀ ਵੱਡੀ ਜਵਾਬਦੇਹੀ ਪਾਰਟੀਆਂ ਦੀ ਬਣਦੀ ਹੈ ਅਗਰ ਉਹ ਸਰਕਾਰ ਦੇ ਵਿੱਚ ਆ ਜਾਂਦੀਆਂ ਨੇ। ਠੀਕ ਹੈ। ਤੇ ਦੂਸਰੀ ਗੱਲ ਮੈਂ ਇੱਕ ਗੱਲ ਹੋਰ ਕਹਿਣੀ ਚਾਹੂੰਗਾ, ਜਿਹੜੀਆਂ ਇਹ ਫ੍ਰੀ ਬੀਜ਼ ਹੈ ਨਾ, ਕਿਤੇ ਨਾ ਕਿਤੇ ਇਹਦਾ ਅਸਰ ਸਿਰਫ ਇੱਕ ਵਰਗ ਤੇ ਪੈਂਦਾ ਹੈ। ਦੇਖੋ ਇਹਦਾ ਫਾਇਦਾ ਤਾਂ ਪਤਾ ਨਹੀਂ ਕਿੰਨੇ ਕੁ ਲੋਕਾਂ ਨੂੰ ਮਿਲਦਾ ਹੈ ਜਾਂ ਨਹੀਂ ਮਿਲਦਾ, ਜਾਂ ਕਿੰਨੀ ਦੇਰ ਬਾਅਦ ਸਰਕਾਰ ਬਣਨ ਤੋਂ ਬਾਅਦ ਮਿਲਦਾ ਹੈ, ਇਹ ਸਾਰੀਆਂ ਚੀਜ਼ਾਂ ਨੋਟ ਕਰ। ਲੇਕਿਨ ਇਹਦਾ ਸਾਰਾ ਜਿਹੜਾ ਬੋਝ ਹੈ ਉਹ ਪੈਂਦਾ ਹੈ ਟੈਕਸ ਪੇਅਰ ਦੇ ਉੱਪਰ। ਔਰ ਟੈਕਸ ਪੇਅਰ ਦੇ ਵਿੱਚ ਕੌਣ ਲੋਕ ਆ ਜਾਂਦੇ ਆ? ਇੰਡਸਟਰੀਅਲਿਸਟ ਆ ਜਾਂਦੇ ਆ, ਸ਼ੌਪਕੀਪਰ ਆ ਜਾਂਦੇ ਆ, ਜਾਂ ਜਿਹੜੇ ਟੈਕਸ ਪੇਅਰ ਦੇ ਵਿੱਚ ਤਾਂ ਸਾਰੇ ਆ ਗਏ। EMPLOYEES ਜ਼ਿਆਦਾਤਰ ਇੱਕ ਸਾਬਣ ਦੀ ਟਿੱਕੀ ਖਰੀਦਣ ਜਾਵਾਂ GST ਦੇਣਾ ਟੈਕਸ ਪੇਅਰ। ਜ਼ਿਆਦਾਤਰ ਜਿਹੜੇ ਲੋਕ ਆ ਜਾਂਦੇ, ਮੈਂ ਉਹਨਾਂ ਦੀ ਗੱਲ ਕਰ ਰਿਹਾ। ਬਾਕੀ ਤਾਂ ਹਰ ਚੀਜ਼ ਦੇ ਉੱਪਰ, ਹਰ ਛੋਟੇ ਤੋਂ ਛੋਟਾ ਰੇਹੜੀ ਰਿਕਸ਼ੇ ਵਾਲਾ ਵੀ ਟੈਕਸ ਪੇਅਰ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ। ਤੇ ਇਹ ਜਿਹੜੀਆਂ ਚੀਜ਼ਾਂ ਨੇ ਨਾ, ਇਹ ਉਹਨਾਂ ਦੇ ਉੱਪਰ ਫਰਕ ਪੈਂਦਾ। ਲੇਕਿਨ ਅਸੀਂ ਇਹ ਚੀਜ਼ ਨਹੀਂ ਦੇਖਦੇ ਕਿ ਇਹਦਾ ਬੈਨੀਫਿਟ ਉਸ ਕੈਟੇਗਰੀ ਨੂੰ ਮਿਲ ਰਿਹਾ। ਅਸੀਂ ਇੱਕ ਚੀਜ਼ ਵੇਖ ਲੈਣਾ ਵੀ ਇਹ ਉਦਯੋਗਪਤੀ ਹੈ, ਜਨਰਲ ਕੈਟੇਗਰੀ ਦਾ ਹੈ, ਲੇਕਿਨ ਉਹ ਫ੍ਰੀ ਬੀਜ਼ ਦੇ ਵਿੱਚ ਉਹਨਾਂ ਨੂੰ ਕਾਊਂਟ ਨਹੀਂ ਕੀਤਾ ਜਾਂਦਾ ਜਿਹੜੇ ਜਿਨ੍ਹਾਂ ਦੀ ਬਹੁਤ ਵੱਡੇ 80% ਤੋਂ ਉੱਪਰ ਲੋਕ ਹੈ ਜਿਹੜੇ ਉਹ ਗਰੀਬੀ ਦੀ ਰੇਖਾ ਦੇ ਅੰਦਰ ਆਉਂਦੇ ਜਾਂ ਉਸ ਤੋਂ ਨੀਚੇ ਆਉਂਦੇ ਆ। ਸੋ ਇਹ ਚੀਜ਼ਾਂ ਦਾ ਜਿਹੜਾ ਹੈ ਨਾ, ਇਹ ਪਾਰਟੀਆਂ ਨੂੰ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਸਕੀਮਾਂ ਦਾ ਸਿੱਧੇ ਤੌਰ ਦੇ ਉੱਤੇ ਉਹਨਾਂ ਨੂੰ ਫਾਇਦਾ ਨਹੀਂ ਹੁੰਦਾ ਜਿਨ੍ਹਾਂ ਨੂੰ ਹੋਣਾ ਚਾਹੀਦਾ, ਜਾਂ ਘੱਟ ਹੁੰਦਾ? ਮੈਂ ਦੇਖੋ ਹਰਿਆਣਾ ਸਰਕਾਰ ਨੇ ਪਿੱਛੇ ਜੇ ਇੱਕ ਗੱਲ ਕੀਤੀ ਸੀ, ਮੈਨੂੰ ਬੜੀ ਵਧੀਆ ਲੱਗੀ ਕਿ ਸਰਕਾਰ ਦੀਆਂ ਸੁਵਿਧਾਵਾਂ ਦਾ ਉਸ ਬੰਦੇ ਨੂੰ, ਹਰ ਬੰਦੇ ਨੂੰ ਫਾਇਦਾ ਮਿਲੇਗਾ ਜਿਹੜਾ ਬੰਦੇ ਦੇ ਸੋਰਸ ਆਫ ਇਨਕਮ ਘੱਟ ਨੇ। ਉਹਨੂੰ ਕਿਸੇ ਜਾਤੀਵਾਦ ਤੋਂ ਨਹੀਂ ਜੋੜਿਆ ਸੀ ਉਹਨਾਂ ਨੇ, ਉਸ ਚੀਜ਼ ਨਾਲ ਨਹੀਂ ਜੋੜਿਆ ਸੀ। ਔਰ ਇਹੋ ਜੀ ਚੀਜ਼ ਕਿਤੇ ਅਗਰ ਹੋ ਜਾਂਦੀ ਹੈ ਨਾ, ਇਹ ਬਹੁਤ ਵਧੀਆ ਗੱਲ ਹੋਏਗੀ। ਔਰ ਦੇਖੋ ਇੱਕ ਗੱਲ ਹੋਰ ਗੌਰਵ ਜੀ, ਇੱਕ ਸਕਿੰਟ ਦੇ ਵਿੱਚ ਗੱਲ ਖਤਮ ਕਰਾਂਗਾ। ਦਿੱਲੀ ਸਰਕਾਰ ਨੇ ਇੱਕ ਘੋਸ਼ਣਾ ਕੀਤੀ ਸੀ ਕਿ ਲੇਡੀਜ਼ ਨੂੰ ਬੱਸਾਂ ਦੇ ਵਿੱਚ ਫ੍ਰੀ ਯਾਤਰਾ ਦਿੱਤੀ ਜਾਏਗੀ। ਬੜੀ ਅੱਛੀ ਗੱਲ ਹੈ, ਚਲੋ ਉਹਨਾਂ ਨੇ ਦਿੱਤੀ। ਔਰ ਉਸ ਤੋਂ ਬਾਅਦ ਤੁਸੀਂ ਦੇਖੋ ਆਈਫੋਨ ਲੱਖ 1.5 ਲੱਖ ਦਾ ਹੱਥ 'ਚ ਹੁੰਦਾ ਔਰ ਬੱਸ ਦੇ ਵਿੱਚ ਸਰਵਿਸ ਫ੍ਰੀ ਹੈ। ਪੰਜਾਬ 'ਚ ਵੀ ਹੈ ਸਰ, ਉਹ ਪੰਜਾਬ 'ਚ ਵੀ ਫ੍ਰੀ ਹੈ ਸਰਕਾਰੀ ਬੱਸਾਂ। ਤੇ ਉਹੀ ਚੀਜ਼ ਹੈ ਨਾ, ਲੇਕਿਨ ਪੰਜਾਬ ਦੇ ਵਿੱਚ ਥੋੜਾ ਜਿਹਾ ਗ੍ਰਾਮੀਣ ਖੇਤਰ ਹੈ ਔਰ ਉੱਥੇ ਜ਼ਰੂਰਤਮੰਦ ਲੋਕ ਜਾਂਦੇ ਆ, ਉੱਥੇ ਨਹੀਂ ਜਾਂਦੇ। ਲੇਕਿਨ ਦਿੱਲੀ ਦੇ ਵਿੱਚ ਇਹ ਚੀਜ਼ ਦੇਖਣ ਨੂੰ ਮਿਲੀ ਹੈ ਕਿ ਇੰਨੇ ਮਹਿੰਗੀ ਲਗਜ਼ਰੀ ਯੂਜ਼ ਕਰਦੇ ਹੋਏ ਲੋਕ ਵੀ ਜਿਹੜੇ ਹੈ ਨਾ, ਟਿਕਟ ਜਿਹੜੀ ਹੈ 10 ਰੁਪਏ ਦੀ ਉਹ ਲੈਣ ਲੱਗੇ, ਕਿਤੇ ਨਾ ਕਿਤੇ ਦਿੱਕਤ ਹੁੰਦੀ ਹੈ। ਸੋ ਤੁਸੀਂ ਇਹਨੂੰ ਫ੍ਰੀ ਬੀਜ਼ ਮੰਨਦੇ ਹੋ? ਆਮ ਆਦਮੀ ਪਾਰਟੀ ਇਸ ਨੂੰ ਮੰਨਦੀ ਹੈ ਕਿ ਲੋਕਾਂ ਦਾ ਪੈਸਾ ਲੋਕਾਂ ਦੇ ਲਈ ਇਸਤੇਮਾਲ ਹੋ ਰਿਹਾ, ਫ੍ਰੀ ਬੀਜ਼ ਕਿੱਥੋਂ ਹੋ ਗਿਆ? ਨਹੀਂ, ਦੇਖੋ ਗੱਲ ਸੁਣੋ, ਪਤਾ ਕੀ ਹੈ ਜੀ, ਫ੍ਰੀ ਬੀਜ਼ ਕਿਸੇ ਵੀ ਚੀਜ਼ ਦੀ ਜਿਹੜੀ ਮੁਫਤ ਵਰੀ ਹੈ ਨਾ ਜੀ, ਉਹ ਕਦੇ ਨਾ ਕਦੇ ਤੁਹਾਨੂੰ ਬਹੁਤ ਮਹਿੰਗੀ ਪੈਂਦੀ ਹੈ। ਇਸ ਚੀਜ਼ ਦਾ ਸਾਨੂੰ ਧਿਆਨ ਰੱਖਣਾ ਹੋਏਗਾ। ਔਰ ਇਲੈਕਸ਼ਨ ਕਮਿਸ਼ਨ ਨੇ ਜਿਹੜਾ ਇਹ ਵਾਲਾ ਫੈਸਲਾ ਕੀਤਾ, ਮੈਨੂੰ ਬੜੀ ਖੁਸ਼ੀ ਹੋਈ ਹੈ ਇਸ ਚੀਜ਼ ਦੇ ਨਾਲ ਵੀ ਇਹਦਾ ਜਿਹੜੇ ਹੈ ਨਾ ਕੁਝ ਦਾਇਰੇ, ਜਿਹੜੇ ਲੀਗਲ ਡਾਕੂਮੈਂਟਸ ਬਣਨ ਔਰ ਜਿਹੜੀ ਸਾਰੀਆਂ ਚੀਜ਼ਾਂ ਨੇ ਇਹਨਾਂ ਦੇ ਉੱਤੇ ਪੂਰੀ ਤਰ੍ਹਾਂ ਪਾਬੰਦੀ ਲੱਗੇ ਔਰ ਇਸ ਚੀਜ਼ ਦੇ ਉੱਪਰ ਜਵਾਬਦੇਹੀ ਬਣੇ। ਤੁਸੀਂ ਦੇਖੋ ਉਹਨਾਂ ਨੇ ਇਹ ਵੀ ਕਿਹਾ ਕਿ ਤੁਸੀਂ ਇਹ ਘੋਸ਼ਣਾ ਕਰਦੇ ਹੋ ਵੀ ਆਹ ਚੀਜ਼ ਅਸੀਂ ਫ੍ਰੀ ਦੇਵਾਂਗੇ, ਤੁਹਾਨੂੰ ਇਹ ਦੱਸਣਾ ਪਏਗਾ ਵੀ ਇਹਦੀ ਇਨਕਮ, ਇਹਦਾ ਪੈਸਾ ਜਿਹੜਾ ਤੁਸੀਂ ਯੂਜ਼ ਕਰੋਗੇ, ਕਿਹਦੇ ਤੇ ਲਗਾਓਗੇ, ਉਹ ਕਿੱਥੋਂ ਆਏਗਾ। ਚੁਣਾਵ ਆਯੋਗ ਨੇ ਵੀ ਆਪਣੀ ਗੱਲ ਦੇ ਵਿੱਚ ਮੰਗਿਆ। ਬਿਲਕੁਲ, ਇਹ ਸਾਰੀਆਂ ਚੀਜ਼ਾਂ ਇਸ ਦੇ ਉੱਪਰ ਹੀ ਗੱਲ ਕਰ ਰਹੇ ਆਪਾਂ। ਗੱਲ ਕਰਾਂਗੇ ਕਿ ਪੈਸਾ ਕਿੱਥੋਂ ਆਏਗਾ, ਉਸ ਦੇ ਉੱਤੇ ਪੋਲੀਟੀਕਲ ਪਾਰਟੀਆਂ ਕੀ ਕਹਿੰਦੀਆਂ। ਸੁਖਵਿੰਦਰ ਜੀ ਸਾਡੇ ਨਾਲ ਨੇ। ਸੁਖਵਿੰਦਰ ਜੀ, ਦੇਖੋ ਕਾਂਗਰਸ ਦੇ ਉੱਤੇ ਸਵਾਲ ਉੱਠ ਗਏ ਕਿ 5 ਸਾਲ ਕੈਪਟਨ ਅਮਰਿੰਦਰ ਸਿੰਘ ਨੇ ਇਸ ਤਰੀਕੇ ਨਾਲ ਹੀ ਕੱਢਤੇ। 2017 ਤੋਂ ਪਹਿਲਾਂ ਬਹੁਤ ਸਾਰੇ ਵਾਅਦੇ ਕੀਤੇ, ਖਾਸ ਤੌਰ ਤੇ ਕਰਜ਼ ਮਾਫੀ ਨੂੰ ਲੈ ਕੇ, ਤੇ 5 ਸਾਲ ਸਿਰਫ ਇਹਨਾਂ ਗੱਲਾਂ 'ਚ ਹੀ ਕੱਢ ਦਿੱਤੇ। ਕਰ ਰਹੇ ਹਾਂ, ਕਰਾਂਗੇ, ਹੋਵੇਗਾ, ਜੋ ਇਲਜ਼ਾਮ ਤੁਹਾਡੇ ਉੱਤੇ ਲੱਗਦੇ ਨੇ। ਯਾਨੀ ਤੁਸੀਂ ਇਹ ਕਹਿਣ ਦਾ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਲੈਨਿੰਗ ਨਹੀਂ ਸੀ, ਨਹੀਂ ਪਤਾ ਸੀ ਕਿੱਥੋਂ ਆਣਾ ਹੈ, ਬਸ ਜੋ ਦਿਲ ਚ ਆਇਆ, ਜੋ ਪੋਲੀਟੀਕਲ ਜਿਹੜੇ ਸਟ੍ਰੈਟੇਜੀ ਹੁੰਦੇ ਨੇ, ਜੋ ਸਟ੍ਰੈਟੇਜੀ ਤਿਆਰ ਕਰਦੇ ਨੇ, ਉਹਨਾਂ ਨੇ ਕਹਿੰਦੇ ਰਹੇ, ਉਧਰ ਐਲਾਨ ਹੁੰਦੇ ਰਹੇ। ਦੇਖੋ ਗੌਰਵ ਜੀ, ਜਦੋਂ ਕੋਈ ਵੀ ਆਪਣਾ ਚੋਣ ਮੈਨੀਫੈਸਟੋ ਲੈ ਕੇ ਆਉਂਦਾ ਹੈ ਜੀ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਤੁਸੀਂ ਵਾਅਦੇ ਜਿਹੜੇ ਆ ਉਹ ਕੀਤੇ, ਮੈਂ ਇਹ ਸਮਝਦਾ ਕਿ ਜਿਹੜਾ ਵਾਅਦਾ ਲੋਕਾਂ ਦੇ ਨਾਲ ਕੀਤਾ ਜਾਣਾ ਸੀ ਜੀ, ਬਹੁਤ ਸਾਰੀਆਂ ਗੱਲਾਂ ਲੋਕਾਂ ਨੇ ਨਹੀਂ ਮੰਗੀਆਂ। ਅਸੀਂ ਜਾਣ ਬੁੱਝ ਕੇ ਲੋਕਾਂ ਦੇ ਸਾਹਮਣੇ ਉਹ ਗੱਲ ਰੱਖੀ ਕਿ ਅਸੀਂ ਤੁਹਾਡੇ ਵਾਸਤੇ, ਤੁਹਾਡੇ ਲਈ ਕਰਜ਼ਾ ਮਾਫ ਕਰ ਦਾਂਗੇ, ਤੁਹਾਡੇ ਹੋਰ ਬਹੁਤ ਸਾਰੀਆਂ ਤੁਹਾਡੇ ਲਈ ਅਸੀਂ ਸਕੀਮਾਂ ਲੈ ਕੇ ਆ ਰਹੇ ਹਾਂ। ਅਸੀਂ ਉਹਨੂੰ ਕਾਮਯਾਬ ਕਰਨ ਦੇ ਵਿੱਚ ਜੇ ਅਸੀਂ ਪਿੱਛੇ ਰਹੇ ਹਾਂ, ਜੇ 4.5 ਸਾਲ ਪੰਜਾਬ ਦੇ ਅੰਦਰ ਉਹਨਾਂ ਮੁੱਦਿਆਂ ਦੇ ਉੱਤੇ ਗੱਲ ਨਹੀਂ ਹੋਈ ਸੀ, ਤਾਂ ਇਸ ਕਾਰਨ ਹੀ ਜਿਹੜਾ ਉਹ ਕਾਂਗਰਸ ਪਾਰਟੀ ਨੂੰ ਫੈਸਲਾ ਲੈਣਾ ਪਿਆ ਸੀ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੂੰ ਉਤਾਰ ਕੇ ਉਹ ਦੂਸਰਿਆਂ ਨੂੰ ਲੈ ਕੇ ਆਉਣ, ਤਾਂ ਕਿ ਅਸੀਂ ਆਪਣੀ ਚੰਗੀ ਛਵੀ ਲੋਕਾਂ ਦੇ ਵਿੱਚ ਲੈ ਕੇ ਜਾਈਏ। ਔਰ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਜਿਹੜਾ ਕੈਪਟਨ ਸਾਹਿਬ ਦੇ ਜਾਣ ਤੋਂ ਬਾਅਦ 111 ਦਿਨ ਦੀ ਸਰਕਾਰ ਮਾਨਯੋਗ ਸਰਦਾਰ ਚਰਨਜੀਤ ਸਿੰਘ ਚੰਨੀ ਦੀ ਰਹੀ ਹੈ, ਉਹਦੇ ਅੰਦਰ ਉਹ ਜਿਹੜੇ ਕੀਤੇ ਵਾਅਦੇ ਸੀ ਔਰ ਜਿਹੜੀਆਂ ਹੋਰ ਲੋਕਾਂ ਨੂੰ ਸੁੱਖ ਸਹੂਲਤਾਂ ਦੇਣ ਵਾਲੀਆਂ ਸੀ, ਕਾਂਗਰਸ ਪਾਰਟੀ ਉਹਦੇ ਉਹ ਦੇਣ ਦੇ ਅੰਦਰ
ਕਾਮਯਾਬ ਰਹੀ ਹੈ। ਮੈਂ ਸਮਝਦਾ ਕਿ ਜੇ ਚਰਚਾ ਨੂੰ ਸਿਰਫ ਔਰ ਅੱਜ ਦੇ ਦੇਖੋ ਵਿਸ਼ੇ ਆਮ ਆਦਮੀ ਦੇ ਪਾਰਟੀ ਕਹਿ ਰਹੀ ਹੈ ਕਿ ਅਸੀਂ ਜੋ ਕਹਿ ਰਹੇ ਹਾਂ ਕਰ ਦਿੱਤਾ, ਅਸੀਂ ਜਿਹੜੇ ਵਾਅਦੇ ਕਰੇ ਉਹ ਅਸੀਂ ਉਹਨਾਂ ਨੂੰ ਨਿਭਾ ਰਹੇ ਹਾਂ। ਕਈ ਗਰੰਟੀਆਂ ਦੇ ਵਿੱਚੋਂ ਆਲਮੋਸਟ ਸਾਰੀਆਂ ਗਰੰਟੀਆਂ ਕੰਪਲੀਟ ਕਰ ਚੁੱਕੇ ਹਾਂ। ਦੇਖੋ ਗੌਰਵ ਜੀ, ਅਗਰ ਬੈਂਸ ਦਾ ਅਸੀਂ ਇਸ ਚਰਚਾ ਦੇ ਉੱਤੇ ਇਸ ਪੱਖ ਦੇ ਉੱਤੇ ਛੇੜਾਂਗੇ ਤਾਂ ਮੇਰੇ ਕੋਲ ਵੀ ਬਹੁਤ ਵੱਡੀਆਂ ਲਿਸਟਾਂ ਨੇ ਕਿ ਜਿਹੜੀਆਂ ਸਰਕਾਰ ਵਾਅਦਾ ਕਰਕੇ ਲੋਕਾਂ ਦੇ ਨਾਲ ਆਈ ਹੈ, ਉਹਨਾਂ ਦੇ ਅੰਦਰੋਂ ਹਾਲੇ ਤੱਕ ਵਾਅਦੇ ਨਹੀਂ ਪੂਰੇ ਹੋਏ। ਇਹ ਇਲਜ਼ਾਮਬਾਜ਼ੀ ਕਰਨ ਵਾਸਤੇ ਮੈਂ ਅੱਜ ਇੱਥੇ ਨਹੀਂ ਆਇਆ। ਮੈਂ ਸਿਰਫ ਇਸ ਗੱਲ ਦੇ ਲਈ ਇਹ ਪੱਖ ਰੱਖਣ ਦੇ ਲਈ ਕਾਂਗਰਸ ਪਾਰਟੀ ਦਾ ਆਇਆ ਕਿ ਆਉਣ ਵਾਲੇ ਸਮੇਂ ਦੇ ਅੰਦਰ ਕੋਈ ਵੀ ਪੰਜਾਬ ਦੀ ਸੱਤਾ ਤੇ ਆਵੇ, ਕੋਈ ਵੀ ਦੇਸ਼ ਦੀ ਸੱਤਾ ਤੇ ਆਵੇ, ਸਾਨੂੰ ਆਪਣਾ ਚੰਗਾ ਮਾਹੌਲ ਪੈਦਾ ਕਰਨਾ ਚਾਹੀਦਾ ਔਰ ਲੋਕਾਂ ਦੇ ਜਜ਼ਬਾਤਾਂ ਦੇ ਨਾਲ ਖਿਲਵਾੜ ਨਹੀਂ ਹੋਣਾ ਚਾਹੀਦਾ। ਜਿਹੜੀ ਗੱਲ ਅਸੀਂ ਲੋਕਾਂ ਦੀ ਕਚਹਿਰੀ 'ਚ ਕਹੀਏ, ਜਦੋਂ ਅਸੀਂ ਜਿੱਤ ਕੇ ਜਾ ਕੇ ਲੋਕਾਂ ਦੀ ਕਚਹਿਰੀ 'ਚ ਖੜੇ ਹੋਈਏ, ਲੋਕ ਸਾਨੂੰ ਇਹ ਕਹਿਣ ਕਿ ਇਹ ਸਾਡਾ ਨੁਮਾਇੰਦਾ, ਇਹ ਸਾਡੀ ਸਰਕਾਰ, ਜਿਹਨੂੰ ਆਈ ਨਹੀਂ ਨਾ ਸਰ। ਤੁਸੀਂ ਜਿਹੜੇ ਵਾਅਦਿਆਂ ਦਾ ਜ਼ਿਕਰ ਕਰ ਰਹੇ ਹੋ, ਤੁਹਾਡੇ ਵਾਅਦੇ ਔਰ ਆਮ ਆਦਮੀ ਪਾਰਟੀ ਦੇ ਵਾਅਦੇ 2022 ਦੇ ਵਿੱਚ ਤੁਹਾਨੂੰ ਇਕੁਅਲ ਨਜ਼ਰ ਆਉਂਦੇ ਨੇ ਜਾਂ ਫਰਕ ਸੀ? ਦੇਖੋ, ਜੇ ਵਾਅਦਿਆਂ ਦੀ ਗੱਲ ਕੀਤੀ ਜਾਵੇ ਤਾਂ ਅਸੀਂ ਵੀ ਕਿਤੇ ਨਾ ਕਿਤੇ ਸਿਰਫ ਸੱਤਾ ਦੇ ਲਾਲਚ ਦੇ ਅੰਦਰ, ਗੌਰਵ ਜੀ, ਮੈਂ ਬੜਾ ਸਪਸ਼ਟ ਰੂਪ ਦੇ ਅੰਦਰ ਇੱਕ ਅਜਿਹਾ ਵਿਅਕਤੀ ਹਾਂ, ਹਮੇਸ਼ਾ ਜਿਹੜੀ ਗੱਲ ਇਸ ਚੈਨਲ ਤੇ ਬੈਠ ਕੇ ਕਰਾਂਗਾ, ਮੈਂ ਹਮੇਸ਼ਾ ਉਸ ਗੱਲ ਦੇ ਉੱਤੇ ਖੜਾ ਰਹਿਣਾ ਕਿ ਅਸੀਂ ਵੀ ਕਿਤੇ ਨਾ ਕਿਤੇ ਆਪਣੇ ਕਿਰਦਾਰ ਨੂੰ ਸ਼ੱਕੀ ਬਣਾਇਆ। ਇਸੇ ਕਾਰਨ ਹੀ ਕਾਂਗਰਸ ਪਾਰਟੀ ਕਿਤੇ ਨਾ ਕਿਤੇ ਅਸੀਂ ਪਿੱਛੇ ਗਏ ਆ। ਪਰ ਮੈਂ ਇਹ ਜ਼ਰੂਰ ਕਹਿਣਾ, ਮੈਂ ਮੈਨੀਫੈਸਟੋ ਤੁਹਾਡੇ ਮੈਨੀਫੈਸਟੋ ਤੁਹਾਡੀ ਪੂਰੀ ਪਲੈਨਿੰਗ ਤੇ ਭਾਰੀ ਪੈ ਗਿਆ ਨਾ ਸਰ। ਦੇਖੋ ਸੀਟਾਂ ਰਹਿ ਗਈਆਂ ਤੁਹਾਡੀਆਂ 18, ਦੇਖੋ ਉਹਨਾਂ ਦੀਆਂ 92। ਦੇਖੋ ਗੌਰਵ ਜੀ, ਮੈਂ ਇਹੀ ਤਾਂ ਕਿਹਾ ਕਿ ਕੈਪਟਨ ਸਾਹਿਬ ਦੀ ਜਿਹੜੀ ਗੱਲ ਸੀ ਲੋਕਾਂ ਦੇ ਸਾਹਮਣੇ ਆ ਗਈ। ਕਿਉਂ ਕੰਮ ਨਹੀਂ ਹੋਏ, ਕਾਤੇ ਨਹੀਂ ਹੋਏ, ਪਰ 111 ਦਿਨ ਦੀ ਮਾਨਯੋਗ ਚੰਨੀ ਸਾਹਿਬ ਦੀ ਸਰਕਾਰ ਜਿਹੜੀ ਰਹੀ ਹੈ, ਅਸੀਂ ਉਹਦੇ ਅੰਦਰ ਲੋਕਾਂ ਨੂੰ ਜੋ ਕੁਝ ਕਿਹਾ ਔਰ ਜਿਹੜੇ ਐਲਾਨ ਚੰਨੀ ਸਾਹਿਬ ਨੇ ਕੀਤੇ ਸੀ, ਲੋਕਾਂ ਨੂੰ ਦੇਣ ਵਿੱਚ ਅਸੀਂ ਕਾਮਯਾਬ ਰਹੇ। ਠੀਕ ਹੈ ਆਰਪੀਐਸ ਜੀ, ਛੋਟਾ ਜਵਾਬ ਰੱਖਿਓ। ਮੈਂ ਕੋਸ਼ਿਸ਼ ਕਰ ਰਿਹਾ ਕਿ ਸਾਰਿਆਂ ਤੋਂ ਵੱਧ ਉਹਨਾਂ ਦੇ ਕਮੈਂਟਸ ਲੈ ਸਕੀਏ। ਆਰਪੀਐਸ ਜੀ, ਤੁਹਾਡੇ ਉੱਤੇ ਬਹੁਤ ਸਾਰੇ ਐਲੀਗੇਸ਼ਨਸ ਲੱਗ ਰਹੇ ਨੇ ਕਿ ਪੂਰਾ ਚਰਚਾ ਤਾਂ ਸ਼ੁਰੂ ਹੋ ਗਈ ਹੈ, ਪਰ ਫ੍ਰੀ ਬੀਜ਼ ਵਾਲੇ ਮੁੱਦੇ ਦੇ ਉੱਤੇ ਆਮ ਆਦਮੀ ਪਾਰਟੀ ਵੱਖਰਾ ਸਟੈਂਡ ਰੱਖਦੀ ਹੈ। ਬਿਲਕੁਲ ਸਾਡਾ ਇਹ ਮੰਨਣਾ ਹੈਗਾ ਕਿ ਸਰਕਾਰ ਕੋਲ ਜਿਹੜਾ ਪੈਸਾ ਆਂਦਾ ਹੈ, ਉਹ ਸਰਕਾਰ ਦਾ ਕੋਈ ਨਿੱਜੀ ਪੈਸਾ ਨਹੀਂ ਹੁੰਦਾ, ਉਹ ਲੋਕਾਂ ਦਾ ਪੈਸਾ ਹੁੰਦਾ ਹੈ। ਲੋਕਾਂ ਨੇ ਆਪਣੀ ਮਿਹਨਤ ਕਰਕੇ ਟੈਕਸਾਂ ਦੇ ਰੂਪ ਵਿੱਚ ਸਰਕਾਰ ਨੂੰ ਦਿੱਤਾ ਹੁੰਦਾ ਹੈ, ਔਰ ਜੇ ਉਹ ਪੈਸਾ ਲੋਕਾਂ ਦੇ ਉੱਤੇ ਹੀ ਖਰਚ ਹੁੰਦਾ ਹੈ ਔਰ ਸਰਕਾਰ ਦਾ ਖਜ਼ਾਨਾ ਫੇਰ ਵੀ ਨੁਕਸਾਨ ਵਿੱਚ ਨਹੀਂ ਹੁੰਦਾ, ਅਬਵ ਜ਼ੀਰੋ ਹੁੰਦਾ ਹੈ, ਪ੍ਰੋਫਿਟ ਵਿੱਚ ਹੁੰਦਾ ਹੈ, ਤਾਂ ਇਸ ਵਿੱਚ ਗਲਤ ਕੀ ਹੈਗਾ? ਪਰ ਇਹ ਜਿਹੜੀਆਂ ਬੇਈਮਾਨ ਪਾਰਟੀਆਂ ਨੇ, ਜਿਹੜੀਆਂ ਆਪ ਪੈਸਾ ਲੁੱਟਣਾ ਚਾਹੁੰਦੀਆਂ ਨੇ, ਜਿਨ੍ਹਾਂ ਦੇ ਲੀਡਰ ਆਪ ਬੇਈਮਾਨ ਨੇ, ਆਪਣੇ ਦੋਸਤਾਂ ਨੂੰ ਪੈਸਾ ਦੇ ਕੇ ਉਹਨਾਂ ਤੋਂ ਰਿਸ਼ਵਤ ਲੈਂਦੇ ਨੇ, ਫਿਰ ਉਹਦੇ ਨਾਲ ਐਮਐਲਏ ਖਰੀਦਦੇ ਨੇ, ਇਹ ਇਸ ਚੀਜ਼ ਵਿੱਚ ਵਿਸ਼ਵਾਸ ਨਹੀਂ ਰੱਖਦੀਆਂ। ਸੋ ਇਹਨਾਂ ਨੂੰ ਤਕਲੀਫ ਹੋਣੀ ਤੁਸੀਂ ਨਾਮ ਨਹੀਂ ਲੈ ਰਹੇ ਸਰ, ਤੁਸੀਂ ਗੱਲਾਂ 'ਚ ਬੀਜੇਪੀ ਕਹਿ ਰਹੇ ਹੋ ਪਰ ਨਾਮ ਨਹੀਂ ਲੈ ਰਹੇ। ਦੇਖੋ ਜੀ, ਜਿਹੜੇ ਵੀ ਪਾਰਟੀਆਂ ਦੇ ਲੀਡਰ ਬੇਈਮਾਨ ਨੇ, ਜਿਨ੍ਹਾਂ ਨੇ ਦੇਸ਼ ਨੂੰ ਲੁੱਟਿਆ ਹੈਗਾ, ਮੈਂ ਸਾਰਿਆਂ ਦੇ ਬਾਰੇ ਕਹਿ ਰਿਹਾ ਹੈਗਾ ਔਰ ਉਸੇ ਕਰਕੇ ਦੇਸ਼ ਦੇ ਲੋਕਾਂ ਨੂੰ ਅੱਜ ਬੇਸਿਕ ਨੈਸੈਸਿਟੀਜ਼ ਨਹੀਂ ਮਿਲ ਰਹੀਆਂ, ਸਿੱਖਿਆ ਨਹੀਂ ਮਿਲ ਰਹੀ, ਸਿਹਤ ਨਹੀਂ ਮਿਲ ਰਹੀ, ਰੋਜ਼ਗਾਰ ਨਹੀਂ ਮਿਲ ਰਿਹਾ, ਪੈਨਸ਼ਨਾਂ ਨਹੀਂ ਮਿਲ ਰਹੀਆਂ। ਸਾਡਾ ਹਿੰਦੁਸਤਾਨੀ ਜਿਹੜਾ ਹੈ ਦੁਨੀਆ ਸਭ ਤੋਂ ਵੱਧ ਮਿਹਨਤ ਕਰਦਾ ਹੈ, ਪਰ ਉਹਨੂੰ ਮਿਲਦਾ ਕੀ ਹੈਗਾ? ਠੀਕ ਹੈ ਸੁਖਵਿੰਦਰ ਜੀ, ਕੁਝ ਕਹਿਣਾ ਚਾਹ ਰਹੇ ਨੇ ਸਰ? 10 ਸੈਕਿੰਡ ਦਾ ਜਵਾਬ। ਮੈਂ ਬਰਾੜ ਸਾਹਿਬ ਔਰ ਜੈਬਾਜ ਜੀ ਬਹੁਤ ਦੇਰ ਦੇ ਇੰਤਜ਼ਾਰ ਕਰ ਰਹੇ ਨੇ। ਤੁਸੀਂ ਸਵਾਲ ਉਠਾ ਰਹੇ ਹੋ ਕਿ ਲੋਕਾਂ ਨੂੰ ਖਰੀਦਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ। ਮੈਂ ਗੌਰਵ ਜੀ ਤੁਹਾਡੇ ਮਾਧਿਅਮ ਦੇ ਰਾਹੀਂ ਕਹਿਣਾ ਚਾਹਨਾ, ਆਮ ਆਦਮੀ ਪਾਰਟੀ ਦੇ ਨੁਮਾਇੰਦੇ ਇੱਥੇ ਬੈਠੇ ਨੇ, ਤੁਸੀਂ ਇਹਨਾਂ ਗੱਲਾਂ ਦੇ ਉੱਤੇ ਅਗਰ ਵਿਚਾਰ ਚਰਚਾ ਕਰਨੀ ਆ, ਮੈਂ 2 ਗੱਲਾਂ ਦੇ ਅੰਦਰ ਆਪਣੀ ਗੱਲ ਖਤਮ ਕਰ ਦੇਵਾਂਗਾ। ਅੱਜ ਕਿਰਦਾਰ ਖਰੀਦਣ ਦੇ ਲਈ ਕਿਹਨਾਂ ਲੋਕਾਂ ਦਾ ਨੰਗਾ ਹੋ ਰਿਹਾ? ਤੁਸੀਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ ਕਿ ਲੋਟਸ ਆਪਰੇਸ਼ਨ ਹੋ ਗਿਆ। ਤੁਸੀਂ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਇਹ ਗੱਲ ਕਹੀ ਹੈ ਕਿ ਸਾਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਹੈ। ਐਮਐਲਏ ਸਾਹਿਬ ਨੇ ਕੱਲ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਔਨ ਰਿਕਾਰਡ ਬੀਜੇਪੀ ਦੇ ਸਾਡੇ ਦੇਸ਼ ਦੇ ਜਿਹੜੇ ਹੋਮ ਮਿਨਿਸਟਰ ਨੇ ਉਹਨਾਂ ਦੇ ਉੱਤੇ ਇਲਜ਼ਾਮ ਲਗਾਇਆ ਔਰ ਉਹਨਾਂ ਨੇ ਅਨੁਰਾਗ ਠਾਕਰ ਜੀ ਦਾ ਨਾਮ ਲੈ ਕੇ ਔਨ ਦੀ ਰਿਕਾਰਡ ਕਿਹਾ। ਪਰ ਮੈਨੂੰ ਬੜੇ ਦੁੱਖ ਨਾਲ ਕਹਿਣਾ ਪਿਆ ਕਿ ਫਿਰ ਸਪੀਕਰ ਸਾਹਿਬ ਨੂੰ ਇਸ ਚੀਜ਼ ਦੀ ਕੀ ਲੋੜ ਪਈ ਕਿ ਉਹਨਾਂ ਨੇ ਕਿਹਾ ਕਿ ਇਹਨਾਂ ਸ਼ਬਦਾਂ ਨੂੰ ਜਿਹੜਾ ਰਿਕਾਰਡ ਦੇ ਵਿੱਚੋਂ ਐਕਸਪੰਜ ਕੀਤਾ ਜਾਵੇ। ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹਨਾ ਕਿ ਅਗਰ ਤੁਸੀਂ ਕਹਿੰਦੇ ਹੋ ਕਿ ਖਰੀਦ ਫਰੋਖਤ, ਗੌਰਵ ਜੀ ਇੱਕ ਮਿੰਟ, ਕਿ ਖਰੀਦ ਫਰੋਖਤ ਹੋਈ ਹੈ, ਕੀਤੀ ਜਾ ਰਹੀ ਹੈ, ਤਾਂ ਫਿਰ ਜਿਨ੍ਹਾਂ ਦਾ ਤੁਸੀਂ ਨਾਂ ਲਿਆ ਉਹਨਾਂ ਦੇ ਉੱਤੇ ਤੁਹਾਨੂੰ ਪਰਚਾ ਦਰਜ ਕਰਨਾ ਚਾਹੀਦਾ। ਹਿੰਮਤ ਦਿਖਾਓ, ਛੋਟਾ ਜਿਹਾ ਕਮੈਂਟ ਸਰ, ਛੋਟਾ ਜਿਹਾ ਪੰਜਾਬ ਦੇ ਵਿੱਚ ਹਿੰਮਤ ਦਿਖਾਓ ਉਹਨਾਂ ਦੇ ਉੱਤੇ ਛੋਟਾ ਜਿਹਾ ਕਮੈਂਟ। ਗੌਰਵ ਜੀ, ਜਿਹੜੀ ਪਾਰਟੀ ਦੇ 175 ਐਮਐਲਏ ਵਿਕ ਗਏ, ਜਿਨ੍ਹਾਂ ਨੇ ਲੋਕਤੰਤਰ ਦਾ ਕਾਣ ਕੀਤਾ, ਲੋਕਾਂ ਨਾਲ ਧੋਖਾ ਕੀਤਾ, ਅੱਜ ਉਹਨਾਂ ਦੇ ਨੁਮਾਇੰਦੇ ਦੇਖੋ ਕੀ ਗੱਲ ਕਰ ਰਹੇ ਹੈਗੇ। ਔਰ ਇੱਥੇ ਮੈਂ ਥੋੜੇ ਜਿਹਾ ਹੋਰ ਜਵਾਬ ਦੇਣਾ ਚਾਹਾਂਗਾ। ਦੇਖੋ, ਛਾਬੜਾ ਸਾਹਿਬ ਨੇ ਕਿਹਾ ਸੀਗਾ
ਕਿ ਜੇ ਕੁਝ ਮੁਫਤ ਦਿੰਦੇ ਆ ਤਾਂ ਉਹਦਾ ਅਸਰ ਜਿਹੜਾ ਟੈਕਸ ਪੇਅਰ ਤੇ ਪੈਂਦਾ ਹੈਗਾ। ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਹੈ ਕਿ ਜੋ ਕੁਝ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਲੀ 'ਚ ਦਿੱਤਾ ਜਾਂ ਪੰਜਾਬ 'ਚ ਦੇ ਰਹੀ ਹੈ, ਉਹਦੇ ਲਈ ਕੋਈ ਅਸੀਂ ਟੈਕਸ ਵਧਾਇਆ ਹੈਗਾ ਸਰ? ਕੋਈ ਵੀ ਟੈਕਸ ਨਹੀਂ ਵਧਾਇਆ ਹੈਗਾ। ਅਸੀਂ ਸਿਰਫ ਭ੍ਰਿਸ਼ਟਾਚਾਰ ਬੰਦ ਕੀਤਾ ਹੈਗਾ। ਔਰ ਤੁਸੀਂ ਲੇਡੀਜ਼ ਨੂੰ ਫ੍ਰੀ ਬੱਸ ਸੇਵਾ ਦਾ ਜਿਹੜਾ ਹੈ ਉਸ ਦਾ ਵਿਰੋਧ ਕਰ ਰਹੇ ਹੋ। ਤੁਸੀਂ ਆਈਫੋਨ ਦਾ ਐਗਜ਼ਾਮਪਲ ਦੇ ਰਹੇ ਹੋ। ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿ ਅੱਜ ਦੇਸ਼ ਦੀ ਕਿੰਨੀ % ਜਨਸੰਖਿਆ ਦੇ ਕੋਲ ਆਈਫੋਨ ਹੈਗਾ? ਕਿੰਨੇ ਲੋਕ ਅਫੋਰਡ ਕਰ ਸਕਦੇ ਹੈ? 100 ਵਿੱਚੋਂ ਕੋਈ ਇੱਕ ਅੱਧਾ ਹੋਣਾ ਹੈ। ਸੋ 99% ਲੋਕਾਂ ਦਾ ਕੀ? ਔਰ ਇਸ ਫੈਸਿਲਿਟੀ ਦੇ ਨਾਲ ਜਿਹੜੀ ਸਾਡੀਆਂ ਧੀਆਂ ਭੈਣਾਂ ਨੂੰ ਬਾਹਰ ਨਿਕਲਣ ਦਾ ਮੌਕਾ ਮਿਲਿਆ, ਕੰਮ ਕਰਨ ਦਾ ਮੌਕਾ ਮਿਲਿਆ। ਠੀਕ ਹੈ, ਤੁਹਾਡਾ ਵੈਲਿਡ ਪੁਆਇੰਟ ਹੈ। ਮੈਂ ਉਸ ਦੇ ਉੱਤੇ ਆਣਾ। ਆਪਾਂ ਸਾਰਿਆਂ ਨੂੰ ਰੱਖੀਏ ਚਰਚਾ ਦੇ ਵਿੱਚ, ਸਮਾਂ ਬਹੁਤ ਨਿਕਲ ਰਿਹਾ। ਜੈਬੰਸ਼ ਜੀ, ਗੌਰਵ ਜੀ ਇੱਕ ਮਿੰਟ ਦੇਖੋ, ਕੰਪਲੀਟ ਕਰ ਲਓ। ਸਵਾਲ ਬਹੁਤ ਹੈਗੇ ਨੇ, ਮੈਨੂੰ ਜਵਾਬ ਦੇ ਲੈਣ ਦਿਓ। ਹਾਂਜੀ, ਕੰਪਲੀਟ ਕਰ ਲਓ। ਤੁਸੀਂ ਦੇਖੋ, ਜੈਬੰਸ਼ ਜੀ ਕਹਿੰਦੇ ਸੀ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਬੋਰੋ ਕਰ ਰਹੀ ਹੈਗੀ ਹੈ। ਜਨਾਬ, ਤੁਸੀਂ ਇਹ ਨਹੀਂ ਦੇਖਿਆ ਕਿ ਅਸੀਂ 6000 ਕਰੋੜ ਦਾ ਵਿਆਜ ਉਤਾਰਿਆ ਤੁਹਾਡੇ ਲੋਨ ਦਾ, ਅਸੀਂ 6350 ਕਰੋੜ ਦਾ ਮੂਲ ਉਤਾਰਿਆ ਹੈਗਾ। ਔਰ ਜਿਹੜਾ ਟੈਂਪਰੇਰੀ ਲੋਨ ਅਸੀਂ ਲਿੱਤਾ ਵੀ ਹੈਗਾ 2 ਲੱਖ ਕਰੋੜ ਦਾ ਬਜਟ ਹੈਗਾ, ਉਹ ਸਾਲ ਦੇ ਅਖੀਰ 'ਚ ਤੁਸੀਂ ਦੇਖੋਗੇ ਉਹ ਉਤਰ ਵੀ ਜਾਏਗਾ। ਔਰ ਫਿਰ ਤੁਸੀਂ ਕਹਿੰਦੇ ਹੋ ਕਿ ਪੈਨਲਟੀ ਪੈਣੀ ਚਾਹੀਦੀ ਹੈ ਜਿਹੜੇ ਵਾਅਦੇ ਪੂਰੇ ਨਹੀਂ ਕਰਦੇ। ਤਾਂ ਤੁਸੀਂ ਦੱਸੋ। ਚਲੋ ਜਵਾਬ ਲੈ ਲਓ ਸਰ, ਜਵਾਬ ਲੈ ਲਓ। ਸਾਰੇ ਇਕੱਠੇ ਹੋ ਜਾਣਗੇ। 2 ਕਰੋੜ ਨੌਕਰੀਆਂ ਦੇ, ਕਿਸਾਨਾਂ ਦੀ ਇਨਕਮ ਡਬਲ ਕਰਨ ਦੇ ਔਰ ਦੇਸ਼ 'ਚੋਂ ਗਰੀਬੀ ਦੂਰ ਕਰਨ ਦੇ, ਉਸ ਦੀ ਭਾਜਪਾ ਤੇ ਕੀ ਪੈਨਲਟੀ ਪਵੇ? ਠੀਕ ਹੈ ਜੈਬੰਸ਼ ਜੀ, ਦੇਖੋ ਚੋਣ ਵਾਅਦੇ ਤੁਹਾਡੇ ਵੀ ਬਹੁਤ ਲੰਬੇ ਚੌੜੇ ਸੀ। ਹਾਂਜੀ, ਚਲੋ ਕੋਈ ਗੱਲ ਨਹੀਂ। ਇਹਨਾਂ ਨੂੰ ਤੇ ਇਹਨਾਂ ਨੇ ਆਪਣਾ ਜਿਹੜਾ ਇਹਨਾਂ ਨੇ ਇੱਕ ਆਬਜੈਕਟਿਵ ਬਣਾਇਆ ਹੋਇਆ ਹੈ ਗੁਜਰਾਤ ਦੇ ਵਿੱਚ ਕੁਝ ਕਰਨ ਦਾ। ਮੈਂ ਅੱਜ ਹੀ ਤੁਹਾਨੂੰ ਦੱਸ ਦਿੰਦਾ, ਗੁਜਰਾਤ ਦੇ ਵਿੱਚ ਇਹਨਾਂ ਦੇ ਸਾਰੇ ਇੱਕ ਵੀ ਇਹਨਾਂ ਨੂੰ ਸੀਟ ਨਹੀਂ ਮਿਲਣੀ। ਬਿਨਾਂ ਵਜ੍ਹਾ ਦੇ ਪ੍ਰਾਈਮ ਟਾਈਮ ਜਿਹੜਾ ਪੰਜਾਬ ਦਾ ਉਹਨੂੰ ਬਰਬਾਦ ਕਰ ਦਿੰਦੇ ਨੇ ਆਪਣੇ ਦੋਸਤ ਪ੍ਰਚਾਰ ਨੂੰ ਕਰਨ ਵਾਸਤੇ। ਦੇਅਰ ਪ੍ਰੋਪਗੈਂਡਿਸਟ ਸਟੇਟਮੈਂਟਸ ਜੋ ਕਿ ਇਹਨਾਂ ਨੇ ਪਹਿਲੇ ਤਿਆਰ ਕਰਕੇ ਰੱਖੀਆਂ ਹੁੰਦੀਆਂ ਨੇ। ਹੁਣ ਮੈਂ ਤੁਹਾਨੂੰ ਇਹਨਾਂ ਦੇ ਜਿਹੜਾ ਇਹਨਾਂ ਦਾ ਲੋਕ ਸੇਵਾ ਚੱਲ ਰਹੀ ਹੈ ਨਾ ਉਹਦੇ ਬਾਰੇ ਦੱਸਾਂ। ਕੱਲ ਕੁਝ ਪਠਾਨਕੋਟ ਜਾਣਾ ਸੀਗਾ ਕੋਈ ਮਿਲਟਰੀ ਫੰਕਸ਼ਨ ਵਾਸਤੇ। ਮੈਂ ਕਾਫੀ ਦੁਨੀਆ ਜਾ ਰਹੀ ਸੀ, ਦਿੱਲੀ ਤੋਂ, ਚੰਡੀਗੜ੍ਹ ਤੋਂ, ਅੰਮ੍ਰਿਤਸਰ ਤੋਂ। ਹਰ ਜਗ੍ਹਾ ਸੜਕਾਂ ਬੰਦ ਸੀਗੀਆਂ, ਕਿਸਾਨ ਬਾਹਰ ਸੀਗੇ, ਉਹ ਆਪਣੀਆਂ ਮੰਗਾਂ ਲੈ ਕੇ ਬੈਠੇ ਹੋਏ ਸੀਗੇ। ਜਿਹੜਾ 2 ਘੰਟੇ ਦਾ ਸਫ਼ਰ ਸੀ 4-3 ਘੰਟੇ ਦਾ, ਉਹ 5-5 6-6 ਘੰਟਿਆਂ 'ਚ ਕਰਨਾ ਪੈ ਗਿਆ। ਤੇ ਇਹ ਹੈ ਇਹਨਾਂ ਦੀ ਲੋਕ ਸੇਵਾ। ਪੂਰੇ ਹਰ ਜਗ੍ਹਾ ਦੇ ਵਿੱਚ ਕਿਸਾਨ ਬਾਹਰ ਬੈਠੇ ਹੋਏ ਸੀਗੇ। ਇੱਕ ਵੀ ਇਹਨਾਂ ਨੇ ਜੋ ਵਾਅਦਾ ਕੀਤਾ ਹੈ ਉਹਦੇ ਵਾਸਤੇ ਖੜੇ ਨਹੀਂ ਹੋਏ। ਗਾਰਡੀਅਨ ਆਫ ਗਵਰਨੈਂਸ ਇਹਨਾਂ ਨੇ ਬੰਦ ਕਰ ਦਿੱਤੀ ਹੈ। ਜਿਹੜੇ ਇਹਨਾਂ ਨੂੰ ਕੀ ਕਹਿੰਦੇ ਨੇ ਐਕਸ ਸਰਵਿਸਮੈਨ ਨੇ ਵੋਟ ਪਾਈ ਸੀਗੀ ਖੁੱਲ ਕੇ ਇਹਨਾਂ ਦੀ ਫ੍ਰੀ ਬੀਜ਼ ਨੂੰ ਦੇਖ ਕੇ, ਉਹਨਾਂ ਦਾ ਪੇਟ ਦੇ ਉੱਤੇ ਇਹਨਾਂ ਨੇ ਲੱਤ ਮਾਰੀ ਹੈ। ਇਹਦੀ ਜ਼ੋਰ ਦੀ ਕੋਈ ਕਹਿਣ ਦੀ ਗੱਲ ਨਹੀਂ। ਗਾਰਡੀਅਨ ਆਫ ਗਵਰਨੈਂਸ ਦਾ ਜਿਹੜਾ ਇਹਨਾਂ ਦਾ ਨੈਸ਼ਨਲ ਪ੍ਰੈਜ਼ੀਡੈਂਟ ਹੈ ਉਹਨੂੰ ਇਹ ਕਿਸੇ ਵੀ ਆਪਣੀ ਸੂਚੀ ਦੇ ਵਿੱਚ ਨਹੀਂ ਬਿਠਾਉਂਦੇ, ਉਹਦੇ ਨਾਲ ਕੋਈ ਗੱਲ ਨਹੀਂ ਕਰਦੇ। ਉਹ ਜਿਹੜਾ 1000 ਰੁਪਇਆ ਦੇਣਾ ਸੀਗਾ ਉਹ ਤੇ ਬਿਲਕੁਲ ਦਿੱਤਾ ਨਹੀਂ। ਤੇ ਬਾਕੀ ਗੌਰਵ ਜੀ, ਹੁਣ ਅਗਰ ਇੰਟੈਲੈਕਚੁਅਲ ਗੱਲ ਕਰੀਏ ਤੇ ਐਸੀ ਜਿਹੜੀ ਫ੍ਰੀ ਬੀਸ ਵਾਲੀ ਸਰਕਾਰਾਂ ਹੁੰਦੀਆਂ ਨੇ, ਪਹਿਲੀ ਗੱਲ ਤੇ ਮੈਂ ਛਾਬੜਾ ਸਾਹਿਬ ਦੇ ਨਾਲ ਬਿਲਕੁਲ ਹੈਗਾ ਕਿ ਇਹ ਜ਼ਿਆਦਾ ਦੇਰ ਚੱਲ ਨਹੀਂ ਸਕਦੀਆਂ। ਇਹ ਸਾਡੀ ਬਦਕਿਸਮਤੀ ਹੈ ਕਿ ਸਾਡੇ ਇੱਥੇ ਐਸੀ ਸਰਕਾਰ ਆ ਗਈ ਹੈ ਜਿਹੜੀ ਸਾਨੂੰ ਕਲੇਸ਼ 'ਚ ਪਾ ਕੇ ਰਹੇਗੀ ਕਈ ਦੇਰ ਤੱਕ। ਇਹਦੋਂ ਪਹਿਲੇ ਕਿ ਉਹ ਆਪਣੀਆਂ ਹੀ ਕੰਟਰਡਿਕਸ਼ਨ ਦੇ ਨਾਲ ਖੁਦ ਹੀ ਗਿਰ ਜਾਏ। ਇਹਨਾਂ ਨੂੰ ਗਿਰਾਉਣ ਦੀ ਕਿਸੇ ਨੂੰ ਜ਼ਰੂਰਤ ਨਹੀਂ, ਇਹਨਾਂ ਨੇ ਆਪੂ ਹੀ ਗਿਰ ਜਾਣਾ ਹੈ। ਤੇ ਮੈਂ ਬਹੁਤ ਸੁਖਵਿੰਦਰ ਜੀ ਦਾ ਕਹਿਣਾ ਬੜਾ ਉਹਨਾਂ ਦੀ ਓਨੈਸਟੀ ਬਹੁਤ ਐਪਰੀਸ਼ੀਏਟ ਕਰਨਾ ਤੇ ਉਹਨਾਂ ਦੇ ਨਾਲ ਮੈਂ ਬਿਲਕੁਲ ਸਹਿਮਤ ਹੈਗਾ ਕਿ ਐਸੀਆਂ ਜਿਹੜੀਆਂ ਪਾਰਟੀਜ਼ ਨੇ, ਐਸੀਆਂ ਪਾਰਟੀਜ਼ ਨੂੰ ਹੀ ਡਿਸਐਨਫਰੈਂਚਾਈਜ਼ ਕਰ ਦੇਣਾ ਚਾਹੀਦਾ ਹੈ ਜੋ ਕਿ ਗਲਤ ਸਾਰੇ ਕਰਦੇ ਨੇ। ਪਹਿਲੇ ਜੈਬੰਸ਼ ਜੀ ਵਾਅਦੇ ਤਾਂ ਸਾਰੇ ਕਰਦੇ ਨੇ, ਕੋਈ ਇੱਕ ਪੋਲੀਟੀਕਲ ਪਾਰਟੀ ਨਹੀਂ ਹੈ। ਗਲਤ ਪ੍ਰਚਾਰ ਕਰਕੇ ਇਸ ਤਰੀਕੇ ਦੀਆਂ ਗੱਲਾਂ ਕਰਦੇ ਨੇ ਜੋ ਕਿ ਕੋਈ ਵੀ ਇੱਕ ਐਜੂਕੇਟਿਡ ਆਦਮੀ ਕਰਦੇ ਹੋਏ ਉਹਨੂੰ ਆਰਪੀਐਸ ਤੋਂ ਐਮਬੈਰਸਮੈਂਟ ਹੋਏ, ਪਰ ਇਹਨਾਂ ਨੂੰ ਕੋਈ ਐਮਬੈਰਸਮੈਂਟ ਨਹੀਂ ਹੁੰਦੀ। ਠੀਕ ਹੈ ਆਰਪੀਐਸ ਜੀ, ਜਵਾਬ ਦਿਓ। ਪਰ ਪਹਿਲਾਂ ਮੈਂ ਬਰਾੜ ਸਾਹਿਬ ਦਾ ਰੁਖ ਕਰਨਾ, ਬਹੁਤ ਦੇਰ ਦੇ ਇੰਤਜ਼ਾਰ ਕਰ ਰਹੇ ਨੇ। ਬਰਾੜ ਸਾਹਿਬ ਦੇਖੋ, ਆਮ ਆਦਮੀ ਪਾਰਟੀ ਦਾ ਤਰਕ ਇਹ ਹੈ, ਤੁਸੀਂ ਜ਼ਿਕਰ ਕੀਤਾ ਸੀ ਆਪਣੇ ਫਰਸਟ ਕਮੈਂਟ ਦੇ ਵਿੱਚ, ਉਹ ਕਹਿ ਰਹੇ ਕਿ ਜੇ ਪੰਜਾਬ ਦੇ ਲੋਕਾਂ ਨੂੰ ਅਸੀਂ ਕੋਈ ਫਾਇਦਾ ਪਹੁੰਚਾਇਆ ਤਾਂ ਉਸ ਦੇ ਵਿੱਚ ਕੋਈ ਵਾਧੂ ਟੈਕਸ ਨਹੀਂ ਲਗਾਇਆ, ਕਿਸੇ ਦੀ ਬੋਝ ਨਹੀਂ ਪਿਆ ਕਿਸੇ ਦੀ ਪਾਕਟ ਦੇ ਉੱਤੇ, ਤੇ ਭ੍ਰਿਸ਼ਟਾਚਾਰ ਖਤਮ ਕਰ ਦਿੱਤਾ ਜੋ ਪਹਿਲਾਂ ਨਹੀਂ ਹੋਇਆ। ਵਿੱਚ ਤੁਸੀਂ ਵੀ, ਤੁਹਾਡਾ ਵੀ ਜ਼ਿਕਰ ਹੋ ਰਿਹਾ ਅਕਾਲੀ ਦਲ ਦਾ ਨਾਮ ਬੇਸ਼ੱਕ ਨਾ ਲਿਆ ਹੋਵੇ, ਕਿ ਨਾ ਕਾਂਗਰਸ ਤੋਂ ਭ੍ਰਿਸ਼ਟਾਚਾਰ ਖਤਮ ਹੋਇਆ ਨਾ ਉਸ ਤੋਂ ਪਹਿਲਾਂ ਖਤਮ ਹੋਇਆ। ਤੇ ਨਤੀਜਾ ਇਹ ਹੈ ਕਿ ਅਸੀਂ ਭ੍ਰਿਸ਼ਟਾਚਾਰ ਖਤਮ ਕਰਕੇ ਲੋਕਾਂ ਨੂੰ ਸਹੂਲਤ ਦੇ ਰਹੇ ਹਾਂ। ਲੋਕਾਂ ਦਾ ਪੈਸਾ ਲੋਕਾਂ ਕੋਲ ਜਾ ਰਿਹਾ। ਫ੍ਰੀ ਬੀਜ਼ ਕਿਉਂ ਕਹਿੰਦੇ ਹੋ ਤੁਸੀਂ ਇਸ ਨੂੰ? ਦੇਖੋ ਮੈਂ ਗੌਰਵ ਜੀ, ਮੈਂ ਇੱਕ ਬੇਨਤੀ ਕਰਾਂ ਕਿ ਇੱਕ ਬੜਾ ਵੱਡਾ ਮਜ਼ਬੂਨ ਸੀ, ਬੜਾ ਵੱਡਾ ਵਿਸ਼ਾ ਹੈ ਜਿਹਦੇ ਤੇ ਇਲੈਕਸ਼ਨ ਕਮਿਸ਼ਨ ਨੇ ਪਾਰਟੀਆਂ ਤੋਂ ਕਮੈਂਟ ਮੰਗੇ ਆ ਔਰ ਇਹਦੇ 'ਚ ਬੜੇ ਅਹਿਮ ਗੱਲਾਂ ਨੇ। ਔਰ ਮੇਰਾ ਖਿਆਲ ਹੈ ਕਿ ਸਾਰੀਆਂ ਪਾਰਟੀਆਂ ਇੱਕ ਦੂਜੇ ਤੇ ਐਲੀਗੇਸ਼ਨਾਂ ਤੋਂ ਅੱਗੇ ਨਹੀਂ ਵਧ ਰਹੀਆਂ ਔਰ ਖਾਸ ਕਰਕੇ ਆਮ ਆਦਮੀ ਪਾਰਟੀ ਸਾਰੀਆਂ ਬੇਈਮਾਨ ਪਾਰਟੀਆਂ ਸਭ ਨੂੰ ਦੱਸਦੀ ਹੈ। ਮੈਂ ਇੱਕ ਬੇਨਤੀ ਕਰਾਂ, ਇਹ ਆਮ ਆਦਮੀ ਪਾਰਟੀ ਉਹ ਪਾਰਟੀ ਹੈ ਜਿਹੜੀ ਪਿਛਲੇ ਵਾਰੀ ਸਰਕਾਰ ਬਣੀ ਨਹੀਂ ਸੀ ਤੇ ਟਿਕਟਾਂ ਵੇਚਣ ਦੇ ਹੀ ਐਲੀਗੇਸ਼ਨ ਲੱਗ ਗਏ ਸੀ।
ਆ ਹੁਣ ਸਾਰੀਆਂ ਰਾਜ ਸਭਾ ਦੀਆਂ ਟਿਕਟਾਂ ਵਿਕੀਆਂ, ਇਹ ਅਸੀਂ ਨਹੀਂ, ਤੁਹਾਡੀ ਪਾਰਟੀ 'ਚ ਬੈਠੇ ਲੋਕ ਕਹੀ ਜਾਂਦੇ ਆ। ਉਹਨੂੰ ਛੱਡ ਦਿਓ। ਇੱਕ ਆ ਮੰਤਰੀ ਤੁਸੀਂ ਫੜ ਕੇ ਸੈਕ ਕਰਤਾ, ਉਹਨੂੰ ਪਰਚਾ ਦਰਜ ਕਰਤਾ, ਉਹਦੇ ਖਿਲਾਫ ਕੋਰਟ 'ਚ ਕੋਈ ਸਬੂਤ ਹੀ ਨਹੀਂ ਦਿੱਤਾ ਤੇ ਇਸ ਕਰਕੇ ਉਹਦੀ ਜ਼ਮਾਨਤ ਹੋ ਗਈ। ਦੂਜੇ ਦੀ ਟੇਪ ਤੁਰੀ ਫਿਰਦੀ, ਉਹਦੇ ਖਿਲਾਫ ਤੁਸੀਂ ਕਾਰਵਾਈ ਨਹੀਂ ਕਰਦੇ। ਕਈ ਐਮਐਲਏ ਦੀਆਂ ਜਿਹੜੀਆਂ ਹੈਗੀਆਂ ਟੇਪਾਂ ਬਾਹਰ ਆਈ ਜਾਂਦੀਆਂ, ਇਹ ਵਕਤ ਆਉਣ ਤੇ ਬਹੁਤ ਕੁਝ ਹੋਊਗਾ। ਇਸ ਕਰਕੇ ਮੇਰੀ ਬੇਨਤੀ ਹੈ, ਇੱਕ ਤਾਂ ਆਮ ਆਦਮੀ ਪਾਰਟੀ ਦੇ ਪ੍ਰਵਕਤਾ ਨੂੰ ਕਿ ਥੋੜਾ ਜਿਹਾ ਇੱਕ ਸ਼ਬਦਾਂ ਦੀ ਜਿਹੜੀ ਹੈ ਉਹ ਮਰਜ਼ਾਦਾ ਕਾਇਮ ਰੱਖਿਆ ਕਰੋ। ਤੁਹਾਡੇ ਮੂੰਹ ਚੋਂ ਕਹਿਣ ਨਾਲ ਕੋਈ ਬੇਈਮਾਨ ਨਹੀਂ ਬਣਦਾ। ਅਗਰ ਕੋਈ ਅਦਾਲਤ 'ਚ ਕਿਸੇ ਨੂੰ ਬੇਈਮਾਨ ਡਿਕਲੇਅਰ ਕਰ ਦੂਗੀ ਤੇ ਉਹ ਮੰਨਿਆ ਜਾ ਸਕਦਾ ਹੈ। ਜੋ ਤੁਸੀਂ ਝੂਠ ਦਾ ਪਲੰਦਾ ਪਿਛਲੇ 7 ਦਿਨਾਂ 'ਚ 10 ਦਿਨਾਂ 'ਚ ਆ ਲੋਟਸ ਦਾ ਚਲਾਇਆ, ਕਿਸੇ ਦੇ ਖਿਲਾਫ ਪਰਚਾ ਦਰਜ ਨਹੀਂ ਕੀਤਾ। ਯਾਰ ਕਰੀ ਕੀ ਜਾ ਰਹੇ ਹੋ ਤੁਸੀਂ? ਇਹਨਾਂ ਗੱਲਾਂ ਨਾਲ ਲੋਕਾਂ ਦੇ ਹਜ਼ਾਰ ਰੁਪਇਆ ਜੇਬ 'ਚ ਨਹੀਂ ਡਿੱਗਣਾ। ਹਰ ਘਰ ਦਾ 300 ਯੂਨਿਟ ਮਾਫ ਨਹੀਂ ਹੋਣਾ। 35,000 ਮੁਲਾਜ਼ਮ ਇਹਨਾਂ ਗੱਲਾਂ ਨਾਲ ਪੱਕਾ ਨਹੀਂ ਹੋਣਾ। ਇਹਨਾਂ ਗੱਲਾਂ ਨਾਲ ਘਰ ਨੌਕਰੀ ਨਹੀਂ ਮਿਲਣੀ। ਜਿਹੜੇ ਸਬਜ਼ ਬਾਗ ਵਿਖਾਏ ਸੀ ਨਾ, ਕਿਰਪਾ ਕਰਕੇ ਉਹਨਾਂ ਵੱਲ ਧਿਆਨ ਦਿਓ। ਹੁਣ ਮੈਂ ਗੱਲ ਕਰਨਾ ਜਿਹੜੀ ਐਜੂਕੇਸ਼ਨ ਦੀ, ਚੰਗੀ ਦੀ ਗੱਲ ਕਰਦੇ ਆ। ਦਿੱਲੀ ਪਹਿਲੇ 10 'ਚ ਸ਼ੁਮਾਰ ਨਹੀਂ ਕਰਦਾ, ਸਾਡਾ ਪੰਜਾਬ ਪਹਿਲੇ ਨੰਬਰ ਤੇ ਸੀ। ਨਾ ਕਿਸੇ ਤੋਂ ਬੱਚਿਆਂ ਨੂੰ ਵਧਾਈ ਨਿਕਲੀ ਤੇ ਨਾ ਸਟਾਫ ਨੂੰ ਨਿਕਲੀ, ਕਿਉਂਕਿ ਪਿਛਲੇ ਸਮੇਂ ਦੀ ਕਾਰਜਕਾਰੀ ਦੀ ਗੱਲ ਸੀ। ਤੇ ਦਿੱਲੀ ਤਾਂ ਪਹਿਲੇ 10 'ਚ ਵੀ ਨਹੀਂ ਸ਼ੁਮਾਰ ਕਰਦਾ। ਇਸ ਕਰਕੇ ਅਸੀਂ ਹਰ ਥਾਂ ਤੇ ਜਿਹੜਾ ਹੁਣ ਕਹਿੰਦੇ ਆ ਜੀ ਅਸੀਂ ਵਿਆਜ ਮੋੜਤਾ, ਮੈਂ ਇੱਕ ਦੱਸ ਦਿੰਦਾ, ਦਿੱਲੀ ਮਾਡਲ ਲਾਗੂ ਇਹਨਾਂ ਨੇ ਕਰਨਾ ਕਿਹੜੇ ਪਾਸਿਓਂ? 3.5 ਲੱਖ ਕਰੋੜ ਦਾ ਕਰਜ਼ਾ ਸੀ ਜਦੋਂ ਕੇਜਰੀਵਾਲ ਸਾਹਿਬ ਨੇ ਦਿੱਲੀ ਸਾਂਭੀ ਹੈ। ਅੱਜ 6.5 ਲੱਖ ਕਰੋੜ ਦਾ ਕਬਜ਼ਾ ਹੈ। 8 ਸਾਲਾਂ ਦੇ ਵਿੱਚ ਦੁੱਗਣਾ ਕਰਤਾ। ਤੇ ਬਾਕੀ ਦੇ ਤਾਂ ਕਹਿੰਦੇ ਸੀ ਕਰਜ਼ਾ ਘਟਾਵਾਂਗੇ ਅਸੀਂ ਸੂਬੇ ਤੋਂ। 35,000 ਕਰੋੜ, ਇੱਕ ਮਿੰਟ ਬੰਦ ਕਰੋ ਵਿੱਚ ਬੋਲਣਾ, ਵਿੱਚ ਨਾ ਬੋਲੋ, ਜਦੋਂ ਆਪਦੀ ਵਾਰੀ ਆ ਗਈ ਬੋਲ ਲਿਓ। ਤੁਹਾਡੇ ਬਜਟ ਦੇ ਵਿੱਚ ਲਿਖਿਆ, ਬਜਟ ਸਪੀਚ ਦੇ ਵਿੱਚ ਵਿੱਤ ਮੰਤਰੀ ਨੇ ਪੇਸ਼ ਕੀਤਾ ਵਿਧਾਨ ਸਭਾ 'ਚ ਕਿ 50 ਕਰੋੜ ਰੁਪਏ ਦਾ ਜਿਹੜਾ ਕਰਜ਼ਾ ਅਸੀਂ ਸਾਲ ਦੇ ਵਿੱਚ ਲਵਾਂਗੇ। ਤੇ ਤੁਸੀਂ ਤਾਂ ਗੱਲਾਂ ਕਰਦੇ ਸੀ 54,000 ਕਰੋੜ ਰੁਪਇਆ ਸਾਨੂੰ ਰੇਤੇ ਬਜਰੀ 'ਚੋਂ ਤੇ ਫਲਾਣੇ ਥਾਂ ਤੋਂ ਤੇ ਧੌਂਕੇ ਥਾਂ ਤੋਂ ਆ ਜਾਊਗਾ। ਅੱਜ ਉਹ ਕਿੱਥੇ ਹੈ? ਇਸ ਕਰਕੇ ਮੇਰੀ ਬੇਨਤੀ ਹੈ ਕਿ ਰਹਿਣਾ ਤਾਂ ਮੁੱਦੇ ਤੇ ਚਾਹੀਦਾ ਸੀ ਕਿ ਇਲੈਕਸ਼ਨ ਕਮਿਸ਼ਨ ਨੇ ਜਿਹੜੇ ਸੁਝਾਅ ਮੰਗੇ ਆ ਉਹਦੇ ਤੇ ਪਾਰਟੀਆਂ ਕੀ ਲਿਖ ਕੇ ਭੇਜਣਗੀਆਂ। ਤੇ ਅੱਜ ਗੱਲਾਂ ਇੱਕ ਦੂਜੇ ਨੂੰ ਗਾਲਾਂ ਦੇ ਕੇ ਅਸੀਂ ਉੱਡ ਜੰਨੇ ਆ ਤੇ ਅਸਲ ਮੁੱਦੇ ਤੋਂ ਫੇਰ ਭਟਕ ਜੰਨੇ ਆ। ਸਾਡੀ ਪਾਰਟੀ ਦਾ ਸਟੈਂਡ ਹੈ ਕਿ ਜਿਹੜਾ ਮੈਨੀਫੈਸਟੋ ਹੈ ਉਹ ਲੀਗਲ ਡਾਕੂਮੈਂਟ ਬਣਨਾ ਚਾਹੀਦਾ। ਅਗਰ ਕੋਈ ਪਾਰਟੀ ਉਹਨੂੰ ਪੂਰਾ ਨਹੀਂ ਕਰਦੀ ਤਾਂ ਅਗਲੇ ਵਾਰੀ ਉਹ ਪਾਰਟੀ ਇਲੈਕਸ਼ਨ ਨਾ ਲੜ ਸਕੇ। ਅਸੀਂ ਕਹਿੰਦੇ ਕਿ ਐਡਾ ਸਖਤ ਠੀਕ ਹੈ, ਚਲੋ ਮੈਂ ਠੀਕ ਹੈ, ਜਵਾਬ ਲੈ ਲਵਾਂ RPS ਜੀ, ਜਵਾਬ ਤੁਹਾਡਾ ਜ਼ਰੂਰੀ ਹੈ। ਸਿੱਧਾ ਜੋ ਅਕਾਲੀ ਦਲ ਇਸ ਸਮੇਂ ਜ਼ਿਕਰ ਕਰ ਰਿਹਾ ਨਾ ਕਿ ਲੀਗਲ ਡਾਕੂਮੈਂਟ ਬਣਨਾ ਚਾਹੀਦਾ ਸੀ, ਉਸਦੇ ਪੱਖ ਦੇ ਵਿੱਚ ਆ, ਤੁਸੀਂ ਹੋ ਕਿ ਨਹੀਂ ਹੋ? ਅਸੀਂ 200% ਆ। ਅਸੀਂ ਤਾਂ ਬਹੁਤ ਦੇਰ ਤੋਂ ਕਹਿ ਰਹੇ ਹਾਂ, ਸ਼ੁਰੂ ਤੋਂ ਕਹਿ ਰਹੇ ਹਾਂ ਕਿ ਵੀ ਇਹ ਲੀਗਲ ਡਾਕੂਮੈਂਟ ਬਣਨਾ ਚਾਹੀਦਾ ਹੈ। ਔਰ ਸਾਡੀ ਹੀ ਪਾਰਟੀ ਹੈ ਜਿਹੜੀ ਆਪਣਾ ਮੈਨੀਫੈਸਟੋ ਹੈ ਉਸ ਤੋਂ ਵੱਧ ਕੇ ਜਿਹੜਾ ਪੂਰਾ ਕਰ ਰਹੀ ਹੈ। ਔਰ ਇੱਕ ਗੱਲ ਮੈਂ ਇੱਥੇ ਕਹਿ ਦਿਆਂ, ਮੈਂ ਇਹ ਨਹੀਂ ਕਿਹਾ ਕਿ ਸਾਰੀਆਂ ਪਾਰਟੀਆਂ ਬੇਈਮਾਨ ਨੇ ਜਾਂ ਚੋਰ ਨੇ। ਪਤਾ ਨਹੀਂ ਇਹਨਾਂ ਨੂੰ ਕਿਉਂ ਲੱਗਦਾ ਵੀ ਮੈਂ ਇਹਨਾਂ ਨੂੰ ਕਹਿ ਰਿਹਾ ਹੈਗਾ ਕਿ ਬੇਈਮਾਨ ਹੈ ਕਿ ਚੋਰ ਹੈ। ਉਹ ਇਹ ਆਪ ਸਮਝ ਸਕਦੇ ਹੈਗੇ ਆ। ਔਰ ਸਿੱਧਾ ਨਾਲ ਲੈ ਕੇ ਕੋਈ ਜਿਹਦਾ ਕਹਿਣਾ ਜੀ ਮੰਤਰੀ ਸਾਡੇ ਇੱਕ ਮਿੰਟ ਸਰ, ਇੱਕ ਮਿੰਟ, ਇਸ ਦੇਸ਼ ਦੇ ਲੋਕ ਕੋਈ ਬੱਚੇ ਨਹੀਂ ਹੈਗੇ, ਸਭ ਸਮਝਦੇ ਆ ਜਿਹੜੇ ਵੋਟ ਪਾਉਂਦੇ ਹੈਗੇ ਆ ਕਿਹੜੇ ਬੇਈਮਾਨ ਹੈਗੇ ਆ। ਇਹ ਚੋਰ ਕੀ ਦਾੜੀ ਮੇ ਤਿਨਕਾ ਵਾਲੀ ਗੱਲ ਲੱਗਦੀ ਹੈ ਮੈਨੂੰ। ਤੇ ਦੂਜੀ ਜਿਹੜੀ ਹੈ ਮੰਤਰੀ ਦੀ ਗੱਲ ਕਰਦੇ ਆ, ਦੇਖੋ ਅਸੀਂ ਆਪ ਆਪਣਾ ਮੰਤਰੀ ਫੜਿਆ, ਤੁਸੀਂ ਕਦੀ ਕੋਈ ਫੜਿਆ? ਤੁਸੀਂ ਦੂਜਾ ਵੀ ਨਹੀਂ ਫੜਿਆ, ਤੁਸੀਂ ਆਪਣਾ ਕੀ ਫੜਨਾ ਸੀਗਾ? ਔਰ ਜਿਹੜਾ ਦੂਜੇ ਮੰਤਰੀ ਦੀ ਗੱਲ ਚੱਲ ਰਹੀ ਹੈ, ਇਨਵੈਸਟੀਗੇਸ਼ਨ ਚੱਲ ਰਹੀ ਹੈ ਔਰ ਜੇ ਉਸਦਾ ਕੁਝ ਬਣਦਾ ਹੋਏਗਾ ਅਸੀਂ ਜ਼ਰੂਰ ਉਸ ਤੇ ਕਾਰਵਾਈ ਕਰਾਂਗੇ। ਤੁਹਾਡੇ ਤੋਂ ਸੁਣਨ ਦੀ ਲੋੜ ਨਹੀਂ ਹੈ। ਔਰ ਐਜੂਕੇਸ਼ਨ ਦੀ ਤੁਸੀਂ ਗੱਲ ਕਰਦੇ ਹੋ ਜਨਾਬ, ਤੁਸੀਂ ਫਰਜ਼ੀ ਸਰਵੇ ਕਰਵਾ ਕੇ 1 ਨੰਬਰ ਤੇ ਲੈ ਆਏ ਹੋ। ਪੰਜਾਬ ਦੇ ਲੋਕਾਂ ਤੋਂ ਪੁੱਛੋ, ਤੁਸੀਂ ਆਪ ਦੱਸੋ ਤੁਹਾਡੇ ਬੱਚੇ ਸਰਕਾਰੀ ਸਕੂਲ 'ਚ ਪੜ੍ਹਦੇ ਹੈ? ਜੇ ਪੜ੍ਹਦੇ ਹੋਣ ਤਾਂ ਦੱਸੋ। ਔਰ ਸਰ 10% ਤੋਂ ਘੱਟ ਸਕੂਲਾਂ ਵਿੱਚ ਬੇਸਿਕ ਫੈਸਿਲਿਟੀਆਂ ਹੈਗੀਆਂ ਜਿਸ ਵਿੱਚ ਬਾਉਂਡਰੀ ਵਾਲ ਨਹੀਂ ਹੈਗੀ, ਬਾਥਰੂਮ ਨਹੀਂ ਹੈਗਾ, ਪਾਣੀ ਨਹੀਂ ਹੈਗਾ, ਫਰਨੀਚਰ ਨਹੀਂ ਹੈਗਾ, ਗੇਟ ਨਹੀਂ ਹੈਗੇ। ਔਰ ਸਿਰਫ ਜਿਹੜਾ 400 ਜਿਹੜੇ 1600 ਸਕੂਲਾਂ ਵਿੱਚ ਇੱਕ ਟੀਚਰ ਸੀਗਾ ਔਰ 400 ਸਕੂਲਾਂ ਵਿੱਚ ਟੀਚਰ ਹੀ ਨਹੀਂ ਸੀਗਾ। ਸੋ ਇੰਨਾ ਬੁਰਾ ਹਾਲ ਸੀ ਪੰਜਾਬ ਦੇ ਸਕੂਲਾਂ ਦਾ। ਹੁਣ ਪਿਛਲੇ ਮਹੀਨੇ ਜਿਹੜਾ ਸਰਵੇ ਆਇਆ ਹੈਗਾ ਔਰ ਇਹ ਫਰਜ਼ੀ ਸਰਵੇ ਦਿਖਾ ਕੇ ਜਿਸ ਐਜੂਕੇਸ਼ਨ ਮਾਡਲ ਦਾ ਸਾਰੀ ਦੁਨੀਆ ਗੁਣਗਾਨ ਕਰ ਰਹੀ ਹੈ ਉਹਨੂੰ ਇਹ ਝੂਠਾ ਦੱਸ ਰਹੇ ਹੈ। ਔਰ ਜਿਹੜੀ ਇਹ ਚਲੋ ਠੀਕ ਹੈ ਸੀ ਕਿ ਵੀ ਦਿੱਲੀ ਆਪਾਂ ਪੁਆਇੰਟ ਦੇ ਉੱਤੇ ਰਹੀਏ, ਮੇਰੇ ਕੋਲ ਸਮਾਂ ਬਹੁਤ ਪੂਰਾ ਹੁਣ ਮੈਂ ਤੁਹਾਡੇ ਕੋਲ ਵਾਪਸ ਆਉਣਾ ਹੈ। ਗੌਰਵ ਜੀ ਆਮ ਆਦਮੀ ਪਾਰਟੀ ਦੇ ਐਮਐਲਏ ਸਾਹਿਬ ਨੂੰ ਪੁੱਛ ਕੇ ਦੱਸੋ ਦਿੱਲੀ ਦੇ ਕਿੰਨੇ ਐਮਐਲਏ ਮੰਤਰੀ ਬਹੁਤ ਵਾਈਡ ਹੋ ਜਾਏਗਾ ਨਾ। ਮੈਂ ਉਹੀ ਕਹਿ ਰਿਹਾ ਪੁਆਇੰਟ ਦੇ ਉੱਤੇ ਰਹੀਏ ਆਪਾਂ ਗੱਲਬਾਤ ਆਪਣੀ। ਕਿੰਨੇ ਐਮਐਲਏ ਮੰਤਰੀਆਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਆ ਦਿੱਲੀ 'ਚ? ਦੱਸ ਕੇ ਜਾਣ ਜ਼ਰੂਰ। ਤੁਸੀਂ ਆਪਣੇ ਦੱਸੋ ਨਾ, ਤੁਸੀਂ ਨੰਬਰ 1 ਕਹਿ ਰਹੇ ਹੋ, ਤੁਸੀਂ ਨੰਬਰ 1 ਕਹਿ ਰਹੇ ਹੋ, ਤੁਸੀਂ ਦੱਸੋ ਤੁਹਾਡੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਆ? ਤੁਸੀਂ ਨੰਬਰ 1 ਕਹਿ ਰਹੇ ਹੋ ਨਾ, ਅਸੀਂ ਤਾਂ ਨਹੀਂ ਕਹਿ ਰਹੇ।
ਚਲੋ ਠੀਕ ਹੈ ਦੇਸ਼ ਦੇ ਅੰਕੜੇ ਬੋਲਦੇ ਆ, ਇਹ ਤੁਹਾਡੇ ਘਰੇ ਬੈਠ ਕੇ ਨਹੀਂ ਕੱਲਾ ਟੈਲੀਵਿਜ਼ਨ ਦੇ ਐਡ ਦੇ ਉੱਤੇ ਬਣ ਜਾਂਦੇ ਆ। ਦੇਸ਼ ਦੇ ਅੰਕੜੇ ਬੋਲਦੇ ਆ, ਦੇਸ਼ ਦੇ ਅੰਕੜੇ ਜਿਹੜੇ ਇੱਕ ਪੈਰਾਮੀਟਰ ਬਣਾਏ ਹੋਏ ਆ। ਤੁਹਾਡਾ ਫਿਰ ਦਿੱਲੀ ਕਿਉਂ ਨਹੀਂ ਆਉਂਦਾ ਉਹਦੇ ਵਿੱਚ? ਥੋੜੇ ਹੋਲਡ ਕਰੋ, ਤੁਸੀਂ ਥੋੜਾ ਹੋਲਡ ਕਰੋ, ਸਮਝ ਆਵੇ ਬਰਾੜ ਸਾਹਿਬ ਜੈਬਾਨ ਜੀ ਪਲੀਜ਼ ਥੋੜੀ ਰਿਕੁਐਸਟ ਹੈ, ਸਮਝ ਆਵੇ ਲੋਕਾਂ ਨੂੰ, ਚਰਚਾ ਦਾ ਉਹੀ ਫਾਇਦਾ। ਛਾਬੜਾ ਜੀ ਮੈਂ ਇੱਕ ਚੀਜ਼ ਤੁਹਾਡੇ ਤੋਂ ਸਮਝਣੀ ਚਾਹੁੰਦਾ, ਤੁਸੀਂ ਵੀ ਕੁਝ ਕਹਿਣਾ ਚਾਹ ਰਹੇ ਹੋ। ਇੱਕ ਪਾਰਟੀ ਨੇ ਆਪਣੇ ਮੈਨੀਫੈਸਟੋ ਦੇ ਵਿੱਚ ਜਾਂ ਫਿਰ ਇਸ ਪਰਫਾਰਮੇ ਦੇ ਵਿੱਚ ਜੋ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਦਿੱਤਾ ਗਿਆ, ਇਸ ਦੇ ਵਿੱਚ ਭਰ ਕੇ ਦੱਸ ਦਿੱਤਾ ਕਿ ਜਦੋਂ ਸਾਡੀ ਸਰਕਾਰ ਆਈ ਅਸੀਂ 5000 ਕਰੋੜ ਰੁਪਇਆ ਇਸ ਵਸੀਲੇ ਤੋਂ ਅਰੇਂਜ ਕਰਾਂਗੇ ਤੇ 5000 ਕਰੋੜ ਦਾ ਫਾਇਦਾ ਜਾਏਗਾ। ਉਦਾਹਰਨ ਦੇ ਤੌਰ ਤੇ ਮੈਂ ਕਹਿ ਰਿਹਾ, ਸਰਕਾਰ ਬਣਨ ਤੋਂ ਬਾਅਦ ਉਹ ਕਹਿਣ ਕਿ ਨਹੀਂ ਜੀ ਉੱਥੋਂ 5000 ਕਰੋੜ ਆਇਆ ਨਹੀਂ, ਫਿਰ ਕੀ ਹੋਏਗਾ? ਫਿਰ ਕੀ ਕਰ ਲਾਂਗੇ? ਗੱਲ ਉਹੀ ਹੈ, ਕਿਸੇ ਦੇ ਉੱਪਰ ਇਸ ਤਰੀਕੇ ਨਾਲ ਤਾਂ ਨਹੀਂ ਕਿਹਾ ਜਾ ਸਕਦਾ ਕਿ ਨਹੀਂ ਜੀ ਹੁਣ ਤੁਸੀਂ ਇਹ ਕਰ ਦਿੱਤਾ ਤਾਂ ਹੁਣ ਤੁਹਾਡੀ ਜਵਾਬਦੇਹੀ ਹੋਏਗੀ ਜਾਂ ਕੇਸ ਹੋਏਗਾ, ਜਾਂ ਫਿਰ ਇਸ ਤਰੀਕੇ ਨਾਲ ਇਲੈਕਸ਼ਨ ਕਮਿਸ਼ਨ ਕਰੇ ਕੁਝ। ਨਹੀਂ ਦੇਖੋ, ਇਲੈਕਸ਼ਨ ਕਮਿਸ਼ਨ ਦਾ ਪੁਆਇੰਟ ਆਪਾਂ ਨੂੰ ਸਮਝਣਾ ਪਏਗਾ। ਇਲੈਕਸ਼ਨ ਕਮਿਸ਼ਨ ਨੇ ਕੀ ਹੈ, ਪਹਿਲੇ ਕਦੇ ਇਹ ਵਾਲਾ ਸਵਾਲ ਨਹੀਂ ਆਇਆ। ਇਲੈਕਸ਼ਨ ਕਮਿਸ਼ਨ ਨੂੰ ਅੱਜ ਹੀ ਇਹ ਵਾਲਾ ਮੁੱਦਾ ਕਿਉਂ ਚੁੱਕਣਾ ਪਿਆ? ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਦੇਖੋ ਬਹੁਤ ਸਾਰੀਆਂ ਘੋਸ਼ਣਾਵਾਂ ਪਿੱਛੇ ਜਿਹਾ ਆਮ ਆਦਮੀ ਪਾਰਟੀ ਨੇ ਕੀਤੀਆਂ ਸੀ, ਕਰਨੀਆਂ ਚਾਹੀਦੀਆਂ ਜਾਂ ਨਹੀਂ ਕਰਨੀਆਂ ਚਾਹੀਦੀਆਂ ਇਹ ਇੱਕ ਅਲੱਗ ਵਿਸ਼ੇ ਹੈ, ਔਰ ਉਹ ਸਾਰੀਆਂ ਫ੍ਰੀ ਬੀਜ ਸੀ, ਔਰ ਆ ਨੌਕਰੀਆਂ ਦੇਣ ਦੀ ਗੱਲ। ਅੱਜ ਤੁਸੀਂ ਮੈਨੂੰ ਇਹ ਦੱਸੋ, ਜੇ ਉਹ ਫ੍ਰੀ ਬੀਜ ਦੀ ਇਹਨਾਂ ਨੇ ਘੋਸ਼ਣਾਵਾਂ ਕੀਤੀਆਂ ਸੀ, ਉਹ ਫ੍ਰੀ ਬੀਜ ਲੋਕਾਂ ਨੂੰ ਮਿਲੀਆਂ ਹੁੰਦੀਆਂ ਤੇ 3 ਮਹੀਨਿਆਂ ਬਾਅਦ ਜਿਹੜਾ ਹੈ ਸੰਗਰੂਰ, ਜਿਹੜਾ ਸਾਡਾ ਜ਼ਿਲ੍ਹਾ ਹੈ ਸੰਗਰੂਰ, ਇਹਨਾਂ ਦੀ ਰਾਜਧਾਨੀ ਗਿਣੀ ਜਾਂਦੀ ਹੈ, ਉੱਥੋਂ ਆਮ ਆਦਮੀ ਪਾਰਟੀ ਹਾਰਦੀ ਨਾ, ਬਾਕੀ ਪਾਰਟੀਆਂ ਪਿੱਛੇ ਨਾ ਜਾਂਦੀਆਂ। ਦੂਸਰੀ ਗੱਲ ਜਿਹੜੀ ਗੱਲ ਹੈ, ਦੇਖੋ ਗੱਲ ਸੁਣੋ, ਕਿਸ ਵਰਗ ਵਾਸਤੇ ਇਹਨਾਂ ਨੇ ਫ੍ਰੀ ਬੀਜ ਕੀਤੀਆਂ ਸੀ। ਅੱਜ ਉਹ ਸਾਰਾ ਵਰਗ ਜਿਹੜਾ ਹੈ ਸੜਕਾਂ ਦੇ ਉੱਪਰ ਹੈ, ਚਾਹੇ ਉਹ ਕਿਸਾਨ ਹੋਵੇ, ਚਾਹੇ ਉਹ ਰੋਡਵੇਜ ਕਰਮਚਾਰੀ ਹੋਣ, ਚਾਹੇ ਉਹ ਬਿਜਲੀ ਦੇ ਕਰਮਚਾਰੀ ਹੋਣ, ਚਾਹੇ ਉਹ ਕਿਸੇ ਹੋਰ ਡਿਪਾਰਟਮੈਂਟ ਦੇ ਕਾਰਜ ਹੋਣ, ਕੱਚੇ ਕਰਮਚਾਰੀ ਹੋਣ, ਪੱਕੇ ਕਰਨ ਵਾਸਤੇ। ਤੁਸੀਂ ਜਿਸ ਪੁਆਇੰਟ ਦੇ ਉੱਤੇ ਉਹ ਸਮਝ ਆ ਰਿਹਾ ਹੈ, ਪਰ ਗੱਲ ਇਹ ਹੈ ਕਿ ਜੇ ਡਾਕੂਮੈਂਟ ਲਿਖ ਕੇ ਵੀ ਦੇ ਦਿੱਤਾ ਉਹ ਤਾਂ 5 ਸਾਲ ਦੇ ਲਈ ਹੋਏਗਾ। ਉਹ ਤਾਂ 5 ਸਾਲ ਬਿਲਕੁਲ ਐਂਡ ਦੇ ਵਿੱਚ ਜਾ ਕੇ ਪੁੱਛਿਆ ਜਾਏਗਾ ਕਿ ਤੁਸੀਂ ਆ ਦੇਖੋ ਜੀ 50 ਵਾਅਦੇ ਕੀਤੇ ਸੀ, ਪੂਰੇ ਨਹੀਂ ਹੋਏ, 5 ਸਾਲ ਹੋ ਗਏ, ਦੱਸੋ ਕੀ ਕਰੋਗੇ? ਲੇਕਿਨ ਦੇਖੋ 5 ਸਾਲ ਪੂਰੇ ਹੋ ਗਏ ਹੋਣਗੇ, ਉਸ ਤੋਂ ਬਾਅਦ ਚੁਣਾਵ 3 ਮਹੀਨੇ ਬਾਅਦ ਤਾਂ ਪੁੱਛਿਆ ਨਹੀਂ ਜਾਏਗਾ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਵੀ। ਨਹੀਂ ਚੁਣਾਵ ਆਯੋਗ ਨੂੰ ਇੱਕ ਫੈਸਲਾ ਤਾਂ ਚੁਣਾਵ ਆਯੋਗ ਕਰ ਸਕਦਾ ਨਾ, ਜੋ ਇੰਨਾ ਵੱਡਾ ਆਰਡਰ ਇਹਨਾਂ ਨੇ ਕੱਢਿਆ। ਠੀਕ ਹੈ, ਮੈਂ ਆਰਪੀਐਸ ਆਉਂਗਾ, ਤੁਸੀਂ ਇਕੱਠਾ ਜਵਾਬ ਦਿਓ ਵੀ ਜੇ ਇਹਨਾਂ ਨੇ ਜੋ ਵਾਅਦੇ ਪੂਰੇ ਕੀਤੇ ਸੀ, ਜੋ ਇਹਨਾਂ ਨੇ ਆਦਾ ਸਿਸਟਮ ਬਣਾ ਕੇ ਖਾਕਾ ਬਣਾ ਕੇ ਦਿੱਤਾ ਸੀ, ਉਹਦੇ ਤੇ ਅਗਰ ਇਹ ਪੂਰੇ ਨਹੀਂ ਹੋਏ ਔਰ ਉਹ ਵਾਅਦੇ ਪੂਰੇ ਨਹੀਂ ਹੋਏ, ਉਸ ਤਰ੍ਹਾਂ ਦੇ ਬਜਟ ਅਰੇਂਜ ਨਹੀਂ ਕਰ ਸਕੇ, ਸਾਰੀਆਂ ਹਵਾਈ ਗੱਲਾਂ ਸੀ, ਔਰ ਕਿਉਂ ਨਾ ਇਹਨਾਂ ਪਾਰਟੀਆਂ ਨੂੰ ਜਿਨ੍ਹਾਂ ਨੇ ਇਹ ਸਾਰੀਆਂ ਗੱਲਾਂ ਕੀਤੀਆਂ ਸੀ, ਇਹਨਾਂ ਪਾਰਟੀਆਂ ਨੂੰ ਬੈਨ ਕੀਤਾ ਜਾਵੇ, ਜਿਹੜੀ ਆਵਾਜ਼ ਉੱਠੀ ਵੀ ਹੈ। ਠੀਕ ਹੈ, ਪਰ ਦੂਜਾ ਪੁਆਇੰਟ ਇਹ ਵੀ ਹੈ ਛਾਬੜਾ ਸਾਹਿਬ ਕਿ ਆਪਾਂ ਸਰਕਾਰ ਛੱਡੋ, ਇੱਕ ਕੰਪਨੀ ਕੋਈ ਕਹੇ ਜਾਂ ਕੰਪਨੀ ਦਾ ਕੋਈ EMPLOYE ਕਹੇ ਜਾਂ ਕੰਪਨੀ ਦਾ ਸਟਾਫ ਕਹੇ ਕਿ ਅਸੀਂ ਅਗਲੇ 1 ਸਾਲ 2 ਸਾਲ ਦੇ ਵਿੱਚ ਕੰਪਨੀ ਨੂੰ ਇੰਨੇ ਕਰੋੜ ਕਮਾ ਕੇ ਦੇਵਾਂਗੇ, ਨਾ ਕਮਾ ਹੋਏ ਤਾਂ ਫਿਰ ਕੀ ਹੋਏਗਾ? ਤਾਂ ਟਾਰਗੇਟ ਹੋ ਗਿਆ ਨਾ। ਹੁਣ ਕਿਸੇ ਸਰਕਾਰ ਦੇ ਵਿੱਚ ਜੇ ਕੋਵਿਡ ਆ ਗਿਆ, ਕੈਪਟਨ ਸਾਹਿਬ ਬਹੁਤ ਜ਼ਿਕਰ ਕਰਦੇ ਚਲੇ ਗਏ ਕਿ ਕੋਵਿਡ ਆ ਗਿਆ ਸੀ ਸਾਡੇ ਸਮੇਂ, ਹੋਰ ਸਰਕਾਰਾਂ ਵੀ ਜ਼ਿਕਰ ਕਰਦੀਆਂ ਨੇ। ਖੈਰ ਮੇਰੇ ਕੋਲ ਸਮਾਂ ਬਹੁਤ ਘੱਟ ਹੈ, ਛੋਟਾ ਸਭ ਦਾ ਰਿਐਕਸ਼ਨ ਜ਼ਰੂਰ ਲੈਣਾ। ਸੁਖਵਿੰਦਰ ਜੀ, ਲੀਗਲ ਡਾਕੂਮੈਂਟ ਬਣਨਾ ਚਾਹੀਦਾ ਜਾਂ ਨਹੀਂ ਚਾਹੀਦਾ? ਤੁਹਾਨੂੰ ਲੱਗਦਾ ਕਿ ਇਲੈਕਸ਼ਨ ਕਮਿਸ਼ਨ ਦਾ ਫੈਸਲਾ ਸਵਾਗਤਯੋਗ ਹੈ? ਬਿਲਕੁਲ, ਅਸੀਂ ਇਸ ਗੱਲ ਦੇ ਨਾਲ ਸਹਿਮਤ ਹਾਂ ਕਿ ਇਹ ਬਣਨਾ ਚਾਹੀਦਾ ਹੈ ਜੀ। ਔਰ ਜਿਵੇਂ ਤੁਸੀਂ ਕਿਹਾ ਕਿ ਅਗਰ ਤੁਸੀਂ ਕੋਈ ਪਲਾਨ ਕਰਦੇ ਹੋ, ਅਗਰ ਤੁਸੀਂ ਕੋਈ ਨੀਤੀ ਲੋਕਾਂ ਦੇ ਸਾਹਮਣੇ ਲੈ ਕੇ ਆਉਂਦੇ ਹੋ ਇਲੈਕਸ਼ਨ ਤੋਂ ਪਹਿਲਾਂ, ਅਗਰ ਉਹਦੇ ਅੰਦਰ ਫਿਰ ਕਿਤੇ ਨਾ ਕਿਤੇ ਤੁਹਾਡੇ ਕੋਲ ਪੈਸੇ ਦਾ ਜਿਹੜਾ ਅਰੇਂਜ ਜਾਂ ਹੁੰਦਾ ਜਾਂ ਨਹੀਂ ਹੁੰਦਾ, ਮੇਰੇ ਖਿਆਲ ਦੇ ਅੰਦਰ ਜਦੋਂ ਬਜਟ ਪੇਸ਼ ਹੁੰਦਾ ਉਹਦੇ ਅੰਦਰ ਸਾਰੀ ਜਿਹੜੀ ਤਰਕੀਬ ਰੱਖੀ ਜਾਂਦੀ ਹੈ ਕਿ ਇੰਨਾ ਪੈਸਾ ਜਿਹੜਾ ਆ ਉਹ ਅਸੀਂ ਐਜੂਕੇਸ਼ਨ ਤੇ ਖਰਚ ਕਰਾਂਗੇ, ਇੰਨਾ ਚੰਗੇ ਡਿਗਰੀ ਕਾਲਜਾਂ ਦੇ ਲਈ ਖਰਚ ਕਰਾਂਗੇ, ਇੰਨਾ এনवायरमेंट ਤੇ ਖਰਚ ਕਰਾਂਗੇ, ਇੰਨਾ ਖੇਤੀਬਾੜੀ ਤੇ ਖਰਚ ਕਰਾਂਗੇ। ਮੇਰੇ ਖਿਆਲ ਦੇ ਅੰਦਰ ਅਗਰ ਅਸੀਂ ਜਿਸ ਮਕਸਦ ਦੇ ਵਾਸਤੇ, ਜਿਸ ਮੁੱਦੇ ਦੇ ਵਾਸਤੇ ਅੱਜ ਸਾਡੀ ਬਹਿਸ ਹੈ, ਇਸ ਮੁੱਦੇ ਦੇ ਉੱਤੇ ਸਾਨੂੰ ਸਾਰਿਆਂ ਨੂੰ ਇਕਮੁੱਖ ਹੋਣਾ ਚਾਹੀਦਾ ਹੈ। ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਸਾਨੂੰ ਇਸ ਗੱਲ ਦੀ ਹਮਾਇਤ ਵਿੱਚ ਆਉਣਾ ਚਾਹੀਦਾ ਔਰ ਆਪਣੇ ਅੰਦਰ ਝਾਤੀ ਮਾਰ ਕੇ ਕਿ ਅਸੀਂ ਜੋ ਲੋਕਾਂ ਦੇ ਨਾਲ ਵਾਅਦਾ ਕਰਨਾ ਅਸੀਂ ਉਹਨੂੰ ਆਉਣ ਵਾਲੇ ਸਮੇਂ ਦੇ ਅੰਦਰ ਪੂਰੀ ਕਰਨਾ ਹੈ। ਨਹੀਂ ਫਿਰ ਇਹ ਤਾਂ ਬੜਾ ਫਾਰਮੂਲਾ ਹੈ ਨਾ ਸਰ ਅੱਜਕੱਲ ਕਿ ਇੱਕ ਵਾਰ ਕਰ ਦੋ ਜੋ ਵਾਅਦੇ ਕਰਨੇ ਆ, ਜਦੋਂ ਸਰਕਾਰ ਬਣੇਗੀ ਦੇਖ ਲਾਂਗੇ ਕਿਹੜਾ ਬਣੀ ਹੋਈ ਹੈ ਸਰਕਾਰ। ਇਹ ਤਾਂ ਆਮ ਤੌਰ ਤੇ ਗੱਲ ਲੋਕ ਗੱਲਾਂ ਕਰ ਲੱਗੇ ਆਪਸ ਦੇ ਵਿੱਚ ਕਿ ਪੋਲੀਟੀਕਲ ਪਾਰਟੀਆਂ ਨੇ ਖੁੱਲੇ ਦਿਲ ਨਾਲ ਕਹਿਣਾ ਕਿ ਹਾਂਜੀ ਬੋਲੋ, ਤੁਹਾਨੂੰ ਚੰਨ ਤੇ ਜ਼ਮੀਨ ਦਵਾ ਦਾਂਗੇ, ਤਾਰੇ ਤੋੜ ਕੇ ਲਿਆ ਦਾਂਗੇ, ਸਭ ਕੁਝ ਕਰ ਦਾਂਗੇ, ਕਿ ਜਦੋਂ ਸਰਕਾਰ ਬਣੂਗੀ ਦੇਖਾਂਗੇ ਕਰਨਾ ਹੋਏਗਾ ਨਹੀਂ ਕਰਨਾ ਹੋਏਗਾ, ਹੋਏਗਾ ਨਹੀਂ ਹੋਏਗਾ। ਇਹ ਤਾਂ ਪੁਆਇੰਟ ਹੈਗਾ ਨਾ। ਦੇਖੋ ਗੌਰਵ ਜੀ, ਮੈਂ ਵੀ ਇਹੀ ਗੱਲ ਕਹਿ ਰਿਹਾ ਕਿ ਅਸੀਂ ਬਹੁਤ ਸਾਰੇ ਅਜਿਹੇ ਵਾਅਦੇ ਲੋਕਾਂ ਦੇ ਨਾਲ ਕਰਦੇ ਹਾਂ ਜਿਹੜੀ ਲੋਕਾਂ ਦੀ ਡਿਮਾਂਡ ਵੀ ਨਹੀਂ ਹੁੰਦੀ। ਲੋਕਾਂ ਨੂੰ ਅਜਿਹੇ ਵਾਅਦੇ ਦੇ ਨਾਲ ਭਰਮਾਇਆ ਜਾਂਦਾ ਕਿ ਉਹ ਸਾਡੀ ਵੱਲ ਨੂੰ ਜਿਹੜਾ ਉਹਨਾਂ ਦਾ
ਵੋਟ ਆਵੇ। ਪਰ ਮੈਂ ਜਿਹੜੀ ਗੱਲ ਤੁਹਾਡਾ ਸਵਾਲ ਹੈ ਬਿਲਕੁਲ ਠੀਕ ਹੈ। ਮੈਂ ਇਹ ਕਹਿਣਾ ਚਾਹਨਾ ਕਿ ਅਗਰ ਅਸੀਂ ਆਪਣੇ ਬਜਟ ਦੇ ਅੰਦਰ ਉਸ ਪੈਸੇ ਦਾ ਸਹੀ ਇਸਤੇਮਾਲ ਕਰਾਂਗੇ ਦੇਸ਼ ਦੇ ਕਾਨੂੰਨ ਦੇ ਅਨੁਸਾਰ, ਕਿ ਅਗਰ ਅਸੀਂ ਬਹੁਤ ਲੰਬੇ ਸਮੇਂ ਤੋਂ ਇਹ ਮੈਂ ਹਮੇਸ਼ਾ ਕਹਿੰਦਾ ਆਇਆ, ਗੌਰਵ ਜੀ ਸਿਰਫ ਇੱਕ ਮਿੰਟ, ਇੱਕ ਸਕਿੰਟ ਚਾਹੀਦਾ, ਬਸ 5 ਸੈਕਿੰਡ ਚਾਹੀਦੇ ਨੇ, ਕਿ ਜੇ ਸਰਕਾਰਾਂ ਦੀ ਨੀਅਤ ਸਾਫ਼ ਹੋਵੇ, ਦੇਸ਼ ਦੀ ਸੱਤਾ ਔਰ ਸਟੇਟਾਂ ਦੀ ਸੱਤਾ ਤੇ ਆਉਣ ਵਾਲੇ ਲੋਕਾਂ ਦੀ ਨੀਅਤ ਸਾਫ਼ ਹੋਵੇ, ਤਾਂ ਮੇਰੇ ਖਿਆਲ ਦੇ ਅੰਦਰ ਦੇਸ਼ ਦਾ ਕਾਨੂੰਨ ਬਹੁਤ ਅੱਛਾ ਹੈ। ਸਾਨੂੰ ਉਹਦੇ ਤੇ ਕੰਮ ਕਰਨਾ ਚਾਹੀਦਾ। ਜਿਹੜੇ ਵਾਅਦੇ ਲੋਕਾਂ ਦੇ ਨਾਲ ਕੀਤੇ ਆ ਉਹ ਪੂਰੇ ਕਰਨੇ ਚਾਹੀਦੇ ਆ, ਤਾਂ ਹੀ ਲੋਕਾਂ ਦਾ ਭਲਾ ਹੋ ਸਕਦਾ ਹੈ। ਕੰਕਲੂਡ ਕਰਨਾ ਹੋਏਗਾ। ਜੈਬਨ ਜੀ, ਆਰਪੀਐਸ ਜੀ, ਮੈਂ ਤੁਹਾਡੇ ਕੋਲ ਆ ਰਿਹਾ। ਜੈਬਨ ਜੀ 20 ਸੈਕਿੰਡਸ ਹੈ ਸਰ, ਪਲੀਜ਼ ਤੁਸੀਂ ਆਪਣੀ ਗੱਲ ਰੱਖ ਸਕਦੇ ਹੋ। ਲੀਗਲ ਡਾਕੂਮੈਂਟ ਹੋਣਾ ਚਾਹੀਦਾ ਕਿ ਨਹੀਂ? ਮੈਂ ਇਹੋ ਹੀ ਕਹਾਂਗਾ ਕਿ ਲੀਗਲ ਡਾਕੂਮੈਂਟ ਪੱਕਾ ਇਹਨੂੰ ਬਣਨਾ ਚਾਹੀਦਾ ਹੈ, ਤੇ ਜੋ ਪੁਆਇੰਟਸ ਦਿੱਤੇ ਨੇ ਸੁਖਵਿੰਦਰ ਜੀ ਨੇ ਤੇ ਬਰਾੜ ਸਾਹਿਬ ਨੇ, ਚਾਵੜਾ ਸਾਹਿਬ ਦੇ ਨੇ, ਉਹਨਾਂ ਦੇ ਨਾਲ ਮੇਰੀ ਪਾਰਟੀ ਦੀ ਪੂਰੀ ਸਹਿਮਤੀ ਹੈ। ਤੇ ਜਿਸ ਤਰੀਕੇ ਦੇ ਨਾਲ ਤੁਹਾਡੇ ਚੈਨਲਸ ਨੂੰ ਇਹ ਆਮ ਆਦਮੀ ਪਾਰਟੀ ਯੂਜ਼ ਕਰ ਰਹੀ ਹੈ, ਗਲਤ ਸ਼ਬਦ ਬੋਲ ਰਹੀ ਹੈ, ਇਹਨਾਂ ਨੂੰ ਰੋਕਣਾ ਚਾਹੀਦਾ ਹੈ। ਤੇ ਲਾਸਟਲੀ ਮੈਨੂੰ ਲੱਗਦਾ ਹੈ ਕਿ ਜਦੋਂ ਇਹ ਸਭ ਕੁਝ ਹੋਏਗਾ ਤੇ ਸਾਡੇ ਇੱਥੇ ਪੜ੍ਹੇ ਲਿਖੀ ਹੁਣ ਇਲੈਕਟੋਰੇਟ ਹੈਗੀ ਹੈ, ਸਾਡੀ ਇਵੋਲਵ ਸੁਸਾਇਟੀ ਵੀ ਬਣਨ ਦੇ ਚਾਂਸਸ ਹੈਗੇ ਨੇ, ਜੋ ਕਿ ਆਪਣੇ ਆਪ ਹੀ ਜਿਹੜੀ ਕ੍ਰੈਡੀਬਿਲਿਟੀ ਹੈ ਪ੍ਰੋਮਿਸਿਸ ਦੀ ਉਹਨੂੰ ਦੇਖ ਲੈਣਗੇ। ਐਂਡ ਮਿਡ ਕੋਰਸ ਕਰੈਕਸ਼ਨ ਬਹੁਤ ਜ਼ਰੂਰੀ ਹੈ। ਮਿਡ ਕੋਰਸ ਦੇ ਵਿੱਚ ਸਰਵੇ ਲੈ ਕੇ ਅਗਰ ਪਾਰਟੀ ਠੀਕ ਨਹੀਂ ਕਰ ਰਹੀ ਹੈ ਤੇ 50% ਪੀਪਲ ਉਹਦੇ ਅਗੇਂਸਟ ਨੇ, ਰੀ-ਇਲੈਕਸ਼ਨ ਡਿਕਲੇਅਰ ਹੋ ਜਾਣੀ ਚਾਹੀਦੀ ਹੈ। ਠੀਕ ਹੈ ਆਰਪੀਐਸ ਜੀ, ਫਾਈਨਲ ਕਮੈਂਟ ਸਰ, ਸਮਾਂ ਮੇਰੇ ਕੋਲ ਖਤਮ ਹੋ ਚੱਲਿਆ, ਪਰ ਦੇਖੋ ਘੁੰਮ ਫਿਰ ਕੇ ਉਂਗਲ ਤੁਹਾਡੇ ਵਾਲੇ ਪਾਸੇ ਜ਼ਿਆਦਾ ਉੱਠ ਰਹੀ ਹੈ। ਸੱਤਾ ਚੋਂ ਤੁਸੀਂ ਸਵਾਲਾਂ ਦੇ ਜਵਾਬ ਤੁਹਾਨੂੰ ਦੇਣੇ ਹੀ ਹੋਣਗੇ। ਕੋਈ ਗੱਲ ਨਹੀਂ, ਅਸੀਂ ਸਵਾਲ ਲੈਣ ਨੂੰ ਤਿਆਰ ਹੈਗੇ ਆ, ਜਵਾਬ ਵੀ ਦੇਾਂਗੇ। ਔਰ ਦੇਖੋ, ਸਭ ਤੋਂ ਪਹਿਲਾਂ ਤਾਂ ਇਹ ਜਿਹੜਾ ਮੈਨੀਫੈਸਟੋ ਹੈ ਲੀਗਲ ਡਾਕੂਮੈਂਟ ਬਣਨਾ ਚਾਹੀਦਾ, ਔਰ ਜਿਹੜੀ ਪਾਰਟੀ ਉਹਨੂੰ ਨਾ ਪੂਰਾ ਕਰੇ ਉਹ ਡੀ-ਰਿਕੋਗਨਾਈਜ਼ ਹੋਣੀ ਚਾਹੀਦੀ ਹੈ। ਔਰ ਮੈਂ ਸੁਖੀ ਜੀ ਦੀ ਪਾਰਟੀ ਦੇ ਜਿਹੜੇ ਪਹਿਲਾਂ ਮਰਹੂਮ ਲੀਡਰ ਹੈ ਰਾਜੀਵ ਗਾਂਧੀ ਜੀ ਦੀ ਨੂੰ ਕੋਟ ਕਰਨਾ ਚਾਹਾਂਗਾ। ਉਹ ਕਹਿੰਦੇ ਸੀ ਕਿ ਉੱਤੋਂ ਜੇ 100 ਰੁਪਇਆ ਚੱਲਦਾ ਹੈ ਤਾਂ ਨੀਚੇ 15 ਰੁਪਏ ਪਹੁੰਚਦੇ ਹੈ, ਤਾਂ ਹੀ ਦੇਸ਼ ਦੇ ਲੋਕਾਂ ਨੂੰ ਕੁਝ ਨਹੀਂ ਮਿਲਦਾ। ਸੋ ਮੈਂ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਕਰਾਂਗਾ ਕਿ ਇਮਾਨਦਾਰੀ ਵਾਲਾ ਕਲੌਜ਼ ਵੀ ਕਿਰਪਾ ਕਰਕੇ ਇਸ ਫਾਰਮ ਦੇ ਵਿੱਚ ਲੈ ਆਓ। ਔਰ ਬਾਕੀ ਜਿਹੜੀਆਂ ਅਸੀਂ ਵਾਅਦੇ ਕੀਤੇ ਹੈਗੇ ਆ, ਦੇਖੋ 52 ਲੱਖ ਲੋਕਾਂ ਦੇ ਬਿੱਲ ਜ਼ੀਰੋ ਆਏ ਹੈ। ਜੇ ਕਿਸੇ ਨੂੰ ਨਹੀਂ ਯਕੀਨ ਤਾਂ ਆਰਟੀਆਈ ਪਾ ਕੇ ਪੁੱਛ ਲਓ। 20,000 ਨੌਕਰੀਆਂ ਦਿੱਤੀਆਂ ਜਾ ਚੁੱਕੀਆਂ, 9,000 ਜ਼ਿਕਰ ਕਰ ਦਿੱਤਾ ਸੀ, ਕਹਿੰਦੇ ਆਰਟੀਆਈ ਅਸੀਂ ਪਾਈ ਹੋਈ। ਇੱਕ ਮਿੰਟ ਔਰ ਛਾਬੜਾ ਸਾਹਿਬ ਨੇ ਸਾਡੇ ਤੇ ਤਾਂ ਸਵਾਲ ਚੁੱਕੇ, ਪਰ ਕੀ ਕਾਂਗਰਸ ਨੇ ਆਪਣੇ ਵਾਅਦੇ ਪੂਰੇ ਕੀਤੇ? ਕੀ ਭਾਜਪਾ ਨੇ ਇਹਨਾਂ ਨੇ ਵਾਅਦੇ ਪੂਰੇ ਕੀਤੇ? ਛਾਬੜਾ ਸਾਹਿਬ ਨੇ ਉਹਨਾਂ ਤੇ ਕੋਈ ਸਵਾਲ ਨਹੀਂ ਚੁੱਕੇ। ਸੋ ਛਾਬੜਾ ਸਾਹਿਬ ਦੀ ਜਿਹੜੀ ਨਿਰਪੱਖਤਾ ਹੈਗੀ ਹੈ ਇੱਥੋਂ ਜਾਂਚੀ ਜਾ ਸਕਦੀ ਹੈ। ਠੀਕ ਹੈ, ਚਲੋ ਮੇਰੇ ਕੋਲ ਸਮਾਂ ਖਤਮ ਹੋ ਰਿਹਾ। ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਚਰਚਾ ਦੇ ਵਿੱਚ ਸ਼ਾਮਲ ਹੋਣ ਦੇ ਲਈ। ਬਹੁਤ ਅਹਿਮ ਤੇ ਗੰਭੀਰ ਮੁੱਦਾ ਹੈ, ਲਾਜ਼ਮੀ ਇਸ ਦੇ ਉੱਤੇ ਗੱਲਬਾਤ ਅੱਗੇ ਵੀ ਹੋਣੀ ਚਾਹੀਦੀ ਹੈ ਔਰ ਉਮੀਦ ਹੈ ਕਿ ਹੁੰਦੀ ਰਹੇਗੀ। ਪਰ ਸਵਾਲ ਇਹ ਵੀ ਹੈ, ਇੱਕ ਕਹਾਵਤ ਹੁੰਦੀ ਹੈ ਕਿ ਘੰਟੀ ਬੰਨੇ ਕੌਣ। ਲੀਗਲ ਡਾਕੂਮੈਂਟ ਦੇ ਹੱਕ ਦੇ ਵਿੱਚ ਸਾਰੀਆਂ ਪੋਲੀਟੀਕਲ ਪਾਰਟੀਆਂ ਨਜ਼ਰ ਆਉਂਦੀਆਂ ਨੇ, ਪਰ ਵਾਕਈ ਹੀ ਜੇ ਸਭ ਸਹਿਮਤ ਨੇ ਤਾਂ ਫਿਰ ਬਣਦਾ ਕਿਉਂ ਨਹੀਂ? ਇਹ ਲੋਕ ਜਾਣਨਾ ਚਾਹੁੰਦੇ ਨੇ, ਵੋਟਰ ਜਾਣਨਾ ਚਾਹੁੰਦੇ ਨੇ। ਖੈਰ, ਹੁਣ ਇੱਕ ਗੱਲ ਇਹ ਵੀ ਹੈ ਇਸ ਸਭ ਦੇ ਵਿਚਾਲੇ ਕਿ ਜੇ ਇਹ ਪੂਰੀ ਪਲੈਨਿੰਗ ਕਰਕੇ ਕਿਹਾ ਜਾਵੇ, ਕਿਉਂਕਿ ਬਜਟ ਦਾ ਬਹੁਤ ਜ਼ਿਕਰ ਹੁੰਦਾ ਹੈ, ਕਿ ਸੱਤਾ ਤੋਂ ਬਾਹਰ ਰਹਿੰਦੇ ਹੋਏ ਸੱਤਾ ਦੇ ਅੰਦਰ ਵਾਲੀ ਪਾਰਟੀ ਕੀ ਬਜਟ ਬਾਰੇ ਦੱਸੇਗੀ ਕਿ ਆ ਸਭ ਕੁਝ ਹੋ ਰਿਹਾ ਹੈ। ਆਮ ਤੌਰ ਤੇ ਇਸ ਤਰੀਕੇ ਨਾਲ ਸਵਾਲ ਚੁੱਕੇ ਜਾਂਦੇ ਨੇ। ਉਮੀਦ ਕਰਦੇ ਹਾਂ ਕਿ ਸਿਆਸੀ ਪਾਰਟੀਆਂ ਜ਼ਰੂਰ ਸੋਚਣਗੀਆਂ, ਇਲੈਕਸ਼ਨ ਕਮਿਸ਼ਨ ਦੀ ਸਖਤੀ ਦਾ ਅਸਰ ਨਜ਼ਰ ਆਏਗਾ। ਪ੍ਰਾਈਮ ਟਾਈਮ 'ਚ ਅੱਜ ਦੇ ਲਈ ਇੰਨਾ ਹੀ।